ਨਮਸਕਾਰ ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਵਾਲ ਪੰਜਾਬ ਦਾ। ਮੈਂ ਹਾਂ ਗੌਰਵ ਵਾਲੀਆ ਤੇ ਸਵਾਲ ਪੰਜਾਬ ਦਾ ਅੱਜ ਇੱਕ ਸਮਾਜਿਕ ਮੁੱਦੇ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਕਿ ਬਹੁਤ ਹੀ ਗੰਭੀਰ ਹੈ। ਕਾਰਨ ਇਹ ਹੈ ਕਿਉਂਕਿ ਜਦੋਂ ਅਣਖ ਦੇ ਖਾਤਰ ਆਪਾਂ ਕੁਝ ਕਾਰਾ ਕਰ ਜਾਂਦੇ ਆ, ਖਾਸ ਤੌਰ ਦੇ ਪਰ ਉਹ ਜਿਹੜਾ ਕਿ ਐਕਸੈਪਟਡ ਨਹੀਂ ਹੁੰਦਾ ਸਮਾਜ ਦੇ ਕਿਸੇ ਵੀ ਖਿੱਤੇ ਦੇ ਵਿੱਚ, ਕਿਸੇ ਵੀ ਨੋਰਮਸ ਦੇ ਤਹਿਤ, ਉਸ ਨੂੰ ਆਪਾਂ ਕਿਸ ਨਜ਼ਰੀਏ ਦੇ ਨਾਲ ਵੇਖੀਏ। ਬੀਤੇ ਦਿਨੀ ਜੰਡਿਆਲਾ ਗੁਰੂ ਦੇ ਵਿੱਚ ਇੱਕ ਧੀ ਨੂੰ ਇੱਕ ਪਿਓ ਆਪ ਹੀ ਮਾਰ ਦਿੰਦਾ ਹੈ ਤੇ ਉਸ ਦੀ ਲਾਸ਼ ਨੂੰ ਬੰਨ੍ਹ ਕੇ ਉਸੇ ਦੀ ਚੁੰਨੀ ਦੇ ਨਾਲ ਟਰੈਕ ਤੇ ਸਿੱਟ ਆਉਂਦਾ ਹੈ। ਸਵਾਲ ਖੜਾ ਇਹ ਹੋ ਗਿਆ, ਅਣਖ ਦੀ ਖਾਤਰ ਕਤਲ ਯਾਨੀ ਆਨਰ ਕਿਲਿੰਗ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਕਿਸ ਹੱਦ ਤੱਕ ਜਾਇਜ਼ ਹੈ ਤੇ ਕਿਉਂ? ਉਂਝ ਆਪਾਂ 76 ਵਰੇ ਹੋ ਗਏ ਆਜ਼ਾਦ ਹੋਏ ਨੇ ਤਾਂ 15 ਅਗਸਤ ਨੂੰ ਆਪਾਂ 76 ਸਾਲ ਆਜ਼ਾਦੀ ਦੇ ਮਨਾ ਰਹੇ ਹਾਂ। ਆਜ਼ਾਦੀ ਕਿਸ ਤਰ੍ਹਾਂ ਦੀ ਆਜ਼ਾਦੀ? ਗੁਲਾਮੀ ਦਾ ਪ੍ਰਤੀਕ ਆਜ਼ਾਦੀ ਆਪਾਂ ਕਹਿੰਦੇ ਹਾਂ ਕਿ ਅੰਗਰੇਜ਼ਾਂ ਤੋਂ ਗੁਲਾਮੀ ਦਾ ਪ੍ਰਤੀਕ ਆਜ਼ਾਦੀ ਹੈਗੀ ਹੈ, ਪਰ ਦਿਮਾਗੀ ਸੋਚ ਦੀ ਗੁਲਾਮੀ ਜਿਹੜੀ ਹੈ ਉਹ ਆਪਾਂ ਕਦੋਂ ਛੱਡਾਂਗੇ? ਸਵਾਲ ਇਹ ਵੀ ਖੜਾ ਹੋ ਜਾਂਦਾ ਹੈ। ਅੱਜ ਖਬਰ ਆਂਦੀ ਹੈ ਸੰਗਰੂਰ ਦੇ ਵਿੱਚ ਇੱਕ ਹੋਰ ਆਨਰ ਕਿਲਿੰਗ ਹੋ ਜਾਂਦੀ ਹੈ। ਇਹ ਖਬਰਾਂ ਪਹਿਲੇ ਆਉਂਦੀਆਂ ਸੀਗੀਆਂ ਹਰਿਆਣੇ ਤੋਂ ਇਹ ਖਬਰ ਆਉਂਦੀਆਂ ਸੀਗੀਆਂ, ਯੂਪੀ ਤੋਂ ਆਉਂਦੀਆਂ ਸੀਗੀਆਂ, ਬਾਕੀ ਮੁਲਕ ਤੋਂ ਆਉਂਦੀਆਂ ਸੀ। ਪੰਜਾਬ 'ਚ ਬਹੁਤ ਹੀ ਘੱਟ ਇਹ ਚੀਜ਼ ਸੁਣਾਈ ਦਿੰਦੀ ਸੀਗੀ। ਪਰ ਸਵਾਲ ਇਹ ਖੜਾ ਹੋ ਗਿਆ ਕਿ ਅੱਜ ਜਿਸ ਤਰੀਕੇ ਦੀਆਂ ਇਹ ਦੋ ਵਾਰਦਾਤਾਂ ਹੋਈਆਂ ਨੇ, ਇੱਕ ਤੋਂ ਬਾਅਦ ਇੱਕ ਦਿਲ ਦਹਿਲਾਣ ਵਾਲੀਆਂ ਨੇ। ਆਨਰ ਕਿਲਿੰਗ ਉਹ ਵੀ ਗੁਰੂ ਪੀਰਾਂ ਦੀ ਧਰਤੀ ਦੇ ਉੱਪਰ, ਯਾਨੀ 5 ਦਰਿਆਵਾਂ ਦੀ ਧਰਤੀ ਪੰਜਾਬ ਦੇ ਉੱਪਰ, ਜਿੱਥੇ ਗੁਰੂ ਸਾਹਿਬਾਂ ਨੇ ਵਾਸ ਕੀਤਾ ਤੇ ਸਾਨੂੰ ਸਹੀ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ, ਉੱਥੇ ਆਪਾਂ ਇੰਜ ਆਪਣੀ ਹੀ ਧੀਆਂ ਨੂੰ ਮਾਰ ਰਹੇ ਹਾਂ, ਅਤਿਆਚਾਰ ਕਰ ਰਹੇ ਹਾਂ। ਕੀ ਇਹ ਜਾਇਜ਼ ਹੈ? ਸਵਾਲ ਤਾਂ ਇਹ ਖੜਾ ਹੋ ਗਿਆ, ਕਿਉਂ ਤੇ ਕਿਵੇਂ ਮੰਨੀਏ ਕਿ ਜਿਹੜਾ ਕੰਮ ਤੁਸੀਂ ਕੀਤਾ ਉਹ ਸਹੀ ਹੈ? ਕਿਸ ਪੈਮਾਨੇ ਤੇ ਇਸ ਨੂੰ ਆਕਿਆ ਜਾਵੇ ਤਾਂ ਸਮਝਿਆ ਜਾਵੇ? ਸਵਾਲ ਇਹ ਖੜਾ ਹੋ ਗਿਆ। ਧੀਆਂ ਤੇ ਅਤਿਆਚਾਰ ਕੀ ਸਾਨੂੰ ਦਿਖਾਈ ਨਹੀਂ ਦੇ ਰਿਹਾ ਕਿ ਮਾਮਲਾ ਹੱਲ ਉਂਝ ਨਹੀਂ ਹੋ ਸਕਦਾ? ਆਪਾਂ ਕਿਹੜੇ ਸਮਾਜਿਕ ਦਬਾਅ ਦੇ ਵਿੱਚ ਆ ਕੇ ਉਸ ਹੇਠਾਂ ਇਹ ਕਦਮ ਚੁੱਕਣ ਲਈ ਮਜਬੂਰ ਹੋ ਰਹੇ ਹਾਂ ਤੇ ਕਿਉਂ ਹੋ ਰਹੇ ਹਾਂ? ਕਿਉਂ ਨਹੀਂ ਸੋਚ ਪਾ ਰਹੇ ਆਪਾਂ ਸਾਈਕੋਲੋਜੀਕਲੀ ਅੱਜ ਆਪਾਂ ਕਿੱਥੇ ਖੜੇ ਹਾਂ? 76 ਸਾਲ ਆਜ਼ਾਦੀ ਦੇ ਮਨਾ ਰਹੇ ਹਾਂ, ਪਰ ਇਸ ਦੀ ਆਜ਼ਾਦੀ, ਦਿਮਾਗ ਦੀ ਆਜ਼ਾਦੀ, ਸੋਚ ਦੀ ਆਜ਼ਾਦੀ, ਜਿਹੜਾ ਕਿ ਆਪਾਂ ਨੂੰ ਆਪਣਾ ਸੰਵਿਧਾਨ ਵੀ ਦਿੰਦਾ ਹੈ, ਰਾਈਟ ਟੂ ਐਕਸਪ੍ਰੈਸ਼ਨ ਆਫ ਯੋਰ ਫਰੀडम ਆਫ ਸਪੀਚ, ਹਰ ਚੀਜ਼ ਦੀ ਆਜ਼ਾਦੀ ਹੈ। ਪਰ ਸਵਾਲ ਬੜੇ ਸਾਰੇ ਨਾਲ ਖੜੇ ਹੋ ਜਾਂਦੇ ਕਿ ਆਪਾਂ ਆਪਣੇ ਆਪ ਨੂੰ ਕੀ ਸਮਝ ਰਹੇ ਹਾਂ ਤੇ ਆਪਣੇ ਬੱਚਿਆਂ ਨੂੰ ਕਿੰਨੀ ਖੁੱਲ੍ਹ ਦੇ ਰਹੇ ਹਾਂ ਤੇ ਉਹਨਾਂ ਤੋਂ ਕੀ ਐਕਸਪੈਕਟ ਕਰ ਰਹੇ ਹਾਂ, ਤੇ ਜਦੋਂ ਉਹ ਜਾਂਦੇ ਨੇ ਬਾਹਰ ਤੇ ਉਸ ਤੋਂ ਬਾਅਦ ਆਪਾਂ ਇੰਜ ਕਿਉਂ ਕਰ ਰਹੇ ਹਾਂ? ਸਿੱਧੇ ਸਵਾਲ ਨੇ, ਤੁਹਾਡੇ ਸਾਰਿਆਂ ਦੇ ਨਾਲ ਰਿਲੇਟਡ ਨੇ। ਅਣਖ ਦੀ ਖਾਤਰ, ਆਪਣੀ ਅਣਖ ਦੀ ਖਾਤਰ ਜਦੋਂ ਪੰਜਾਬੀ ਕਹਿੰਦੇ ਅਸੀਂ ਆਹ ਕਰਤਾ, ਉਹ ਕਰਤਾ, ਭਾਈ ਆਹ ਕਿਉਂ ਕਰਤਾ? ਇੱਥੇ ਤਾਂ ਇਹ ਸਵਾਲ ਆ ਗਿਆ ਕਿ ਤੁਸੀਂ ਤਾਂ ਮਾਰ ਹੀ ਦਿੱਤਾ, ਕਿਉਂ? ਸਵਾਲ ਇਹ ਹੈ। ਸੋਸ਼ਲ ਸਟਿਗਮਾ ਜਿਹੜੀ ਚੀਜ਼ ਕਹੀ ਜਾਂਦੀ ਹੈ, ਆਪਾਂ ਉਸ ਨੂੰ ਕਿਸ ਤਰ੍ਹਾਂ ਸੋਲਵ ਕਰਨਾ, ਰਿਜ਼ੋਲਵ ਕਰਨਾ, ਸਮਝਣਾ ਹੈ? ਸਵਾਲ ਇਹ ਖੜਾ ਹੋ ਗਿਆ ਕਿ ਸਮਾਜਿਕ ਦਬਾਅ ਤੋਂ ਹੀ ਇਹ ਸਾਰੀ ਚੀਜ਼ਾਂ ਪੈਦਾ ਹੋ ਰਹੀਆਂ ਨੇ। ਧੀਆਂ ਨੂੰ ਖੁੱਲ੍ਹ ਕਿੰਨੀ ਦੇਣੀ ਹੈ, ਕਿਵੇਂ ਦੇਣੀ ਹੈ, ਕਿੰਨੇ ਦੇਣੀ ਹੈ, ਕਿੱਥੇ ਦੇਣੀ ਹੈ, ਇਹ ਕੌਣ ਡਿਸਾਈਡ ਕਰੇਗਾ? ਤੁਸੀਂ ਡਿਸਾਈਡ ਕਰ ਲੋਗੇ ਜਾਂ ਸਮਾਜ ਵਾਲੇ ਡਿਸਾਈਡ ਕਰ ਲੈਣਗੇ? ਕੌਣ ਕਰੇਗਾ? ਜਾਂ ਕਾਨੂੰਨ ਡਿਸਾਈਡ ਕਰੇਗਾ? ਡਿਸੀਜਨ ਕਿੱਦਾਂ ਹੋਏਗਾ? ਅੱਜ ਸਵਾਲ ਇਹੀ ਹੈ ਕਿ ਇਹ ਅਤਿਆਚਾਰ ਧੀਆਂ ਤੇ ਕਦੋਂ ਬੰਦ ਹੋਏਗਾ? ਛੋਟੀ ਜਿਹੀ ਰਿਪੋਰਟ ਵੇਖਦੇ ਹਾਂ ਪਹਿਲਾਂ। ਮਾਰਨ ਤੋਂ ਜਿਹੜੀਆਂ ਲੋਕੀ ਜਿਹੜੀਆਂ 6ਵੀਂ 7ਵੀਂ ਚ ਪੜ੍ਹਨ ਡੀਆਂ ਨਾ, ਉਹ ਸੁਧਰ ਕਰ ਬਾਅਦ ਚ ਜਾਣ। ਇਹ ਬਿਆਨ ਉਸ ਬਾਪ ਦਾ ਹੈ ਜਿਸ ਨੇ ਪਹਿਲਾਂ ਆਪਣੀ ਕੁੜੀ ਦਾ ਕਤਲ ਕੀਤਾ, ਫਿਰ ਮੋਟਰਸਾਈਕਲ ਦੇ ਨਾਲ ਬੰਨ੍ਹ ਕੇ ਉਸ ਨੂੰ ਪਿੰਡ 'ਚ ਘੁਮਾਇਆ ਤੇ ਫਿਰ ਉਸ ਦੀ ਲਾਸ਼ ਨੂੰ ਰੇਲਵੇ ਸਟੇਸ਼ਨ ਤੇ ਸੁੱਟ ਦਿੱਤਾ। ਦਰਿੰਦਗੀ ਦੀਆਂ ਇਹ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਪਿਓ ਆਪਣੀ ਧੀ ਦਾ ਕਤਲ ਕਰਦਾ ਹੈ ਤੇ ਫਿਰ ਉਸ ਨੂੰ ਮੋਟਰਸਾਈਕਲ ਦੇ ਨਾਲ ਬੰਨ੍ਹ ਕੇ ਘੜੀਸਦਾ ਹੈ। ਜਦੋਂ ਇਹ ਪੁਲਿਸ ਦੀ ਗਿਰਫਤ 'ਚ ਆਉਂਦਾ ਹੈ ਤਾਂ ਇਸ ਨੂੰ ਇਸ ਗੱਲ ਤੇ ਕੋਈ ਅਫਸੋਸ ਵੀ ਨਹੀਂ ਹੁੰਦਾ, ਸਗੋਂ ਇਸ ਨੂੰ ਲੱਗਦਾ ਹੈ ਕਿ ਇਸ ਨੇ ਮਿਸਾਲ ਪੈਦਾ ਕਰ ਦਿੱਤੀ। ਭਾਜੀ ਧੀ ਮੇਰੀ ਨਾ ਇੱਕ ਰਾਤ ਦਿਨ ਤੇ ਰਾਤ ਕਿਸੇ ਦੇ ਘਰ ਰਹਿ ਕੇ ਆਈ ਆ, ਤੇ ਮੈਂ ਆਪਾਂ ਅਣਖ ਵਾਲੇ ਬੰਦੇ, ਮੁਸ਼ਲਾਂ ਦੇ ਵਿੱਚ ਇੰਨੀਆਂ ਕੁੜੀਆਂ ਲੋਕਾਂ ਦੀਆਂ ਹੋਈਆਂ ਨਾ, ਤੇ ਉਹ ਵੀ ਲੋਕਾਂ ਰੱਖ ਲੈਂਦੇ ਆ ਜਿਹੜੀਆਂ ਗਈਆਂ। ਕਿਉਂ ਫਰਾਇਆ ਇਦਾਂ ਮਾਰਨ ਤੋਂ ਜਿਹੜੀਆਂ ਲੋਕੀ ਜਿਹੜੀਆਂ 6ਵੀਂ 7ਵੀਂ ਚ ਪੜ੍ਹਨ ਡੀਆਂ ਨਾ, ਉਹ ਸੁਧਰ ਕਰ ਬਾਅਦ ਚ ਜਾਣ। ਕਤਲ ਦੀ ਵਾਰਦਾਤ ਤੋਂ ਬਾਅਦ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਪਿੰਡ ਮੁੱਛਲ ਪਹੁੰਚੀ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਜਿਸ ਨੂੰ ਲੈ ਕੇ ਪਿੰਡ ਵਾਲਿਆਂ ਨੇ ਇਸ ਘਟਨਾ ਨੂੰ ਗਲਤ ਤਾਂ ਦੱਸਿਆ ਪਰ ਪਿੰਡ ਦਾ ਹਾਲ ਵੀ ਦੱਸਿਆ, ਜਿਸ ਕਾਰਨ ਕਿਤੇ ਨਾ ਕਿਤੇ ਉਸ ਪਿਓ ਨੇ ਅਜਿਹਾ ਕਰਨ ਦਾ ਸੋਚਿਆ, ਕਿਉਂਕਿ ਇਸ ਪਿੰਡ 'ਚ 20 ਤੋਂ 22 ਵਿਆਹ ਪਿੰਡ ਵਾਲਿਆਂ ਦੇ ਨਾਲ ਹੀ ਹੋਏ ਨੇ। ਜਦੋਂ ਦੀ ਵੀ ਕੁੜੀ ਗਈ ਆ, ਜੇ ਉਹ ਕੱਲ ਕੁੜੀ ਆਈ ਆ, ਉਹਨਾਂ ਨੇ ਉਹਨਾਂ ਦੇ ਮੁੰਡੇ ਦੇ ਘਰਦਿਆਂ ਨੇ ਨਹੀਂ ਰੱਖਿਆ ਤੇ ਉਹਨੂੰ ਤਾਂ ਕੁੜੀ ਘਲੀ ਵਾਪਸ ਆਈ ਆ। ਜੇ ਉਹ ਉਦੋਂ ਜਦੋਂ ਕੁੜੀ ਗਈ ਸੀ ਉਦੋਂ ਹੀ ਉਹਨੂੰ ਵਾਪਸ ਭੇਜਦੇ, ਕੁੜੀਏ ਅਸੀਂ ਨਹੀਂ ਤੈਨੂੰ ਰੱਖਣਾ, ਤੂੰ ਆਪਣੇ ਘਰ ਚਲੇ ਜਾ। ਹਾਂਜੀ, ਮੁੰਡੇ ਤੇ ਪੱਕਾ ਕਾਰਵਾਈ ਹੋਣੀ ਚਾਹੀਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਕਿ ਜਿਹੜੇ ਸਾਡੇ ਪਿੰਡ ਘੱਟ ਤੋਂ ਘੱਟ 20 ਕੇਸ ਆ ਇਸ ਵੇਲੇ, ਜਿਹੜੀਆਂ ਕਿ ਪਿੰਡ ਦੀਆਂ ਕੁੜੀਆਂ ਪਿੰਡ 'ਚ ਰਹਿ ਰਹੀਆਂ ਜੀ, ਉਹਨਾਂ ਨੂੰ ਦਿਖਾਇਆ ਲੋਕਾਂ ਨੂੰ ਕਿ ਹਾਂ ਵੀ ਠੀਕ ਆ, ਵੀ ਇਹਦੇ ਨਾਲ ਆਹ ਹਾਦਸਾ ਹੋਇਆ, ਅਗਰ ਕੋਈ ਮੁੜ ਕੇ ਕੋਈ ਇਸ ਤਰ੍ਹਾਂ ਦਾ ਕੋਈ ਕਾਰਵਾਈ ਕਰੂਗਾ ਉਹਦੇ ਨਾਲ ਵੀ ਕੱਲ ਨੂੰ ਇਹੋ ਹੀ ਹਾਦਸਾ ਹੋ ਸਕਦਾ।
ਹੁਣ ਗੱਲ ਕਰਦੇ ਹਾਂ ਸੰਗਰੂਰ ਦੀ, ਜਿੱਥੇ ਇੱਕ ਭਰਾ ਨੇ ਆਪਣੇ ਮਾਸੜ ਦੇ ਨਾਲ ਮਿਲ ਕੇ ਆਪਣੀ ਭੈਣ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਕਿਉਂਕਿ ਉਸ ਦੀ ਭੈਣ ਨੇ ਐਕਸਟਰਾ ਮੈਰਿਟਲ ਅਫੇਅਰ ਚਲਾਇਆ ਸੀ। ਬੇਸਿਕਲੀ ਬ੍ਰਦਰ ਤੇ ਮਾਸੜ ਨੇ ਪਲਾਨ ਕੀਤਾ ਕਿ ਆ ਲੇਡੀ ਜਿਹੜੀ ਹੈਗੀ ਇਹਦੇ ਚਾਲ ਚਲਨ ਤੋਂ ਉਹ ਥੋੜਾ ਜਿਹਾ ਜਿਹੜਾ ਹੈਗਾ ਇਰੀਟੇਟਡ ਸੀਗੇ, ਤੇ ਆ ਲੇਡੀ ਪਹਿਲਾਂ ਆਪਣੇ ਹਸਬੈਂਡ ਤੇ ਬੱਚਿਆਂ ਨੂੰ ਛੱਡ ਕੇ ਇੱਕ ਦੂਜੇ ਵਿਅਕਤੀ ਦੇ ਨਾਲ ਰਹਿ ਰਹੀ ਸੀਗੀ। ਜਿਹੜਾ ਦੂਜਾ ਵਿਅਕਤੀ ਸੀਗਾ ਉਹ ਵੀ ਕੁਝ ਦਿਨਾਂ ਤੋਂ ਇਹਨੂੰ ਅਬੰਡਨ ਕਰਕੇ ਚਲਾ ਗਿਆ ਸੀਗਾ। ਜਦੋਂ ਰਹਿਣ ਵਾਸਤੇ ਜਿਹੜਾ ਹੈਗਾ ਥਾਂ ਲੈਣ ਵਾਸਤੇ ਆਪਣੇ ਮਾਸੜ ਕੋਲੇ ਗਈ ਤੇ ਉਹਨਾਂ ਦੇ ਪਰਿਵਾਰ ਨੇ ਉਹਨੂੰ ਨਾ ਕਰਤੀ, ਤੇ ਲੇਟਰ ਔਨ ਜਿਹੜਾ ਹੈਗਾ ਮਾਸੜ ਨੇ ਇਹਦੇ ਭਰਾ ਦੇ ਨਾਲ ਮਿਲ ਕੇ ਤੇ ਇਹਦੇ ਕਤਲ ਨੂੰ ਅੰਜਾਮ ਦਿੱਤਾ, ਗਲਾ ਘੁੱਟ ਕੇ ਜਿਹੜਾ ਹੈਗਾ ਇਹਦਾ ਕਤਲ ਕੀਤਾ। ਝੂਠੀ ਅਣਖ ਲਈ ਕਦੋਂ ਰੁਕਣਗੇ ਕਤਲ? ਜੇ ਕਿਸੇ ਨੇ ਗਲਤ ਕੀਤਾ ਤਾਂ ਉਸ ਨੂੰ ਕਾਨੂੰਨ ਵੀ ਸਜ਼ਾ ਦੇ ਸਕਦਾ ਹੈ। ਲੋਕ ਕਾਨੂੰਨ ਦਾ ਸਹਾਰਾ ਛੱਡ ਕੇ ਖੁਦ ਕਾਨੂੰਨ ਨੂੰ ਹੱਥ 'ਚ ਕਿਉਂ ਲੈ ਰਹੇ ਨੇ? ਵਾਰ-ਵਾਰ ਅਜਿਹੀਆਂ ਤਸਵੀਰਾਂ ਕਿਉਂ ਸਾਹਮਣੇ ਆਉਂਦੀਆਂ ਨੇ? ਤੇ ਦੂਜੀ ਗੱਲ, ਪਿਆਰ ਤਾਂ ਮੁੰਡਾ ਕੁੜੀ ਦੋਵਾਂ ਨੇ ਕੀਤਾ ਸੀ, ਤਾਂ ਤਸ਼ੱਦਦ ਕੁੜੀ ਤੇ ਹੀ ਕਿਉਂ ਕੀਤਾ ਜਾ ਰਿਹਾ ਹੈ? ਜੰਡਿਆਲਾ ਗੁਰੂ ਤੋਂ ਮਨਜਿੰਦਰ ਸਿੰਘ ਦੇ ਨਾਲ ਸੰਗਰੂਰ ਤੋਂ ਹਰਜੀਤ ਸਿੱਧੂ ਦੀ ਰਿਪੋਰਟ। ਕਿੰਨੇ ਸਾਰੇ ਸਮਾਜਿਕ ਪਹਿਲੂ ਇਸ ਦੇ ਵਿੱਚ ਜੁੜੇ ਹੋਏ ਆ। ਮੁੰਡਾ ਕੁੜੀ ਆਪਸ 'ਚ ਪਿਆਰ ਕਰਦੇ ਸੀਗੇ ਕਿ ਨਹੀਂ ਕਰਦੇ ਸੀਗੇ? ਕੁੜੀ ਮੁੰਡੇ ਦੇ ਘਰ ਚਲੀ ਗਈ, ਰਾਤ ਵੀ ਰਹਿ ਆਈ, ਦਿਨ ਵੀ ਰਹਿ ਆਈ, ਜੋ ਪਿੰਡ ਵਾਲਿਆਂ ਦਾ ਦੱਸਣਾ ਕਹਿਣ ਦੇ ਮੁਤਾਬਕ। ਫਿਰ ਮੁੰਡੇ ਵਾਲਿਆਂ ਨੇ ਨਹੀਂ ਰੱਖੀ ਤਾਂ ਵਾਪਸ ਘੱਲ ਦਿੱਤੀ। ਜੇ ਪਹਿਲੇ ਭੇਜ ਦਿੰਦੇ ਤਾਂ ਇਹ ਕੰਮ ਹੁੰਦਾ ਹੀ ਨਾ। ਚੀਜ਼ਾਂ ਬਹੁਤ ਸਾਰੀਆਂ ਨੇ, ਕਿਉਂਕਿ ਇੱਥੇ ਗੱਲ ਇੱਜ਼ਤ ਅਣਖ ਵਾਲੀ ਗੱਲ ਆ ਗਈ ਤੇ ਉਸ ਦੇ ਕਰਕੇ ਕਾਰਾ ਹੋਇਆ। ਦੂਜੀ ਗੱਲ, ਜਿਹੜੀ ਸੰਗਰੂਰ ਤੋਂ ਜਿਹੜਾ ਕੇਸ ਆਇਆ ਉਹ ਵੀ ਕੁਝ ਅਜਿਹਾ ਹੀ ਹੈਗਾ। ਸਮਾਜ ਦੇ ਵਿੱਚ ਕਿਸ ਚੀਜ਼ ਨੂੰ ਮਾਨਤਾ ਹੈਗੀ ਹੈ, ਐਕਸੈਪਟੈਂਸ ਹੈਗੀ ਹੈ ਜਾਂ ਨਹੀਂ ਹੈਗੀ ਹੈ? ਅਗਰ ਤਾਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਇੱਥੇ ਮਾਨਤਾ ਤੇ ਐਕਸੈਪਟੈਂਸ ਜਿਹੜੀ ਹੈ ਆਪਣੇ ਅਲੱਗ-ਅਲੱਗ ਧਰਮਾਂ ਰੀਤੀ ਰਿਵਾਜ਼ਾਂ ਦੇ ਮੁਤਾਬਕ ਹੈਗੀ ਹੈ। ਕਾਨੂੰਨ ਵੱਖਰੇ ਲੈਵਲ ਤੇ ਕੰਮ ਕਰਦਾ। ਜਦੋਂ ਆਪਾਂ ਵਿਦੇਸ਼ੀ ਮੁਲਕਾਂ ਨੂੰ ਦੇਖਦੇ ਹਾਂ ਉੱਥੇ ਬਿਲਕੁਲ ਹੀ ਡਿਫਰੈਂਟ ਹੈ, ਉੱਥੇ ਅਲੱਗ ਪੈਮਾਨਾ ਹੈਗਾ, ਮਾਪਦੰਡ ਵੱਖਰੇ ਹੈਗੇ ਆ। ਤੇ ਜੇ ਅਸੀਂ ਇੱਕ ਪੈਮਾਨੇ ਦੇ ਉੱਪਰ ਚੱਲਾਂਗੇ ਤਾਂ ਸਾਨੂੰ ਫਿਰ ਇੰਡੀਆ ਵਾਲੇ ਪਾਸੇ ਰਹਿਣਾ ਪਏਗਾ ਜਾਂ ਵਿਦੇਸ਼ੀ ਵੈਸਟਰਨ ਤਰਜ਼ ਦੇ ਉੱਪਰ ਚੱਲਣਾ ਪਏਗਾ। ਪਰ ਕਦੀ ਆਪਾਂ ਆਪਣੇ ਸਹੂਲਤ ਦੇ ਮੁਤਾਬਕ ਉੱਧਰ ਹੋਈਏ, ਕਦੀ ਇੱਧਰ ਹੋਈਏ, ਫਿਰ ਉਹ ਜਿਹੜੀ ਗੱਲ ਹੈ ਉਹ ਕਿਸ ਤਰੀਕੇ ਦੇ ਨਾਲ ਸਮਝ ਪੈ ਸਕਦੀ ਹੈ? ਸਮਾਜ ਕਿਸ ਤਰੀਕੇ ਨਾਲ ਉਸ ਨਜ਼ਰੀਏ ਨੂੰ ਵੇਖੇਗਾ? ਅੱਜ ਇਹੀ ਚਰਚਾ ਕਰਨੀ ਹੈ। ਖਾਸ ਤੌਰ ਤੇ ਮਹਿਮਾਨ ਜੁੜ ਗਏ ਨੇ। ਟੀਨਾ ਚੌਧਰੀ ਜੀ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹਨ, ਜਸਵਿੰਦਰ ਕੌਰ ਸੋਲ ਜੀ ਸ਼੍ਰੋਮਣੀ ਅਕਾਲੀ ਦਲ ਨੂੰ, ਪ੍ਰਿਆ ਲਖਨਪਾਲ ਜੀ ਸਮਾਜ ਸੇਵੀ ਨੇ, ਸਿਮਰਨਜੀਤ ਕੌਰ ਜੀ ਐਡਵੋਕੇਟ ਨੇ, ਤੇ ਬਲਬੀਰ ਸਿੰਘ ਜੀ ਪਿੰਡ ਵਾਸੀ ਨੇ ਸਾਡੇ ਨਾਲ ਜੁੜੇ ਹੋਏ ਨੇ। ਬਲਬੀਰ ਜੀ, ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਹਾਂਜੀ ਆ ਰਹੀ। ਬਲਬੀਰ ਜੀ, ਕਿਉਂਕਿ ਤੁਹਾਡੇ ਵਾਲੇ ਇਲਾਕੇ ਦਾ ਇਹ ਕਾਰਾ ਹੋਇਆ, ਇਹ ਘਟਨਾ ਵਾਪਰੀ ਹੈ, ਤੁਹਾਡੇ ਤੋਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ, ਕਿਉਂਕਿ ਸਾਡੇ ਕੋਲ ਸਾਰਾ ਵਿਮਨ ਪੈਨਲ ਹੈਗਾ ਅੱਜ, ਤੇ ਇਹਨਾਂ ਤੋਂ ਸਮਝਣਾ ਅਤਿਆਚਾਰ ਵੀ ਧੀਆਂ ਤੇ ਹੋ ਰਿਹਾ, ਮਹਿਲਾਵਾਂ ਸਾਡੇ ਨਾਲ ਹੈ, ਬਟ ਜੋ ਉੱਥੇ ਹੋਇਆ ਤੁਸੀਂ ਹਰ ਚੀਜ਼ ਦੇਖੀ ਹੈ, ਸਮਝੀ ਹੈ, ਦੱਸੀ ਵੀ ਹੈ, ਤੇ ਪੰਜਾਬ ਦੇ ਲੋਕਾਂ ਨੂੰ ਜੇ ਤੁਸੀਂ ਦੱਸ ਸਕੋ ਕਿ ਆਖਿਰ ਕੀ ਹੋਇਆ ਤੇ ਕਿਉਂ ਹੋਇਆ, ਤੁਹਾਡੇ ਨਜ਼ਰੇ, ਤੁਹਾਡੇ ਪਿੰਡ ਵਾਲੇ ਦੇ ਨਜ਼ਰੇ, ਉੱਥੇ ਦੇ ਸਮਾਜਿਕ ਲੋਕਾਂ ਦੇ ਵਿਵਹਾਰ ਦੇ ਮੁਤਾਬਕ ਕੀ ਇਹ ਸਹੀ ਹੈ? ਜਿਵੇਂ ਪਿਓ ਨੇ ਕਿਹਾ ਕਿ ਹੁਣ ਆਉਣ ਵਾਲੇ ਟਾਈਮ ਤੱਕ ਕੋਈ ਕੁੜੀ ਅਜਿਹੀ ਹਿਮਾਕਤ ਨਹੀਂ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੱਸੋ ਸਰ। ਇਹ ਜਿਹੜੀ ਘਟਨਾ ਹਾਂ, ਪਹਿਲਾਂ ਬੋਰਡਾਂ ਤੇ ਲਿਖਿਆ ਸੀ, ਧੀ ਜੰਮੀ ਹੈ ਵੱਡੀ ਹੈ ਮਠਿਆਈ ਦੇ ਘਰ ਲక్ష్ਮੀ ਆਈ। ਮਾਪਿਆਂ ਨੂੰ ਸਤਿਕਾਰ ਦਿੱਤਾ ਜਾਂਦਾ ਸੀ। ਮੇਰੇ ਘਰ ਵੀ ਧੀ ਨੇ ਜਦੋਂ ਜਨਮ ਲਿਆ ਤੇ ਮੈਂ ਹਸਪਤਾਲ ਦੇ ਲੱਡੂ ਵੰਡੇ ਸਨ। ਉਹ ਹਸਪਤਾਲ ਵਾਲੇ ਤੇ ਲੋਕ ਜਿਹੜੇ ਉੱਥੇ ਹੋਰ ਵੀ ਆਏ ਸਨ ਮਰੀਜ਼, ਉਹ ਕਹਿੰਦੇ ਵੀ ਕਾਹਦੀ ਬਾਬਾ ਜੀ ਇੱਕ ਧੀ ਨੇ ਜਨਮ ਘਰ ਵਿੱਚ ਲਿਆ। ਮੈਂ ਆਪਣੀ ਧੀ ਨੂੰ ਚੰਗੇ ਸਕੂਲ ਵਿੱਚ ਪੜ੍ਹਾ ਕੇ ਕੈਨੇਡਾ ਭੇਜਿਆ। ਧੀਆਂ ਮਾਪਿਆਂ ਦੀ ਸ਼ਾਨ ਹੁੰਦੀਆਂ ਨੇ, ਪਰ ਜਿਹੜੇ ਹਾਲਾਤ ਪਿੰਡਾਂ, ਮੈਂ ਆਪਣੇ ਪਿੰਡ ਦੀ ਗੱਲ ਨਹੀਂ, ਸਾਰੇ ਪਿੰਡਾਂ ਦੇ ਹਾਲਾਤ ਜਿਹੜੇ ਬਣਦੇ ਜਾ ਰਹੇ ਨੇ, ਕਿਉਂਕਿ ਮੈਨੂੰ ਸੇਵਾ ਕਰਨ ਦਾ ਗੁਰੂ ਨੇ ਮੌਕਾ ਬਖਸ਼ਿਆ ਹੈ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਤਖਤ ਕਰਕੇ ਕੋਈ ਸੇਵਾ ਲੈ ਰਹੇ ਨੇ। ਜੋ ਹਾਲਾਤ ਪਿੰਡਾਂ ਦੇ ਵਿੱਚ ਬਣਦੇ ਜਾ ਰਹੇ ਨੇ, ਸਾਡੀਆਂ ਲੜਕੀਆਂ ਨੂੰ, ਧੀਆਂ ਨੂੰ, ਮੇਰੀਆਂ ਧੀਆਂ, ਮੈਂ ਪੰਜਾਬ ਦੀ, ਮੈਂ ਆਪਣੀਆਂ ਧੀਆਂ ਸਮਝਦਾ, ਮੈਂ ਆਪਣੀਆਂ ਧੀਆਂ ਨੂੰ ਬਾਰ-ਬਾਰ ਇਹੋ ਹੱਥ ਜੋੜ ਕੇ ਬੇਨਤੀ ਕਰ ਰਿਹਾ, ਹੱਥ ਜੋੜ ਕੇ, ਮਾਪੇ ਹਮੇਸ਼ਾ ਮਾੜਾ ਨਹੀਂ ਸੋਚਦੇ, ਪੜ੍ਹਾਉਂਦੇ ਨੇ, ਪੜ੍ਹਾ ਕੇ ਚਾਹੁੰਦੇ ਨੇ ਕਿ ਕੋਈ ਨੌਕਰੀ ਤੇ ਲੱਗ ਜਾਣ। ਸਾਡੇ ਪਿੰਡ ਵਿੱਚ ਘੱਟੋ ਘੱਟ 16-17 ਕੇਸ ਏਦਾਂ ਦੇ ਹੋ ਗਏ ਸਨ ਕਿ ਪਿੰਡ ਦੇ ਮੁੰਡੇ ਨਾਲ ਲੜਕੀ ਨੇ ਪਿੰਡ ਹੀ ਵਿਆਹ ਕਰਵਾ ਕੇ ਤੇ ਪਿੰਡ ਵਿੱਚ ਰਹਿ ਰਹੀ ਹੈ। ਠੀਕ ਹੈ।
ਅਸੀਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇੱਕ ਮਤਾ ਪਾਇਆ ਕਿ ਕੋਈ ਵੀ ਇਦਾਂ ਦੀ ਲੜਕੀ ਕਦਮ ਚੁੱਕੇਗੀ ਉਹਨੂੰ ਪਿੰਡ ਵਿੱਚ ਨਹੀਂ ਰਹਿ ਦਿੱਤਾ ਜਾਵੇਗਾ। ਪਰ ਉੱਥੇ ਕੀ ਹੋਇਆ ਕਿ ਪਿੰਡ ਦੀ ਪੰਚਾਇਤ ਜਿਹੜੀ ਸੀ ਉਹ ਭੱਜ ਗਈ ਵਿੱਚੋਂ, ਉਹਨਾਂ ਨੇ ਸਾਈਨ ਨਾ ਮਤੇ ਵਿੱਚ ਕੀਤੇ। ਕਿਉਂਕਿ ਜਦੋਂ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਵਾ, ਕਿਸੇ ਦੇ ਅੱਗ ਲੱਗੀ ਹੋਵੇ ਤੇ ਅਸੀਂ ਹੱਸਦੇ ਆ, ਜਦੋਂ ਫਿਰ ਆਪਣੇ ਘਰ ਲੱਗਦੀ ਆ ਪਤਾ ਉਦੋਂ ਲੱਗਦਾ। ਪਰ ਸਾਡੇ ਸੁਭਾਅ ਤਾਂ ਕਿੱਦਾਂ ਦੇ ਹੋਣੇ ਚਾਹੀਦੇ ਆ, ਜਿਹੜੀ ਚੁੰਝ ਭਰ ਕੇ ਪਾਣੀ ਦੀ ਕਿਸੇ ਦੇ ਘਰ ਅੱਗ ਬੁਝਾਉਣ ਜਾ ਰਹੀ ਹੈ ਤੇ ਕਿਸੇ ਨੇ ਪੁੱਛਿਆ ਕਿ ਇਹ ਤੇਰੀ ਇੱਕ ਬੂੰਦ ਦੇ ਨਾਲ ਜਿਹੜੀ ਕੋਈ ਚੁੰਝ ਭਰੀ ਹੈ ਇਹਦਾ ਅੱਗ ਬੁਝ ਜਾਵੇਗੀ, ਉਹਦੇ ਬੁਝੇ ਨਾ ਬੁਝੇ, ਮੇਰਾ ਫਰਜ਼ ਹੈ ਕਿ ਅੱਗ ਬੁਝਾਉਣਾ। ਪਰ ਮੇਰੀ ਬੇਨਤੀ ਹੈ, ਜਿਹੜੀਆਂ ਪੰਜਾਬ ਵਿੱਚ ਕੀ ਬਾਹਰਲੇ ਦੇਸ਼ਾਂ 'ਚ ਵੀ ਮਾਪਿਆਂ ਨੇ ਲੱਖਾਂ ਰੁਪਏ ਲਾ ਕੇ ਉਹਨਾਂ ਨੂੰ ਭੇਜਿਆ ਹੈ, ਮੀਡੀਆ ਰਾਹੀਂ ਮੈਂ ਉਹਨਾਂ ਨੂੰ ਆ ਜਿਹੜਾ ਚੈਨਲ ਆ, ਮੈਂ ਇਹਨਾਂ ਦਾ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਹੈ। ਮੈਂ ਨਹੀਂ ਪਹੁੰਚਾ ਸਕਦਾ ਘਰ ਬਹਿ ਕੇ, ਏਦਾਂ ਪਹੁੰਚ ਰਹੀ ਹੈ। ਮੈਂ ਉਹਨਾਂ ਧੀਆਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਮਾਪੇ ਪਹਿਲਾਂ ਕੁੱਖ ਵਿੱਚ ਮਾਰਿਆ ਜਾਂਦਾ ਸੀ, ਮਾਰਦੇ ਸਨ ਲੋਕ, ਫਿਰ ਪੰਜਾਬ ਸਰਕਾਰ ਨੇ ਵੀ ਚੰਗਾ ਕਦਮ ਚੁੱਕਿਆ, ਲੋਕਾਂ ਨੇ ਵੀ ਸਾਥ ਦਿੱਤਾ ਤੇ ਉਹ ਬਚਾਅ ਹੋਇਆ ਹੈ। ਬਲਬੀਰ ਜੀ ਮੈਂ ਸਿੱਧਾ ਸਵਾਲ ਤੁਹਾਨੂੰ ਪੁੱਛੂੰਗਾ, ਜਿਹੜੇ ਪਿੰਡ ਦੀ ਤੁਸੀਂ ਗੱਲ ਕੀਤੀ ਹੈ, ਕਿਉਂਕਿ ਮੈਂ ਅੱਗੇ ਵਧਣਾ, ਜਿਹੜੀ ਤੁਸੀਂ ਪਿੰਡ ਦੀ ਗੱਲ ਕਰੋ, ਤੁਹਾਡੇ ਪਿੰਡ 'ਚ 15 17 20 ਦੇ ਕਰੀਬ ਐਸੇ ਕੇਸ ਆ ਗਏ, ਪਿੰਡ ਦੀ ਕੁੜੀ ਨੇ ਪਿੰਡ ਦੇ ਵਿੱਚ ਹੀ ਵਿਆਹ ਕਰ ਲਿਆ, ਉੱਥੇ ਹੀ ਵਸ ਗਈ, ਤੇ ਉਹਦੇ ਨਾਲ ਕੀ ਹੋ ਗਿਆ ਸਰ? ਫਿਰ ਕੀ ਪ੍ਰੋਬਲਮ ਆ ਗਈ ਸਰ? ਮੈਂ ਘੱਟੋ ਘੱਟ ਪੁੱਛੂੰਗਾ, ਸਿੱਧਾ ਜਵਾਬ ਦਿਓ। ਜਿਹੜੀ ਪਿੰਡ ਮੈਡਮ ਆਉਂਗਾ ਪਲੀਜ਼, ਮੈਡਮ ਗਿੱਲ ਮੈਂ ਆਉਂਗਾ। ਮਾਂ ਪਿਓ ਜਿਹੜੇ ਕਿ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਦੀ ਧੀ ਨੇ ਕਰਵਾਇਆ ਹੈ, ਜਿਨ੍ਹਾਂ ਦੀ ਧੀ ਨੇ ਇਹ ਕਦਮ ਚੁੱਕਿਆ ਵਾ, ਉਹਨੂੰ ਪੁੱਛ ਕੇ ਵੇਖੋ ਨਾ ਕੀ ਬੀਤਣ ਦਈ ਆ, ਕੀ ਬੀਤ ਰਹੀ ਸਰ? ਉਹੀ ਤੁਹਾਡੇ ਤੋਂ ਜਾਣਨਾ ਚਾਹ ਰਹੇ ਨਾ, ਕੀ ਬੀਤ ਰਹੀ ਹੈ, ਕੀ ਪ੍ਰੋਬਲਮ ਹੋ ਗਈ ਸਰ? ਉਹੀ ਤਾਂ ਜਾਣਨਾ ਚਾਹ ਰਹੇ ਹਾਂ। ਪ੍ਰੋਬਲਮ ਇਹ ਹੋ ਗਈ ਆ ਉਹਨਾਂ ਨੂੰ ਕਿ ਉਹ ਮੂੰਹ ਨਹੀਂ ਦੇ ਗੱਲ ਨਹੀਂ ਕਰ ਸਕਦੇ ਕਿਸੇ ਪੰਚਾਇਤ ਭਰੀ ਪੰਚਾਇਤ ਦੇ ਵਿੱਚ ਜਾ ਕੇ ਕਿ ਵੇਖੋ ਪਿੰਡ ਦੇ ਵਿੱਚ ਮੈਂ ਤੇ ਉਹ ਧੀ ਨੂੰ। ਮੈਡਮ ਗਿੱਲ ਜੀ ਪਲੀਜ਼, ਮੈਂ ਆਉਂਗਾ ਇੱਕ ਵਾਰ, ਪਰ ਸਮਝ ਲਿਓ ਨਾ ਤਾਂ ਪੂਰਾ ਨਾ ਮਾਮਲਾ, ਫਿਰ ਤੁਹਾਡੇ ਕੋਲ ਹੀ ਆਣਾ ਮੈਂ ਸਾਰਿਆਂ ਕੋਲੋਂ। ਪਲੀਜ਼ ਅਲਾਓ ਮੀ। ਹਾਂਜੀ ਦੱਸੋ ਸਰ, ਕਿਉਂ ਪਿੰਡ ਦੀ ਪੰਚਾਇਤ ਵਿੱਚ ਮੂੰਹ ਨਹੀਂ ਦਿਖਾ ਸਕਦੇ, ਬਹਿ ਨਹੀਂ ਸਕਦੇ, ਅਜਿਹਾ ਕੀ ਹੋ ਗਿਆ ਸਰ? ਇਹ ਵੇਖੋ ਵਿਆਹ ਕੀਤੇ ਜਾਂਦੇ ਸਨ, ਮਾਪੇ ਵਿਆਹ ਕਰਦੇ ਆ, ਪਹਿਲਾਂ ਤੋਂ ਕਰਦੇ ਆ ਰਹੇ ਨੇ, ਕਰਦੇ ਆ ਰਹੇ ਨੇ ਕਿ ਬੱਚੀ ਜਦੋਂ ਵਿਆਹੁੰਦੇ ਨੇ ਦਾਜ ਦਿੰਦੇ ਨੇ ਘਰੋਂ ਬੜੇ ਚਾਵਾਂ ਦੇ ਨਾਲ। ਜਦੋਂ ਬੱਚੇ ਦੇ ਘਰ ਕੋਈ ਬੱਚਾ ਜਨਮ ਲੈਂਦਾ ਵਾ, ਬੱਚੀ ਦੇ ਘਰ ਕੋਈ ਬੱਚਾ ਜਨਮ ਲੈਂਦਾ, ਭਰਾ ਜਾਂਦਾ ਰੱਖੜੀ ਤੇ ਜਾਵੇਗਾ, ਲੋਹੜੀ ਤੇ ਜਾਵੇਗਾ, ਕੋਈ ਤਿਉਹਾਰ ਆਵੇਗਾ ਜਾਵੇਗਾ, ਏਦਾਂ ਦੇ ਬਿਲਕੁਲ ਨਾ ਜਾਂਦੇ ਨੇ। ਇਹਦੇ ਜਿਹੜੇ ਕਦਮ ਚੁੱਕਦੇ ਨੇ, ਕੁਝ ਕੋਟਾਂ ਨੇ ਇੰਨੀ ਖੁੱਲ ਦੇ ਦਿੱਤੀ ਹੈ ਜਿਹਦੇ ਕਰਕੇ ਕਤਲ ਜਿਹੜੀ ਗੱਲ ਹੋਇਆ, ਕੱਲਾ ਸਾਡੇ ਪਿੰਡ ਵਿੱਚ ਕਤਲ ਨਹੀਂ ਹੋਇਆ, ਇਸ ਅਣਖ ਦੀ ਖਾਤਰ ਕਈਆਂ ਥਾਵਾਂ ਤੇ ਕਤਲ ਹੋ ਗਿਆ। ਆ ਥੋੜੇ ਦਿਨ ਪਹਿਲਾਂ ਇੱਕ ਮੋਗੂਪੁਰੇ ਦੇ ਵਿੱਚੋਂ ਮੁੰਡੇ ਨੇ ਜੰਡਿਆਲੇ ਗੁਰੂ ਦੇ ਉਹਦੇ ਲੜਕੀ ਦੇ ਭਰਾ ਨੇ ਉਹਨੂੰ ਗੋਲੀ ਮਾਰੀ। ਹੁਣ ਇੱਕ ਗੋਲੀ ਮਾਰੀ, ਉਹ ਬਚ ਗਿਆ ਜੋ ਜ਼ਖਮੀ ਹੋ ਗਿਆ, ਨਹੀਂ ਤਾਂ ਉਹ ਵੀ ਮਰ ਜਾਣਾ ਸੀ, ਜਿਹਨੇ ਗੋਲੀ ਮਾਰੀ ਤੇ ਉਹ ਵੀ ਮਰ ਜਾਣਾ, ਘਰ ਉੱਜੜ ਜਾਣੇ, ਦੋਨੋਂ ਘਰ ਉੱਜੜ ਜਾਣੇ। ਇਸ ਕਰਕੇ ਜਿਹੜਾ ਤੇ ਪਰਿਵਾਰ ਕੋਈ ਸਹਿਮਤੀ ਪ੍ਰਗਟਾਉਂਦਾ ਹੈ ਕਿ ਚਲੋ ਮੁੰਡਾ ਕਾਰੋਬਾਰ ਕਰਦਾ ਹੈ, ਲੜਕੀ ਦੇ ਮੁੰਡਾ ਨਸ਼ਾ ਕਰ ਦਈਏ, ਮਾਪੇ ਜੇਕਰ ਸਹਿਮਤੀ ਪ੍ਰਗਟਾ ਦਿੰਦੇ ਤੇ ਕਰ ਦੇਣਾ ਚਾਹੀਦਾ ਹੈ, ਪਰ ਪਿੰਡ ਵਿੱਚ ਨਹੀਂ। ਪਿੰਡ 'ਚ ਕੀ ਹੋਇਆ ਸਰ? ਇਹੀ ਤਾਂ ਜਾਣਨਾ ਅੱਜ, ਇਹੀ ਤਾਂ ਜਾਣਨਾ ਹੈ ਸਰ। 76 ਸਾਲ ਹੋ ਗਏ ਆਪਾਂ ਨੂੰ ਆਜ਼ਾਦ ਹੋਏ ਨੂੰ, ਤਾਂ ਪਿੰਡ ਦੇ ਵਿੱਚ ਹੀ ਵਿਆਹ ਹੋ ਗਿਆ ਤੇ ਕੀ ਹੋ ਗਿਆ? ਪਿਓ ਕੀ ਆਪਣੀ ਸ਼ਕਲ ਨਹੀਂ ਦਿਖਾ ਸਕਦਾ, ਭਰੀ ਪੰਚਾਇਤ ਦੇ ਵਿੱਚ ਜਾ ਕੇ ਗੱਲ ਨਹੀਂ ਕਰ ਸਕਦਾ, ਨੀਵੀਂ ਪਾ ਕੇ ਚੱਲ ਰਿਹਾ, ਕੀ ਹੋ ਗਿਆ? ਗੱਲ ਕੀ ਹੈ? ਸਾਡੇ ਪਿੰਡ ਦੇ ਵਿੱਚ ਕਈ ਘਰ ਜਿਹੜੇ ਲੜਕੀ ਦੇ ਮਾਪੇ ਪਿੰਡ ਛੱਡ ਕੇ ਬਾਹਰ ਚੱਲ ਕੇ ਕਿਰਾਏ ਤੇ ਰਹਿੰਦੇ ਆ, ਲੋ ਇੰਨੀ ਸ਼ਰਮ ਮਹਿਸੂਸ ਕਰਦੇ ਆ ਸਰ। ਹੁਣ ਮੈਨੂੰ ਜਵਾਬ ਲੈ ਲੈਣ ਦਿਓ, ਇੱਕ ਵਾਰ ਜਵਾਬ ਲੈ ਕੇ ਆਣ ਦਿਓ। ਮੈਡਮ ਗਿੱਲ ਤੁਹਾਡੇ ਕੋਲ ਹੀ ਆ ਰਿਹਾ, ਤੁਸੀਂ ਦੱਸੋ। ਠੀਕ ਹੈ, ਪਿੰਡ ਮੁੱਛਲ ਇਹਨਾਂ ਦਾ ਪੁੱਛ ਰਹੇ ਹੋ? ਹਾਂਜੀ ਮੈਡਮ ਤੁਸੀਂ ਦੱਸੋ ਕੀ ਕਹਿਣਾ ਚਾਹ ਰਹੇ ਹੋ? ਮੈਮ ਇੱਕ ਕਰਕੇ ਸਾਰੇ ਕੋਲ ਜਾ ਰਹੇ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਇੰਨੀਆਂ ਗੱਲਾਂ ਟੋਲਰੇਟ ਹੋ ਨਹੀਂ ਰਹੀਆਂ। ਇਹ ਕਹਿ ਰਹੇ ਆ ਧੀ ਦਾ ਪਿਓ ਜਿਹੜਾ ਹੈਗਾ ਆ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਿਹਾ। ਇਹਨਾਂ ਦੇ ਪਿੰਡ ਦੇ ਵਿੱਚ ਧੀਆਂ ਰਹਿ ਰਹੀਆਂ ਸੀਗੀਆਂ ਤਾਂ ਇਹਨਾਂ ਨੇ ਉਹ ਪਿੰਡ ਵਾਲੇ ਮੁੰਡੇ ਦੇ ਘਰ ਵਾਲਿਆਂ ਨੂੰ ਕਿਉਂ ਨਹੀਂ ਕਿਹਾ? ਉਹਨਾਂ ਨੂੰ ਕਿਉਂ ਨਹੀਂ? ਜੇ ਏਡੀ ਹੋਈ ਗੱਲ ਸੀਗੀ, ਏਡੀ ਇੱਜ਼ਤ ਦੀ ਗੱਲ ਆ, ਉਹਨੂੰ ਸਮਾਜ ਦੇ ਵਿੱਚੋਂ ਛੇਕ ਦਿੰਦੇ।
ਉਹਨਾਂ ਨੂੰ ਕਹਿੰਦੇ ਜਿਹੜੇ ਆਪਣੇ ਪਿੰਡ ਦੀਆਂ ਧੀਆਂ ਵਿਆਹ ਕੇ ਘਰੇ ਲਿਆਉਣਗੇ ਉਹਨਾਂ ਨੂੰ ਪਿੰਡ 'ਚ ਨਹੀਂ ਰਹਿਣ ਦੇਣਾ। ਮੈਂ ਵੈਸੇ ਗੱਲ ਕਰ ਰਹੀ ਹਾਂ। ਠੀਕ। ਹਰ ਚੀਜ਼ ਹਰੇਕ ਚੀਜ਼ ਦਾ ਤੁਸੀਂ ਧੀਆਂ ਦੇ ਉੱਤੇ ਹੀ ਕਿਵੇਂ ਥੋਪ ਸਕਦੇ ਹੋ? ਠੀਕ ਹੈ ਮੈਡਮ ਪ੍ਰਿਆ ਜੀ, ਠੀਕ ਹੈ ਪ੍ਰਿਆ ਜੀ। ਬਿਲਕੁਲ ਜੀ, ਮੈਂ ਬਿਲਕੁਲ ਸਹਿਮਤ ਹਾਂ ਮੈਡਮ ਗਿੱਲ ਦੇ ਨਾਲ ਵੀ ਆਖਿਰ ਸਿਰਫ ਭੈਣ ਮੇਰੀ ਤੇਰਾ ਪਿੰਡ ਕਿਹੜਾ ਵਾ? ਆ ਰਹੇ ਸਰ, ਆ ਰਹੇ। ਹੁਣ ਇੱਕ ਵਾਰ ਜਵਾਬ ਲੈ ਲੈਣ ਦਿਓ, ਇੱਕ ਮਿੰਟ ਰੁਕੋ। ਤੁਸੀਂ ਆਪਣੇ ਪਿੰਡ ਦੀਆਂ ਗੱਲਾਂ ਕਰ ਰਹੇ ਹੋ, ਤੁਸੀਂ ਧੀਆਂ ਦੀਆਂ ਗੱਲਾਂ ਕਰ ਰਹੇ ਹੋ, ਫਿਰ ਹਰ ਸਵਾਲ ਧੀਆਂ ਦੇ ਉੱਪਰ ਹੀ, ਕਿਉਂਕਿ ਉਹਦੇ ਚ ਮੁੰਡੇ ਵਾਲੇ ਦੋਸ਼ੀ ਨਹੀਂ, ਕਿ ਉਹ ਮੁੰਡਾ ਦੋਸ਼ੀ ਨਹੀਂ, ਜਾਂ ਜਿੰਨੀਆਂ ਕੁੜੀਆਂ ਅੱਜ ਤੱਕ ਵਿਆਹ ਕੇ ਆਈਆਂ ਉਹ ਘਰਾਂ ਦੇ ਮੁੰਡੇ, ਉਹ ਘਰਾਂ ਦੇ ਪਰਿਵਾਰ, ਉਹ ਦੋਸ਼ੀ ਨਹੀਂ। ਤੁਸੀਂ ਅੱਜ ਵੀ ਉਹਨਾਂ ਨੂੰ ਆਪਣੇ ਘਰਾਂ 'ਚ, ਆਪਣੇ ਪਿੰਡ 'ਚ ਰੱਖਿਆ ਹੋਇਆ, ਉਹਨਾਂ ਨੂੰ ਸਜ਼ਾ ਕਿਉਂ ਨਾ ਦਿੱਤੀ ਗਈ? ਅੱਜ ਇਹ ਸਟੈਪ ਹੀ ਨਾ ਚੱਕਿਆ ਜਾਂਦਾ ਜੇ ਪਹਿਲਾਂ ਹੀ ਸਟੈਪ ਰੋਕ ਦਿੱਤਾ ਜਾਂਦਾ। ਮੈਡਮ ਸੋਲ ਜੀ, ਠੀਕ ਹੈ ਮੈਡਮ ਸੋਲ ਜੀ, ਮੈਂ ਇੱਕ ਵਾਰ ਪੁਆਇੰਟ ਲੈ ਕੇ ਆਣਾ ਸਾਰਿਆਂ ਦਾ ਪਲੀਜ਼। ਮੈਂ ਆਵਾਜ਼ ਨਹੀਂ ਆ ਰਹੀ ਜੀ। ਮੈਡਮ ਅਨਮਿਊਟ ਕਰੋਗੇ ਕਿਰਪਾ, ਮੈਂ ਨਾਟ ਗੈਟਿੰਗ ਅ ਵੌਇਸ। ਜੀ ਹਾਂਜੀ ਆ ਗਈ ਮੈਮ, ਦੱਸੋ ਮੈਮ। ਜੀ, ਜਿਵੇਂ ਇਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਪੰਚਾਇਤ ਦੇ ਵਿੱਚ ਇੱਕ ਮਤਾ ਪਾਇਆ ਗਿਆ ਕਿ ਅਗਰ ਕੋਈ ਪਿੰਡ ਦੀ ਕੁੜੀ ਇਦਾਂ ਕਰਦੀ ਤੇ ਉਹਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਏਗਾ, ਤਾਂ ਇਹ ਮਤਾ ਮੁੰਡਿਆਂ ਨੇ ਕਿਉਂ ਨਹੀਂ ਪਾਇਆ ਗਿਆ ਕਿ ਜੇਕਰ ਅਗਰ ਧੀਆਂ ਦੇ ਮੁੰਡਿਆਂ ਦਾ ਮਤਾ ਕੁੜੀ ਦੇ ਮੁੰਡੇ ਦਾ ਪਾਇਆ ਗਿਆ ਵਾ। ਨਵੀਰ ਜੀ, ਮਤਾ ਕੁੜੀ ਤੇ ਮੁੰਡੇ ਦਾ ਵੀ ਪਾਇਆ ਗਿਆ, ਪਰ ਉੱਥੇ ਪੰਚਾਇਤ ਭੱਜ ਗਈ ਆ। ਪੰਚਾਇਤ ਭੱਜ ਗਈ। ਬਲਬੀਰ ਜੀ ਰੁਕ ਜਾਓ, ਬਲਬੀਰ ਜੀ ਤੁਹਾਨੂੰ ਸਾਰੇ ਸੁਣ ਰਹੇ ਸੀਗੇ, ਇੱਕ ਵਾਰ ਇਹਨਾਂ ਨੂੰ ਸੁਣ ਲੈਣ ਦਿਓ ਪਲੀਜ਼ ਉਹਨਾਂ ਨੂੰ ਬੋਲਣ ਦਿਓ ਪਲੀਜ਼। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਹੜੀ ਸਦੀ 'ਚ ਰਹਿ ਰਹੇ ਹੋ। ਤੇ ਅੱਜ ਇੱਥੇ ਜੋ ਹੈ ਦਰਿੰਦਗੀ ਦਿਨ ਦਿਹਾੜੇ ਹੋਈ ਹੈ ਕਿ ਇੱਕ ਧੀ ਦਾ ਕਤਲ ਕਰਕੇ, ਬਜਾਏ ਕਿ ਉਹ 16 ਸਾਲ ਦਾ ਬੱਚਾ ਸੀ, ਨਾਬਾਲਿਗ ਸੀ, ਜੇਕਰ ਉਹਦੇ ਕੋਲੇ ਕੋਈ ਗਲਤੀ ਹੋਈ ਤੇ ਪੇਰੈਂਟਸ ਸਮਝਦੇ ਆ ਕਿ ਉਹਨੂੰ ਸਮਝਾਇਆ ਜਾ ਸਕਦਾ ਸੀ। ਉਸ ਮੁੰਡੇ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ ਸੇਮ ਇਦਾਂ ਹੀ ਜਿਸ ਦਿਨ ਉਹਨੂੰ 1 ਦਿਨ ਰੱਖਿਆ ਗਿਆ, 2 ਦਿਨ ਰੱਖਿਆ? ਔਰ ਦੂਸਰੀ ਗੱਲ ਇਹ ਹੈਗੀ ਕਿ ਦੇਖੋ ਕਿਤੇ ਨਾ ਕਿਤੇ ਅਸੀਂ ਉਸ ਧੀ ਨੂੰ ਦੋਸ਼ੀ ਠਹਿਰਾ ਰਹੇ ਹਾਂ। ਇਹ ਸਭ ਤੋਂ ਪਹਿਲੇ ਮੈਂ ਮੰਨਦੀ ਹਾਂ ਕਿ ਮਾਂ-ਬਾਪ ਜਿਹੜੇ ਉਹਨਾਂ ਦੀ ਪਰਵਰਿਸ਼ 'ਚ ਕਮੀ ਰਹਿੰਦੀ ਹੈ। ਜਦੋਂ ਅਸੀਂ ਬੱਚਿਆਂ ਨੂੰ ਗਰੋਨ ਅਪ ਕਰਦੇ ਹੋਈ ਹੈ, ਉਹਨਾਂ ਦੀ ਪਰਵਰਿਸ਼ 'ਚ ਕਮੀ ਹੁੰਦੀ ਹੈ। ਤੁਸੀਂ ਆਪਣੇ ਬੱਚਿਆਂ ਦੇ ਨਾਲ ਉਹ ਰਿਸ਼ਤਾ ਹੀ ਨਹੀਂ ਬਣਾ ਪਾਉਂਦੇ, ਪਿਆਰ ਵਾਲਾ, ਇੱਕ ਵਿਸ਼ਵਾਸ ਵਾਲਾ, ਤਾਂ ਕਿ ਤੁਹਾਡਾ ਬੱਚਾ ਤੁਹਾਨੂੰ ਸਹੀ ਤਰੀਕੇ ਨਾਲ ਦੱਸ ਸਕੇ ਕਿ ਮੇਰੇ ਮਨ ਦੀਆਂ ਭਾਵਨਾਵਾਂ ਕੀ ਹੈ। ਜਦ ਤੱਕ ਬੱਚਾ ਦੱਸੇਗਾ ਨਹੀਂ, ਤੁਸੀਂ ਉਹਨੂੰ ਗਲਤ ਰਸਤੇ ਤੇ ਜਾਣ ਤੋਂ ਰੋਕ ਨਹੀਂ ਸਕਦੇ, ਉਹਨੂੰ ਸਹੀ ਦਿਸ਼ਾ ਨਹੀਂ ਦਿਖਾ ਸਕਦੇ। ਠੀਕ ਹੈ, ਇਹ ਚੀਜ਼ਾਂ ਵੀ ਸਮਝਣ ਦੀ ਜ਼ਰੂਰਤ ਹੈ। ਜਾਂ ਕਿ ਸਿਰਫ ਇੱਕ ਧੀਆਂ ਨੂੰ ਤੁਸੀਂ ਦੋਸ਼ੀ ਠਹਿਰਾ ਕੇ ਪਿੰਡ ਚੋਂ ਕੱਢ ਦੇਣ ਦੀਆਂ ਗੱਲਾਂ ਕਰ ਰਹੇ ਹੋ। ਕਿਹੜੀ ਸਦੀ 'ਚ ਰਹਿ ਰਹੇ ਹੋ? ਠੀਕ ਹੈ ਮੈਮ। ਟੀਨਾ ਜੀ ਮੈਂ ਮਾਰ ਰਿਹਾ। ਤੁਸੀਂ ਤਾਂ ਹੁਣੇ ਗੁਰੂ ਜੀ ਦੀ ਗੱਲ ਕੀਤੀ ਸੀ ਤੇ ਗੁਰੂ ਮਹਾਰਾਜ ਜੀ ਤਾਂ ਕਹਿ ਗਏ ਕਿ ਸੋ ਕੋ ਮੰਦਾ ਆਖੀਏ ਜਿਸ ਜਮ ਮੇਰਾ ਜਾਣ, ਤੇ ਅੱਜ ਧੀਆਂ ਦੇ ਇਹ ਹਾਲਾਤ ਬਣਾ ਰਹੇ ਹੋ ਤੁਸੀਂ। ਹਰ ਜਗ੍ਹਾ ਧੀਆਂ ਦੋਸ਼ੀ ਨਹੀਂ ਹੈਗੀਆਂ। ਆਪਣੇ ਆਪ ਨੂੰ ਇਹ ਸਮਝਾਓ ਔਰ ਇਹ ਸਮਝਣ ਦੀ ਲੋੜ ਹੈ ਤੁਹਾਡੇ। ਠੀਕ ਹੈ ਮੈਮ, ਮੈਂ ਇੱਕ ਵਾਰ ਪੁਆਇੰਟ ਸਾਰਿਆਂ ਦਾ ਲੈ ਕੇ ਫਿਰ ਆਪਾਂ ਚੱਲਦੇ ਹਾਂ ਅੱਗੇ। ਟੀਨਾ ਮੈਮ, ਠੀਕ ਹੈ ਮੈਮ, ਲੈ ਕੇ ਆ ਰਹੇ ਪਲੀਜ਼। ਗੌਰਵ ਜੀ, ਸਾਰਿਆਂ ਦੀ ਮੈਂ ਗੱਲਾਂ ਸੁਣੀਆਂ। ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਅੱਜ ਵੀ ਅਸੀਂ 70-75 ਸਾਲਾਂ ਬਾਅਦ ਵੀ ਅੱਜ ਆਪਣੀ ਸੋਚ ਨਹੀਂ ਬਦਲ ਸਕੇ, ਚਾਹੇ ਸਾਡੀਆਂ ਧੀਆਂ ਦੇਸ਼ ਦੀਆਂ ਚੰਦਰਮਾ ਤੱਕ ਪਹੁੰਚ ਗਈਆਂ, ਪਰ ਫਿਰ ਵੀ ਅੱਜ ਸਾਡੀ ਸੋਚ ਪਿੰਡਾਂ ਦੇ ਵਿੱਚ ਉੱਥੇ ਦੀ ਉੱਥੇ ਜੜੀ ਹੋਈ ਹੈ। ਕਿਉਂ? ਕਿਉਂਕਿ ਇਹ ਗੱਲ ਸਭ ਤੋਂ ਪ੍ਰਾਇੋਰਟੀ ਤੇ ਜਿਹੜੀ ਗੱਲ ਆਉਂਦੀ ਹੈ, ਮਾਂ-ਬਾਪ ਦੀ ਪਰਵਰਿਸ਼, ਕਿ ਕਿਸ ਤਰ੍ਹਾਂ ਦੀ ਪਰਵਰਿਸ਼ ਕੀਤੀ ਗਈ ਹੈ। ਔਰ ਅੱਜ ਕੱਲ ਮਾਂ-ਬਾਪ ਆਪਣੇ ਬੱਚਿਆਂ ਨੂੰ ਇਨਵੈਸਟਮੈਂਟ ਦੇ ਤੌਰ ਤੇ ਸਮਝਦੇ ਨੇ ਕਿ ਅਸੀਂ ਬੱਚਿਆਂ ਤੇ ਇਨਵੈਸਟਮੈਂਟ ਕਰ ਰਹੇ ਹਾਂ, ਸਾਨੂੰ ਰਿਟਰਨ ਦੇ ਵਿੱਚ ਕੁਝ ਨਾ ਕੁਝ ਮਿਲਣਾ ਚਾਹੀਦਾ ਹੈ। ਅਗਰ ਨਹੀਂ ਮਿਲੇਗਾ ਤੇ ਅਸੀਂ ਉਹਦਾ ਜਾਨੋਂ ਮਾਰ ਦਿਆਂਗੇ, ਜਾਂ ਉਹਨੂੰ ਘਰੋਂ ਬੇਦਖਲ ਕਰ ਦਿਆਂਗੇ, ਜਾਂ ਕਰੋ ਇਸ ਤਰ੍ਹਾਂ ਦੀ ਜੋ ਡਿਸੀਜਨ ਉਹ ਪਰਸਨ ਲੈਣਾ ਚਾਹੁੰਦੇ ਨੇ ਉਹਦੇ ਵਿੱਚ ਅੜਚਨ ਬਣਨ ਦੀਆਂ ਕੋਸ਼ਿਸ਼ਾਂ ਕਰਾਂਗੇ। ਇਹ ਸਭ ਤੋਂ ਵੱਡਾ ਰੀਜ਼ਨ ਹੈਗਾ। ਅਸੀਂ ਇਨਵੈਸਟਮੈਂਟ ਦੇ ਤੌਰ ਤੇ ਆਪਣੇ ਬੱਚਿਆਂ ਨੂੰ ਦੇਖਦੇ ਹਾਂ। ਔਰ ਇਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਸੇਮ ਪਿੰਡ ਦੇ ਵਿੱਚ ਵਿਆਹ ਨਹੀਂ ਹੋ ਸਕਦਾ, ਤਿਉਹਾਰ ਦੇਣ ਜਾਣੇ ਹੁੰਦੇ ਆ। ਮੈਂ ਇਹਨਾਂ ਨੂੰ ਦੱਸਣਾ ਚਾਹਾਂਗੀ ਔਰ ਪੁੱਛਣਾ ਵੀ ਚਾਹਾਂਗੀ, ਜਿੰਨੇ ਵੀ ਅੱਜ ਤੱਕ ਪੂਰੇ ਦੇਸ਼ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ, ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿੰਨੇ ਵੀ ਅਰੇਂਜ ਮੈਰਿਜ ਹੋਈਆਂ, ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਕੇਸ ਅਰੇਂਜ ਮੈਰਿਜਸ ਦੇ ਵਿੱਚ ਦੇਖੇ ਗਏ ਨੇ, ਜਿੱਥੇ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਡਿਸਪਿਊਟ ਨੇ, ਕਿਉਂਕਿ ਮੈਂ ਖੁਦ ਉਹ ਕੇਸ ਹੈਂਡਲ ਕਰਦੀ ਹਾਂ। ਜਾਂ ਤੇ ਲੜਕੇ ਦੇ ਐਕਸਟਰਾ ਮੈਰਿਟਲ ਅਫੇਅਰਸ ਹੁੰਦੇ ਨੇ, ਜਾਂ ਲੜਕਾ ਨਸ਼ੇ ਦੇ ਵਿੱਚ ਨਿਕਲਦਾ, ਜਾਂ ਪੇਰੈਂਟਸ ਉਹਨਾਂ ਨੂੰ, ਉਹਨਾਂ ਦੇ ਮਾਂ-ਬਾਪ ਸਸੁਰਾਲ ਵਾਲੇ ਉਹਨਾਂ ਨੂੰ ਜੀਣ ਨਹੀਂ ਦਿੰਦੇ। ਕਿਉਂ? ਕਿਉਂਕਿ ਹਸਬੈਂਡ ਐਂਡ ਵਾਈਫ ਦੇ ਵਿੱਚ ਉਹ ਅਟੈਚਮੈਂਟ ਨਹੀਂ ਬਣ ਪਾਉਂਦੀ। ਔਰ ਅਗਰ ਲਵ ਮੈਰਿਜਸ ਹੁੰਦੀਆਂ, ਉਹਦੀ ਰੇਸ਼ੋ ਅਰੇਂਜ ਮੈਰਿਜ ਦੀ ਡਿਸਪਿਊਟ ਨਾਲੋਂ ਬਹੁਤ ਜ਼ਿਆਦਾ ਜਿਹੜੀ ਹੈ ਉਹ ਘੱਟ ਹੈਗੀ ਹੈ। ਕਿਉਂਕਿ ਇਹ ਅੱਜ ਤੁਸੀਂ ਦੱਸੋ, ਕਿਆ ਐਸੇ ਵਿਆਹ ਨਹੀਂ ਹੋਏ ਜਿੱਥੇ ਮਾਂ-ਬਾਪ ਨੇ ਵਿਆਹ ਕਰਾਇਆ ਹੋਏ ਤੇ ਉਹ ਤਲਾਕ ਨਾ ਹੋਇਆ ਹੋਏ? ਜਿੱਥੇ ਮਾਂ-ਬਾਪ ਨੇ ਵਿਆਹ ਕਰਾਇਆ ਹੋਏ, ਕੁੜੀ ਨੇ ਘਰ ਦੇ ਵਿੱਚ ਸੁਸਾਈਡ ਨਾ ਕੀਤੀ ਹੋਏ? ਜਿੱਥੇ ਮਾਂ-ਬਾਪ ਨੇ ਵਿਆਹ ਕਰਾਇਆ ਹੋਏ, ਉੱਥੇ ਦੀ ਕੁੜੀ ਜਿਹੜੀ ਉੱਥੇ ਰਹਿ ਰਹੀ ਹੈ, ਅੱਜ ਮਾਂ-ਬਾਪ ਉਹਨਾਂ ਦੇ ਸੱਸ ਸਹੁਰੇ ਵਾਲੇ ਆਪਣੇ ਪੇਕੇ ਨਾਲ ਉਹਨੂੰ ਛੱਡ ਕੇ ਗਏ ਹੋਣ, ਪੇਟ ਦੇ ਵਿੱਚ ਬੱਚਾ ਹੋਣ ਦੇ ਬਾਵਜੂਦ ਵੀ ਕਈ ਐਸੇ ਕੇਸਿਸ ਦੇਖੇ ਨੇ ਭਾਜੀ, ਜਿਨ੍ਹਾਂ ਨੂੰ ਉਹਨਾਂ ਦੇ ਪੇਕਿਆਂ ਦੇ ਘਰ ਦੇ ਬਾਹਰ ਨੰਗੇ ਪੈਰੀ ਔਰਤਾਂ ਨੂੰ ਛੱਡ ਕੇ ਗਏ ਆ। ਤੁਸੀਂ ਕੀ ਕਹਿ ਸਕਦੇ ਹੋ ਇਹਦੇ ਵਿੱਚ ਕਿ ਆਪਣਾ ਡਿਸੀਜਨ ਨਹੀਂ ਲੈਣਾ? ਪੇਟ ਦੇ ਵਿੱਚ ਬੱਚਾ ਹੁੰਦੇ ਹੋਏ ਵੀ ਸਸੁਰਾਲ ਛੱਡ ਕੇ ਗਏ। ਇੱਕ ਮਿੰਟ
ਅਸੀਂ ਇਸ ਤੇ ਡਿਸੀਜਨ ਨਹੀਂ ਦੇ ਸਕਦੇ ਕਿ ਕਿਹੜਾ ਵਿਆਹ ਜਿਹੜਾ ਹੈਗਾ ਸੈਟਲ ਹੋਏਗਾ, ਲਵ ਮੈਰਿਜ ਜਾਂ ਅਰੇਂਜ ਮੈਰਿਜ। ਇਸ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ, ਕੋਈ ਪ੍ਰੈਡਿਕਸ਼ਨ ਨਹੀਂ ਕਰ ਸਕਦੇ। ਬਟ ਦ ਕੁਐਸਚਨ ਇਜ਼ ਕਿ ਅੱਜ ਉਸ ਕੁੜੀ ਨਾਲ ਜੋ ਹੋਇਆ, ਅੱਜ ਪਿੰਡ ਵਾਲਿਆਂ ਨੂੰ ਉਸ ਕੁੜੀ ਦੇ ਪਰਿਵਾਰ ਵਾਲਿਆਂ ਦੇ ਨਾਲ ਉਹਦੇ ਅਗੇਂਸਟ ਖੜੇ ਹੋ ਕੇ ਉੱਥੇ ਮੁੰਡੇ ਵਾਲਿਆਂ ਨੂੰ ਵੀ ਉੱਥੇ ਖੜਾ ਕਰਨਾ ਚਾਹੀਦਾ ਸੀਗਾ ਕਿ ਇਹ ਘਟਨਾ ਵਾਪਰੀ ਕਿਉਂ, ਕਿਉਂਕਿ ਕੁੜੀ ਨਾਬਾਲਿਗ ਸੀਗੀ। ਕੁੜੀ ਨਾਲ ਜੋ ਹੋਇਆ ਕੋਈ ਬਹੁਤੀ ਵੱਡੀ ਬਹਾਦਰੀ ਨਹੀਂ ਤੁਸੀਂ ਕਰਕੇ ਦੱਸ ਦਿੱਤੀ ਪਿੰਡ ਵਾਲਿਆਂ ਨੇ ਕਿ ਹੋਰ ਕੁੜੀ ਕੋਈ ਏਦਾਂ ਦੀ ਕਰੇਗੀ। ਇਨਫੈਕਟ ਕੁੜੀਆਂ ਹੋਰ ਇਸ ਵਿੱਚ ਇਨਵੋਲਵ ਹੋ ਕੇ ਮਾਂ-ਬਾਪ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਬਦਲਾ ਲੈਣ ਦੀਆਂ ਕੋਸ਼ਿਸ਼ਾਂ ਕਰਨਗੀਆਂ, ਕਿਉਂਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਹਰ ਕੋਈ ਸੋਸ਼ਲ ਮੀਡੀਆ 'ਚ ਇੰਨਾ ਐਕਟਿਵ ਹੋ ਚੁੱਕਿਆ, ਹਰ ਨਿਊਜ਼ ਸਾਹਮਣੇ ਖਬਰ 'ਚ ਆ ਰਹੀ ਹੈ। ਲੜਕੀਆਂ ਪੂਰੀਆਂ ਅੰਡਰ ਜਿਹੜੀਆਂ 18 ਹੈਗੀਆਂ, ਐਵਰੀਥਿੰਗ ਦੇ ਨੋ ਕਿ ਘਰ ਪਰਿਵਾਰ ਕਿਸ ਤਰ੍ਹਾਂ ਚੱਲਦਾ, ਕਿਸ ਤਰ੍ਹਾਂ ਨਹੀਂ ਚੱਲਦਾ। ਔਰ ਜੋ ਘਰ ਦੇ ਹਾਲਾਤ ਹੁੰਦੇ ਨੇ ਉਸ ਤੋਂ ਬਚਣ ਵਾਸਤੇ ਸ਼ਾਇਦ ਮਾਂ-ਬਾਪ ਦੇ ਵਿੱਚ ਜੇ ਬਣਦੀ ਨਾ ਹੋਵੇ ਤੇ ਲੜਕੀ ਡਰਦੀ ਹੈ ਕਿ ਕਿਤੇ ਮੇਰਾ ਵੀ ਰਿਸ਼ਤਾ ਐਸਾ ਜਗ੍ਹਾ ਨਾ ਹੋ ਜਾਏ ਕਿ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਘਰ ਵਾਲਾ ਵੀ ਮੈਨੂੰ ਕੁੱਟੇ, ਨਸ਼ਾ ਕਰਕੇ, ਸ਼ਰਾਬ ਪੀ ਕੇ ਮੇਰੇ ਨਾਲ ਬੁਰਾ ਵਿਹਾਰ ਕਰੇ, ਬੱਚੇ ਮੇਰੇ ਵਿਗੜਨ। ਸੋ ਉਹ ਇਸ ਲਈ ਡਿਸੀਜਨ ਲੈਣਾ ਚਾਹੁੰਦੀ ਹੈ ਕਿ ਮੈਂ ਆਪਣੇ ਡਿਸੀਜਨ ਖੁਦ ਲਵਾਂਗੀ, ਲੇਕਿਨ ਇਹਦੇ ਵਿੱਚ ਪੇਰੈਂਟਸ ਨੂੰ ਤਾਂ ਸਾਥ ਦੇਣਾ ਚਾਹੀਦਾ ਕਿ ਅਗਰ ਬੱਚਾ ਖੁਦ ਡਿਸੀਜਨ ਲੈਣਾ ਚਾਹੁੰਦਾ, ਇਹ 'ਚ ਕੋਈ ਜ਼ਬਰਦਸਤੀ ਨਹੀਂ ਹੈ। ਅਗਰ ਪੇਰੈਂਟਸ ਉਹਨਾਂ ਦਾ ਬੱਚਿਆਂ ਦਾ ਵਿਆਹ ਬੱਚੇ ਉਹਨਾਂ ਦੇ ਹਿਸਾਬ ਨਾਲ ਕਰਵਾਉਣਾ ਚਾਹੁੰਦੇ ਕਰਵਾਉਣ। ਅਗਰ ਬੱਚਾ, ਲੇਡੀ, ਕੁੜੀ ਜਾਂ ਲੜਕਾ, ਮੁੰਡਾ ਆਪਣਾ ਡਿਸੀਜਨ ਖੁਦ ਲੈਣਾ ਚਾਹੁੰਦੇ ਆ ਤੇ ਪੇਰੈਂਟਸ ਦੀ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਭਗਵਾਨ ਨਾ ਕਰੇ ਉਹਨਾਂ ਨਾਲ ਕੁਝ ਗਲਤ ਹੁੰਦਾ ਤੇ ਮਾਂ-ਬਾਪ ਤੇ ਸਾਫ਼ ਕਹਿ ਸਕਦੇ ਨੇ ਕਿ ਇਹ ਡਿਸੀਜਨ ਤੁਹਾਡਾ, ਇਹ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਪਸ ਦੇ ਵਿੱਚ ਕਿੱਦਾਂ ਸੈਟਲਮੈਂਟ ਕਰੋ। ਬਲਵੀਰ ਜੀ ਅਸੀਂ ਇਹਦੇ ਵਿੱਚ ਪੈਣਾ ਹੀ ਨਹੀਂ। ਠੀਕ ਹੈ ਬਲਵੀਰ ਜੀ ਮੈਂ ਆ ਰਿਹਾ ਪਲੀਜ਼। ਬਲਵੀਰ ਜੀ ਸਰ, ਇਹ ਮੁੰਡਿਆਂ ਲਈ ਨਹੀਂ ਸੀਗਾ ਕਿ ਕੁੜੀਆਂ ਲਈ ਸੀਗਾ ਪਿੰਡ ਦੇ ਵਿੱਚ? ਮੈਂ ਕਿ ਜਿਹੜਾ ਅਤਿਆਚਾਰ ਹੋਣਾ ਹੈ ਉਹ ਪਿੰਡ ਦੀ ਕੁੜੀਆਂ ਤੇ ਹੀ ਹੋਣਾ ਹੈ ਤੇ ਕੁੜੀਆਂ ਦੇ ਪਿਓ ਨੂੰ, ਉਹਨਾਂ ਦੇ ਪਰਿਵਾਰ ਨੂੰ ਹੀ ਨੀਵੀਂ ਪਾ ਕੇ ਜਾਣਾ ਪੈਣਾ ਹੈ। ਪੰਚਾਇਤ ਦੇ ਵਿੱਚ ਜਿਹੜਾ ਹੈਗਾ ਨਮੋਸ਼ੀ ਜਿਹੜੀ ਹੈ ਉਹਨਾਂ ਨੂੰ ਉੱਥੇ ਝੱਲਣੀ ਪੈਣੀ ਹੈ। ਤੇ ਜਿਹੜੇ ਮੁੰਡੇ ਵਾਲੇ ਆ ਸਰ, ਦੋਨੋਂ ਸਾਈਡ ਬਰਾਬਰ ਨਹੀਂ ਸੀਗਾ ਸਰ? ਕਿ ਇੱਥੇ ਵਿਤਕਰਾ ਨਹੀਂ ਤੁਹਾਨੂੰ ਦਿਖਾਈ ਦੇ ਰਿਹਾ? ਧੀ ਘਰੋਂ ਜਦੋਂ ਤੋੜ ਦੇਈਦੀ ਆ, ਹਾਂਜੀ, ਤੇ ਦੱਸਾਂ ਦਾਜ ਤੋਂ ਕਹਿੰਦੇ ਕਿ ਜਿਹਨੂੰ ਧੀ ਦੇਤੀ ਆ ਤੇ ਮਗਰ ਰਹਿ ਕੀ ਗਿਆ। ਹਮੇਸ਼ਾ ਧੀਆਂ ਵਾਲਿਆਂ ਦਾ ਸਿਰ ਨੀਵਾ ਹੁੰਦਾ ਵਾ। ਠੀਕ ਹੈ, ਜਦੋਂ ਵਿਆਹ ਵੀ ਕਰ ਦਈਏ ਆੜੀ ਧੀਆਂ ਵਾਲਿਆਂ ਦਾ ਸਿਰ ਹਮੇਸ਼ਾ ਨੀਵਾ ਹੁੰਦਾ। ਇਹਨਾਂ ਨੂੰ ਪੁੱਛਿਓ ਮਾੜਾ ਜਿਹਾ ਵੀ ਧੀਆਂ ਜਿਹੜਾ ਦਾ ਸਿਰ ਤੁਸੀਂ ਨੀਵਾਂ ਕਹਿ ਰਹੇ ਜੇ, ਮੈਂ ਬਿਲਕੁਲ ਜਿਹੜਾ ਮੋਟਰਸਾਈਕਲ ਦੇ ਮੈਂ ਆ ਰਿਹਾ ਜਿੰਨਾ ਜੀ ਆ ਰਿਹਾ, ਜਿਵੇਂ ਸੁਣ ਤਾਂ ਲੋ ਪਹਿਲੇ ਇੱਕ ਵਾਰ ਸੁਣ ਲਈਏ, ਜਿੰਨਾ ਜੀ ਇੱਕ ਵਾਰ ਸੁਣ ਲਈਏ। ਤੁਸੀਂ ਹੁਣ ਮੈਡਮ ਗਿਲ ਜੀ ਜਿਹੜੀਆਂ ਪਲੀਜ਼ ਦੋ ਭੈਣਾਂ, ਤਿੰਨ ਭੈਣਾਂ ਫੋਨ ਲੱਗੀਆਂ ਵਾ ਚੈਨਲ ਤੇ, ਮੇਰੀ ਬੇਨਤੀ ਸੁਣ ਲਿਓ। ਸੁਣ ਕੇ ਤੁਸੀਂ ਜਵਾਬ ਦੇਣਾ। ਸ਼ਾਇਦ ਦੇਣੀ ਆ ਕਿ ਲੜਕੀਓ ਤੁਹਾਨੂੰ ਫੁੱਲ ਵਾ ਪੂਰੀ, ਮਾਪਿਆਂ ਤੋਂ ਬਗੈਰ ਤੁਸੀਂ ਆਪਣਾ ਡਿਸੀਜਨ ਲੈ ਲਓ। ਆ ਜਿਨ੍ਹਾਂ ਨੇ ਆਪਣੇ ਮਾਪਿਆਂ ਤੋਂ ਬਗੈਰ ਡਿਸੀਜਨ ਲਓ, ਮਾਪਿਆਂ ਦੀ ਸਹਿਮਤੀ ਤੇ ਡਿਸੀਜਨ ਲਓ, ਮਾਪਿਆਂ ਦੀ ਸਹਿਮਤੀ ਨਾਲ ਡਿਸੀਜਨ ਲਿਆ ਜਾ ਸਕਦਾ। ਮੈਡਮ ਗਿਲ ਪਲੀਜ਼, ਟੀਨਾ ਜੀ ਅਗਰ ਸੁਣ ਲਈਏ, ਤੁਸੀਂ ਜਵਾਬ ਦੇਣਾ ਆਪਣੇ ਟਾਈਮ ਤੇ ਦੇਣਾ, ਫਿਰ ਸਮਝ ਨਹੀਂ ਪਏਗੀ। ਇਹਨਾਂ ਦਾ ਕਨਸੈਪਟ ਸਮਝ ਲਈਏ, ਕਹਿ ਕੀ ਰਹੇ ਆ ਕਿ ਪਿੰਡ ਦੀ ਭਾਵਨਾ ਹੈ, ਕਿ ਪਿੰਡ ਦੇ ਲੋਕ ਕੀ ਕਰਨਾ ਚਾਹ ਰਹੇ, ਇੱਕ ਵਾਰ ਸਮਝ ਲਈਏ। ਸੁਣ ਲਿਓ। ਹਾਂ ਦੱਸੋ ਸਰ। ਕੱਲ ਲੜਕੀ ਨੇ ਮੋਬਾਈਲ ਚੁੱਕ ਕੇ ਸੁਮਨਦੀਪ ਨੇ ਖੜਿਆ ਵਾ। ਸੁਮਨਦੀਪ ਨੇ ਮੋਬਾਈਲ ਕੀ ਕੀਤਾ ਕਿ ਪਹਿਲਾਂ 2 ਮੋਬਾਈਲ ਲੜਕੀ ਦੇ ਕੋਲੋਂ ਫੜੇ ਗਏ। ਠੀਕ ਹੈ, ਜਦੋਂ ਲੜਕੀ ਗਈ ਆ, ਪਿਓ ਨੇ ਸਮਝਾਇਆ ਉਹਨੂੰ ਕਿ ਪੁੱਤ ਇਹੋ ਜਿਹੇ ਕਦਮ ਨਾ ਚੁੱਕ। ਮੁੜ ਕੇ ਜਦੋਂ ਇਹ ਸੌਂ ਗਏ ਆ, ਫਿਰ ਲੜਕੀ ਗਵਾਂਢੀਆਂ ਦਾ ਮੋਬਾਈਲ ਚੁੱਕ ਕੇ ਲੈ ਕੇ ਗਈ ਆ, ਕਿਉਂਕਿ ਫਿਰ ਭੱਜ ਕੇ ਗਈ ਆ। ਫਿਰ ਮੁੜ ਕੇ ਪਿਓ ਨੇ ਜਦੋਂ ਸਿਰੋਂ ਪਾਣੀ ਲੰਘਿਆ ਵਾ, ਕੋਈ ਐਵੇਂ ਨਹੀਂ ਗੱਲਾਂ ਕਰੀ ਜਾਂਦੀਆਂ, ਆਪਾਂ ਧੀਆਂ ਨੂੰ ਸਮਝਾਈਏ ਕਿ ਧੀਓ ਇਹੋ ਜਿਹਾ ਨਾ ਪੰਜਾਬ ਦੀ ਬਦਨਾਮੀ ਹੁੰਦੀ ਆ। ਮੈਂ ਉਹ ਨਹੀਂ ਹੈਗਾ ਕਿ ਮੈਂ ਕਹਿੰਦਾ ਕਿ ਮੇਰੇ ਬਦਨਾਮੀ ਹੋ ਰਹੀ ਆ। ਆਪਾਂ ਉਹ ਧੀਆਂ ਨੂੰ ਸਮਝਾਈਏ, ਧੀਓ ਇਹੋ ਜਿਹਾ ਕਦਮ ਨਾ ਚੁੱਕਿਓ ਜਿਹਦੇ ਨਾਲ ਪਿਓ ਵੀ ਜੇਲ੍ਹ 'ਚ ਚਲ ਗਿਆ ਵਾ। ਧੀ, ਮੈਂ ਤੇ ਇਹੋ ਗੱਲਾਂ ਕਰ ਰਿਹਾ, ਮੈਂ ਤਰਲੇ ਪਾ ਰਿਹਾ ਵਾਂ, ਹੁਣ ਵੀ ਤਰਲੇ ਪਾ ਰਿਹਾ ਵਾਂ ਕਿ ਧੀਓ ਇਹੋ ਜਿਹਾ ਕਦਮ ਨਾ ਚੁੱਕੋ ਜਿਹਦੇ ਨਾਲ ਪਿੰਡ ਦੀ ਵੀ ਬਦਨਾਮੀ। ਠੀਕ ਹੈ ਸਮਾਜ ਦੀ ਵੀ ਬਦਨਾਮੀ। ਸਰ ਹੁਣ ਜਵਾਬ ਲੈ ਲੈਣ ਦਿਓ, ਬਦਨਾਮੀ ਹੁੰਦੀ ਹੈ। ਤੁਹਾਡੀ ਗੱਲ ਨੂੰ ਸਮਝ ਲਈਏ ਚੰਗੀ ਤਰ੍ਹਾਂ। ਇਹ ਹੈਗਾ ਕਿ ਮੈਂ ਚੈਨਲ ਤੇ ਬੋਲ ਕੇ ਮੈਨੂੰ ਬਲਵੀਰ ਜੀ ਹੁਣ ਥੋੜਾ ਸਮਝ ਲੈਣ ਦਿਓ, ਸਾਰਿਆਂ ਦੇ ਪੁਆਇੰਟ ਲੈ ਲੈਣ ਦਿਓ ਸਰ। ਠੀਕ ਹੈ, ਆਪਣੀ ਮਰਜ਼ੀ ਨਾਲ। ਬਲਵੀਰ ਜੀ ਹੁਣ ਇੱਕ ਮਿੰਟ ਸ਼ਾਂਤ ਰਹਿਣਾ ਸਰ। ਪ੍ਰਿਆ ਜੀ, ਮੈਡਮ ਧੀ ਜਿਹੜੀ ਹੁੰਦੀ ਹੈ, ਪਿਓ ਦੀ ਪੱਗ ਹੁੰਦੀ ਹੈ, ਪੱਤ ਹੁੰਦੀ, ਇੱਜ਼ਤ ਹੁੰਦੀ ਹੈ, ਠੀਕ ਹੈ, ਘਰ ਦੀ ਰੌਣਕ ਹੁੰਦੀ ਹੈ, ਆਪਾਂ ਨੂੰ ਸ਼ਾਂਤ ਸਮਝਦੇ ਹਾਂ। ਬਲਵੀਰ ਜੀ ਇੱਕ ਮਿੰਟ ਹੁਣ ਸਮਝ ਲੈਂਦੇ ਸਰ, ਹੁਣ ਸਮਝ ਲਓ, ਤੁਹਾਡਾ ਪੁਆਇੰਟ ਲੈ ਕੇ ਜਾ ਰਹੇ ਹਾਂ। ਬਲਵੀਰ ਜੀ ਕਿਰਪਾ ਸ਼ਾਂਤ ਰਹੋ। ਸਾਨੂੰ ਪਤਾ ਸਰ ਕਿ ਆਪਣੇ ਧੀਆਂ ਘਰ ਦੀਆਂ ਰੌਣਕ ਹੁੰਦੀ ਹੈ ਜੀ, ਪਿਓ ਦਾ ਦਿਲ ਦਾ ਜਿਗਰ ਦਾ ਟੁਕੜਾ ਹੁੰਦੀਆਂ, ਮੰਨ ਗਏ। ਹੁਣ ਜਿਵੇਂ ਇਹਨਾਂ ਨੇ ਕਿਹਾ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਅਜਿਹਾ ਕਦਮ ਨਾ ਚੁੱਕੋ, ਜਿਵੇਂ ਉਸ ਕੁੜੀ ਦੇ ਬਾਰੇ ਦੱਸਿਆ ਕਿ 2 ਵਾਰ ਪਹਿਲੇ ਫੋਨ ਫੜੇ ਗਏ, ਸਮਝਾਇਆ ਨਹੀਂ ਸਮਝੀ, ਘਰੋਂ ਗਈ, ਗੁਆਂਢੀਆਂ ਦਾ ਫੋਨ ਲੈ ਕੇ ਫਿਰ ਚੱਲ ਗਈ, ਮੰਨ ਗਏ, ਤੁਸੀਂ ਦੂਜੀ ਵਾਰ ਵੀ ਸਮਝਾਇਆ, ਤੀਜੀ ਵਾਰ ਵੀ, ਪਰ ਉਸ ਦਾ ਮਤਲਬ ਕੀ ਇਹ ਹੈ ਕਿ ਲਾਸਟ ਇਹੀ ਹੈ ਟੂ ਕਿਲ ਹਰ ਓਨਲੀ।
ਬਸ ਆ ਹੈ। ਮੈਂ ਸਿਰਫ ਗੌਰਵ ਜੀ ਇੱਕੋ ਹੀ ਗੱਲ ਕਹਿਣਾ ਚਾਹੂੰਗੀ ਵੀ ਇਹ ਨਾ ਜਿਹੜਾ ਅਸੀਂ ਵੈਸਟਰਨ ਕਲਚਰ ਅਡਾਪਟ ਕਰ ਲਿਆ ਨਾ, ਜਿਵੇਂ ਹੁਣ ਬਾਕੀ ਸਾਰੇ ਹੀ ਸੁਣ ਰਹੇ ਨੇ ਗੱਲਾਂ, ਅਸੀਂ ਵੀ ਕੁੜੀਆਂ ਕਿਸੇ ਦੇ ਘਰ ਦੀਆਂ, ਅਸੀਂ ਸਾਡੇ ਪਰਿਵਾਰ ਤੋਂ ਹੀ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ। ਜਦੋਂ ਅਸੀਂ ਕਹਿ ਦਿੰਦੇ ਆਪਣੀਆਂ ਧੀਆਂ ਨੂੰ ਇਹ ਕਹਿੰਦੇ ਆ ਕਿ ਤੂੰ ਮੁੰਡਿਆਂ ਦੇ ਹੀ ਬਰਾਬਰ ਹੈ, ਨੋ ਡਾਊਟ ਉਹ ਮੁੰਡਿਆਂ ਦੇ ਬਰਾਬਰ ਕਿਸ ਚੀਜ਼ 'ਚ ਨੇ, ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਤੁਹਾਡੀ ਸੋਚ, ਤੁਹਾਡੀਆਂ ਚੀਜ਼ਾਂ ਅਸੀਂ ਮੁੰਡਿਆਂ ਦੇ ਬਰਾਬਰ ਕਰ ਰਹੇ ਹਾਂ, ਪਰ ਤੁਹਾਡੇ ਲਈ ਇੱਕ ਲਿਮਿਟ ਰੱਖੀ ਗਈ ਹੈ, ਇੱਕ ਲਾਈਨ ਰੱਖੀ ਗਈ ਹੈ, ਇਹ ਲਾਈਨ ਕ੍ਰਾਸ ਨਹੀਂ ਕਰਨੀ। ਜਦੋਂ ਅਸੀਂ ਕੁੜੀਆਂ ਨੂੰ ਕਹਤਾ ਕਿ ਤੁਹਾਡੇ ਤੇ ਮੁੰਡਿਆਂ 'ਚ ਕੋਈ ਫਰਕ ਹੀ ਨਹੀਂ, ਕੁੜੀਆਂ ਨੂੰ ਫਿਰ ਲੱਗਦਾ ਜੇ ਮੁੰਡੇ ਨਸ਼ਾ ਕਰਦੇ ਨੇ ਤਾਂ ਅਸੀਂ ਨਸ਼ਾ ਕਿਉਂ ਨਹੀਂ ਕਰ ਸਕਦੇ, ਅਸੀਂ ਮੁੰਡਿਆਂ ਦੇ ਬਰਾਬਰ ਹਾਂ। ਜੇ ਮੁੰਡੇ ਰਾਤਾਂ ਨੂੰ 12-12 1-1 ਵਜੇ ਤੱਕ ਕਲੱਬ 'ਚ ਰਹਿੰਦੇ ਨੇ ਤਾਂ ਅਸੀਂ ਕਿਉਂ ਨਹੀਂ ਜਾ ਸਕਦੇ, ਅਸੀਂ ਮੁੰਡਿਆਂ ਦੇ ਬਰਾਬਰ ਹਾਂ। ਸੋ ਸਾਡੀ ਜਿਹੜੀ ਪਰਵਰਿਸ਼ ਹੈ ਉਹ ਸਾਡੇ ਘਰ ਤੋਂ ਹੀ ਗਲਤ ਸਟਾਰਟ ਹੋ ਰਹੀ ਹੈ। ਕੁੜੀਆਂ ਨੂੰ ਇਹ ਦੱਸਣਾ ਚਾਹੀਦਾ ਵੀ ਤੁਸੀਂ ਆਜ਼ਾਦ ਹੋ, ਤੁਸੀਂ ਉਹ ਚਿੜੀਆਂ ਦੀ ਤਰ੍ਹਾਂ ਉੱਡ ਸਕਦੇ ਹੋ, ਹੈ ਨਾ, ਪਰ ਤੁਹਾਡੀ ਇੱਕ ਮਰਿਆਦਾ ਹੈ। ਉਹ ਮਰਿਆਦਾ ਕੀ ਹੈ ਕਿ ਤੁਹਾਡੀਆਂ ਜਿਹੜੀਆਂ ਲਿਮਿਟੇਸ਼ਨ ਨੇ ਉਹ ਤੁਸੀਂ ਬੜੀਆਂ ਕੋਮਲ ਹੋ, ਬਹੁਤ ਪਿਆਰੀਆਂ, ਤੁਸੀਂ ਸਾਡੇ ਘਰ ਦੀਆਂ ਇੱਜ਼ਤ ਹੋ, ਉਹ ਇੱਜ਼ਤ ਨੂੰ ਪਾਰ ਨਹੀਂ ਕਰਨਾ। ਉਹਨਾਂ ਨੂੰ ਇਹ ਚੀਜ਼ਾਂ ਸਾਡੇ ਘਰ ਤੋਂ ਸਮਝਾਉਣੀਆਂ ਚਾਹੀਦੀਆਂ ਨੇ। ਅਸੀਂ ਘਰ ਤੋਂ ਹੀ ਪਰਵਰਿਸ਼ ਗਲਤ ਦੇ ਰਹੇ ਹਾਂ। ਅਸੀਂ ਉਹਨਾਂ ਨੂੰ ਜਦੋਂ ਇਹ ਕਹਿਤਾ ਨਾ ਵੀ ਤੂੰ ਜਿੱਥੇ ਮਰਜ਼ੀ ਜਾ, ਤੂੰ ਆਜ਼ਾਦ ਹੈ, ਇਸ ਕਰਕੇ ਕੁੜੀਆਂ ਇਹ ਸਟੈਪ ਚੱਕ ਰਹੀਆਂ ਨੇ। ਫਿਰ ਉਹ ਜਾਣਗੀਆਂ ਜੀ ਬਿਲਕੁਲ ਜਾਣਗੀਆਂ, ਕਿਉਂਕਿ ਉਹ ਆਪਣੇ ਤੇ ਮੁੰਡਿਆਂ 'ਚ ਕੋਈ ਫਰਕ ਹੀ ਨਹੀਂ ਰੱਖ ਰਹੀਆਂ। ਉਹ ਕਹਿੰਦੇ ਜੇ ਮੁੰਡੇ ਕਰ ਸਕਦੇ ਨੇ ਫਿਰ ਅਸੀਂ ਕਿਉਂ ਨਹੀਂ। ਅਸੀਂ ਹਮੇਸ਼ਾ ਇਹੀ ਗੱਲ ਕਹਿੰਦੇ ਆ ਵੀ ਅੱਜ ਦੇ ਟਾਈਮ 'ਚ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ। ਤੁਹਾਡੇ ਕੋਲ ਆ ਰਿਹਾ, ਠੀਕ ਹੈ ਮੈਡਮ ਗਿੱਲ, ਹਾਂਜੀ ਠੀਕ ਹੈ ਮੈਡਮ, ਐਗਰੀ ਕਰਦੇ ਹੋ ਜੋ ਪ੍ਰਿਆ ਜੀ ਨੇ ਕਿਹਾ? ਮੈਂ ਨਹੀਂ ਐਗਰੀ ਕਰਦੀ, ਠੀਕ ਹੈ, ਕਿਉਂਕਿ ਅਸਲ ਦੇ ਵਿੱਚ ਕਾਨੂੰਨਨ ਜਦ ਸਾਨੂੰ ਰਾਈਟ ਟੂ ਇਕੁਐਲਿਟੀ ਮਿਲ ਗਿਆ, ਸਾਨੂੰ ਸਾਰੇ ਰਾਈਟ ਨੇ। ਤੁਸੀਂ ਕਲੱਬਾਂ 'ਚ ਘੁੰਮਣਾ, ਜਿਹੜਾ ਚੀਜ਼ ਗਲਤ ਆ ਤਾਂ ਮੁੰਡਿਆਂ ਦਾ ਵੀ ਬੰਦ ਕਰੋ। ਦੋਨੋਂ ਚੀਜ਼ਾਂ, ਹਰ ਚੀਜ਼ ਦੇ ਵਿੱਚ ਸਾਨੂੰ ਇਕੁਐਲਿਟੀ ਚਾਹੀਦੀ ਆ, ਪਰ ਬੱਚਿਆਂ ਦੀ ਪਰਵਰਿਸ਼ ਉਵੇਂ ਮੁੰਡਿਆਂ ਦੀ ਵੀ ਕਰੋ ਕਿ ਬੇਟਾ ਆਹ ਚੀਜ਼ ਗਲਤ ਆ, ਆਹ ਚੀਜ਼ ਸਹੀ ਆ। ਮੁੰਡਿਆਂ ਨੂੰ ਸਿਖਾਓ ਬਿਲਕੁਲ ਕਿ ਤੁਸੀਂ, ਮੁੰਡਿਆਂ ਦੇ ਸਿਰ ਦੇ ਉੱਤੇ ਵੀ ਇੱਜ਼ਤ ਦਾ ਭਾਰ ਆ, ਠੀਕ ਹੈ, ਠੀਕ ਹੈ। ਜੇ ਅਸੀਂ ਮੁੰਡਿਆਂ ਨੂੰ ਸਿਖਾਇਆ ਹੋਊਗਾ ਔਰਤ ਦੀ ਇੱਜ਼ਤ ਕੀ ਹੁੰਦੀ ਆ, ਕੀ ਲਿਮਿਟੇਸ਼ਨਸ ਹੁੰਦੀਆਂ ਨੇ, ਠੀਕ ਹੈ, ਫਿਰ ਮੁੰਡੇ ਕਦੇ ਵੀ ਇਹੋ ਜਿਹਾ ਕਦਮ ਨਹੀਂ ਚੱਕਣਗੇ। ਜੇ ਮੁੰਡੇ ਨੂੰ ਸਿਖਾਇਆ ਹੁੰਦਾ ਉਹ ਸ਼ਾਇਦ ਧੀ ਨੂੰ ਲੈ ਕੇ ਨਾ ਜਾਂਦਾ। ਹੁਣ ਦੂਜੀ ਗੱਲ ਜਿਹੜੀ ਉਹਨਾਂ ਨੇ ਕਿਹਾ ਕਿ ਮੈਂ ਧੀਆਂ ਨੂੰ ਸਮਝਾਇਆ, ਜੇ ਧੀਆਂ ਨੂੰ ਚੰਗੀ ਤਰ੍ਹਾਂ ਸਮਝਾਇਆ, ਮੈਂ ਬਹੁਤ ਸਾਰੇ ਕੇਸਿਸ ਦੇਖਦੀ ਆ, ਜ਼ਿਆਦਾਤਰ ਕੁੜੀਆਂ ਜਿਹੜੀਆਂ ਬਾਹਰ ਪੈਰ ਚੁੱਕਦੀਆਂ ਨੇ ਨਾ, ਉਹ ਉਹੀ ਚੁੱਕਦੀਆਂ ਨੇ ਜਿਨ੍ਹਾਂ ਨੂੰ ਘਰ ਦੇ ਵਿੱਚ ਪਿਆਰ ਨਹੀਂ ਮਿਲਦਾ, ਅੰਡਰਸਟੈਂਡਿੰਗ ਨਹੀਂ ਮਿਲਦੀ, ਔਰ ਬਾਹਰ ਲੋਕ ਉਹਨਾਂ ਨੂੰ ਗੁੰਮਰਾਹ ਕਰ ਲੈਂਦੇ ਨੇ। ਸਾਨੂੰ ਬਿਲਕੁਲ ਸਾਡੇ ਬੱਚਿਆਂ ਨੂੰ, ਮੁੰਡਿਆਂ ਨੂੰ ਵੀ ਕੁੜੀਆਂ ਨੂੰ ਵੀ, ਦੋਨਾਂ ਨੂੰ ਸਮਝਾਉਣਾ ਚਾਹੀਦਾ, ਨੈਤਿਕ ਕਦਰਾਂ ਕੀਮਤਾਂ ਸਮਝਾਉਣੀਆਂ ਚਾਹੀਦੀਆਂ ਕਿ ਸਹੀ ਹੈ ਕਿ ਗਲਤ ਹੈ। ਇੱਕ ਸਵਾਲ ਹੈ ਮੈਡਮ, ਕੀ ਇਹ ਤੁਸੀਂ ਕਿਹਾ ਕਿ ਕਾਨੂੰਨ ਸਾਨੂੰ ਰਾਈਟ ਟੂ ਇਕੁਐਲਿਟੀ ਦੇ ਦਿੰਦਾ, ਠੀਕ ਹੈ, ਕਾਨੂੰਨ ਨੇ ਤੁਹਾਨੂੰ ਜਿਹੜਾ ਹੈਗਾ ਐਮਪਾਵਰ ਕਰ ਦਿੱਤਾ, ਯੂ ਫੀਲ ਐਮਪਾਵਰਡ ਵਿਦ ਦਿਸ ਰਾਈਟ ਟੂ ਇਕੁਐਲਿਟੀ। ਮੈਡਮ ਫਿਰ ਸੋਸਾਈਟਲ ਨੋਰਮਸ ਜਿਹੜੇ ਹੈਗੇ ਆ, ਵਾਟ ਅਬਾਊਟ ਦੋਜ਼ ਨੋਰਮਸ? ਮਤਲਬ ਕਿ ਸਵਾਲ ਫਿਰ ਉੱਥੇ ਆ ਜਾਂਦਾ ਹੁਣ, ਜਿਵੇਂ ਮੈਡਮ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਹੈਗੀ ਹੈ, ਇੱਕ ਲਿਮਿਟ ਹੈਗੀ ਹੈ, ਫਿਰ ਉਹ ਤਾਂ ਸੋਸਾਇਟੀ ਵਾਲੀ ਲਿਮਿਟ ਹੋਗੀ ਕਿ ਕਿਹੜੀ ਵਾਲੀ ਹੈ, ਉਹ ਕਿਹੜੀ ਲਿਮਿਟ ਹੈ? ਮਰਿਆਦਾ ਦੋਨਾਂ ਦੀ ਆ, ਦੋਨਾਂ ਦੀ ਹੈ, ਕੁੜੀ ਦੀ ਵੀ ਆ। ਜੇ ਕੋਈ ਮਰਿਆਦਾ ਨਾ, ਕਦਰਾਂ ਕੀਮਤਾਂ ਨੇ, ਉਹ ਇਨਸਾਨੀ ਕਦਰਾਂ ਕੀਮਤਾਂ ਤੇ ਆ। ਸਮਾਜ ਕਿਨੇ ਬਣਾਇਆ? ਸਮਾਜ ਨੇ ਬਣਾਇਆ ਨਹੀਂ, ਪਰ ਉਦੋਂ ਬਲਵੀਰ ਜੀ ਆਉਂਗਾ ਬੇਨਤੀ ਕਰ ਰਿਹਾ, ਬਲਵੀਰ ਜੀ ਆਉਂਗਾ ਬਲਵੀਰ ਜੀ ਆਉਂਗਾ, ਰੁਕ ਜਾਓ ਪਲੀਜ਼। ਸਮਾਜ ਦੇ ਵਿੱਚ ਤਾਂ ਸਮੇਂ ਦੇ ਅਨੁਸਾਰ ਸਮਾਜ ਦੀਆਂ ਉਹਨਾਂ ਕਦਰਾਂ ਕੀਮਤਾਂ ਨੂੰ ਬਦਲਿਆ ਵੀ ਜਾਊਗਾ। ਇੱਕ ਪੁਆਇੰਟ ਹੈ, ਇੱਕ ਦੇ ਲਾਅ ਨੇ ਆਪਣੀ ਸਹੂਲਤ ਲਈ ਬਣਾਏ ਨੇ, ਠੀਕ ਹੈ, ਸੰਵਿਧਾਨ 'ਚ ਵੀ ਆਪਾਂ ਸੋਧ ਕਰਦੇ ਹਾਂ ਨਾ, ਉਹ ਵੀ ਬਦਲ ਸਕਦਾ ਹੈ, ਤੇ ਹੁਣ 76 ਵਰੇ ਬਾਅਦ ਆਪਾਂ ਵੀ ਨਹੀਂ ਬਦਲਾਂਗੇ ਤਾਂ ਠੀਕ ਹੈ ਮੈਡਮ ਸੋਲ, ਠੀਕ ਹੈ ਮੈਡਮ, ਸਵਾਲ ਹੁਣ ਇਹ ਖੜਾ ਹੋ ਗਿਆ, ਜਿਵੇਂ ਮੈਡਮ ਗਿੱਲ ਨੇ ਬੋਲਿਆ ਕਿ ਇਹ ਦੋਨਾਂ ਦੀ ਲਾਗੂ ਹੁੰਦੀ ਹੈ, ਮੁੰਡਾ ਕੁੜੀ ਇਰਰਿਸਪੈਕਟਿਵ। ਹੁਣ ਅਗਰ ਤੁਸੀਂ ਦੋਨਾਂ ਨੂੰ ਹੀ ਕਹਿ ਰਹੇ ਹੋ ਕਿ ਤੁਸੀਂ ਦੋਨੋਂ ਹੀ ਮੇਰੇ ਪੁੱਤ ਹੋ, ਮੇਰੇ ਬੇਟੇ ਹੀ ਹੋ, ਫਿਰ ਤੁਹਾਨੂੰ ਦੋਨਾਂ ਨੂੰ ਆਜ਼ਾਦੀ ਹੈ, ਠੀਕ ਹੈ। ਮੁੰਡਾ ਤਾਂ 12 ਵਜੇ 1 ਵਜੇ ਤੱਕ ਤਾਂ ਕਲੱਬ 'ਚ ਰਹਿ ਸਕਦਾ, 2 ਵਜੇ ਤੱਕ ਖਾ ਪੀ ਕੇ ਆ ਸਕਦਾ। ਕੁੜੀ ਨੂੰ ਕਹਿਤਾ ਤੂੰ ਤਾਂ 8 ਵਜੇ ਜਾਂ 9 ਵਜੇ ਦਾ ਤੇਰਾ ਲਾਸਟ ਟਾਈਮ ਹੈ, ਤੂੰ ਤਾਂ ਘਰ ਆਣਾ ਹੀ ਆਣਾ, ਦੇਖ ਲਈ। ਫਿਰ ਇਹ ਗੱਲ ਹੋ ਗਈ, ਫਿਰ ਤਾਂ ਮੁੰਡੇ ਨੂੰ ਵੀ ਸਮਝਾਉਣਾ ਪੈਣਾ ਕਿ ਤੂੰ ਵੀ ਤਾਂ ਆਪਣੇ ਮਾਪਿਓ ਦੀ ਇੱਜ਼ਤ ਰੱਖਣੀ ਹੈ, ਤੂੰ ਵੀ ਸਹੀ ਟਾਈਮ ਤੇ ਆ ਨਾ। ਫਿਰ ਬਾਅਦ ਚ ਆਪਾਂ ਕਹਿੰਦੇ ਆ ਕਿ ਰੇਪ ਵਰਗੀ ਘਟਨਾਵਾਂ ਹੋ ਗਈਆਂ, ਜਦੋਂ ਆਪ ਹੀ ਡਰੰਕਨ ਹਾਲਾਤ ਦੇ ਵਿੱਚ ਮੁੰਡੇ ਬਾਹਰ ਹੋਣਗੇ ਤੇ ਉਹ ਵੀ ਹੋਏਗਾ ਹਾਲਾਤ, ਤੇ ਦੋਨਾਂ ਨੂੰ ਹੀ ਸਮਝਾਉਣਾ ਪਊਗਾ ਨਾ। ਇਹ ਤਾਂ ਫਿਰ ਗੱਲ ਤਾਂ ਘਰੋਂ ਹੀ ਹੈ, ਇਹ ਮਾਪਿਓ ਘਰੋਂ ਹੀ ਦੋਨੋਂ ਆਪਣੇ ਬੱਚਿਆਂ ਨੂੰ ਬਰਾਬਰ ਸਮਝਾਉਣ, ਮੁੰਡਾ ਕੁੜੀ ਨੂੰ। ਮੈਡਮ ਸੋਲ ਜੀ। ਬਿਲਕੁਲ ਵਾਲੀਆ ਜੀ, ਇਹ ਗੱਲ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਸਭ ਤੋਂ ਪਹਿਲੇ ਇਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਪਰਵਰਿਸ਼ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ, ਜੋ ਅਸੀਂ ਬੱਚਿਆਂ ਨੂੰ ਸਹੀ ਤਰੀਕੇ ਨਾਲ ਗਰੋਨ ਅਪ ਕਰ ਨਹੀਂ ਪਾ ਰਹੇ। ਔਰ ਮੈਡਮ ਗਿੱਲ ਨੇ ਜਿਹੜੀ ਗੱਲ ਕਹੀ ਕਿ ਮੈਨੂੰ ਵੀ ਇਹੀ ਲੱਗਦਾ, ਸੇਮ ਮੇਰੇ ਵੀ ਇਹੀ ਵਿਚਾਰ ਹੈ ਕਿ ਅਸੀਂ ਆਪਣੇ ਹਰ ਘਰ ਦੇ ਵਿੱਚ ਅਗਰ ਆਪਣੇ ਬੇਟੇ ਨੂੰ ਅੱਜ ਸਿੱਖਿਤ ਕਰਨਾ ਸ਼ੁਰੂ ਕਰ ਦਈਏ ਕੁੜੀਆਂ ਦੇ ਲਈ ਕਿ ਉਹਨਾਂ ਦੀ ਰਿਸਪੈਕਟ ਕਰੋ, ਵਟ ਐਵਰ ਕਿ ਉਹ ਤੁਹਾਡੇ ਕੋਲੀਗ ਹੈ, ਵਟ ਐਵਰ ਕਿ ਫਰੈਂਡ ਹੈ, ਮਾਂ ਹੈ, ਕੁਝ ਵੀ ਹੈ, ਜਦੋਂ ਅਸੀਂ ਉਹਨੂੰ ਔਰਤ ਦੀ ਇੱਜ਼ਤ ਕਰਨੀ ਸਿਖਾਵਾਂਗੇ ਤੇ ਮੈਨੂੰ ਲੱਗਦਾ ਸਮਾਜ ਦੇ ਵਿੱਚ ਇਹੋ ਜਿਹੀਆਂ ਬੁਰਾਈਆਂ ਬਿਲਕੁਲ ਦੂਰ ਹੋ ਜਾਣਗੀਆਂ। ਦੇਖੋ, ਜਦ ਵੀ ਕੋਈ ਮਰਦ ਔਰਤ ਦੇ ਲਈ ਕੋਈ ਐਸੇ ਆਪਣੇ ਵਿਚਾਰ ਰੱਖਦਾ ਹੈ, ਕੋਈ ਵੀ ਮਰਦ,
ਤੇ ਮੈਨੂੰ ਲੱਗਦਾ ਹੈ ਕਿ ਉਹ ਕਿਤੇ ਨਾ ਕਿਤੇ ਆਪਦੀ ਪਰਵਰਿਸ਼ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਦਿੰਦਾ ਹੈ ਕਿ ਉਹਦੀ ਪਰਵਰਿਸ਼ ਕਿਸ ਤਰੀਕੇ ਦੇ ਮਾਹੌਲ ਦੇ ਵਿੱਚ ਹੋਈ ਹੈ, ਕਿਉਂਕਿ ਇੱਕ ਔਰਤ ਦੀ ਕੁੱਖੋਂ ਹੀ ਉਸਨੇ ਜਨਮ ਲਿਆ ਹੁੰਦਾ ਹੈ ਤੇ ਇੱਕ ਔਰਤ ਦੇ ਨਾਲ ਇਹ ਦਰਿੰਦਗੀ ਵਾਲਾ ਵਿਵਹਾਰ ਕਰਨਾ ਇਹ ਮੇਰੀਆਂ ਨਜ਼ਰਾਂ ਵਿੱਚ ਬਿਲਕੁਲ ਸਹੀ ਨਹੀਂ। ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਬੇਟੀਆਂ ਨੂੰ ਸ਼ਹਿ ਦੇ ਰਹੀ ਹਾਂ, ਮੈਂ ਨਹੀਂ ਕਹਿੰਦੀ ਕਿ ਧੀਆਂ ਨੂੰ ਇਦਾਂ ਦੇ ਕਦਮ ਚੱਕਣੇ ਚਾਹੀਦੇ, ਬਿਲਕੁਲ ਨਹੀਂ ਚੱਕਣੇ ਚਾਹੀਦੇ, ਪਰ ਮੈਂ ਇਹ ਕਹਿੰਦੀ ਹਾਂ ਕਿ ਮਾਂ-ਬਾਪ ਦੇ ਨਾਲ ਤੁਹਾਡਾ ਇੰਨਾ ਪਿਆਰਾ, ਤੁਸੀਂ ਬੱਚਿਆਂ ਨਾਲ ਇੱਕ ਬੌਂਡ ਪੈਦਾ ਕਰੋ, ਇੱਕ ਇੰਨਾ ਪਿਆਰਾ ਰਿਸ਼ਤਾ ਬਣਾਓ ਕਿ ਬੱਚਾ ਤੁਹਾਡਾ ਦੋਸਤ ਬਣ ਜਾਏ। ਉਹ ਲੜਕੀ ਸਹਿਮੀ ਹੋਈ ਸੀ ਆਪਣੇ ਘਰੋਂ ਨੂੰ, ਬਿਲਕੁਲ ਗਿਲ ਮੈਡਮ ਦੀ ਗੱਲ ਠੀਕ ਹੈ ਕਿ ਪਿਆਰ ਨਹੀਂ ਮਿਲਿਆ। ਅਗਰ ਉਹ ਬੱਚਾ ਕੌਨਫੀਡੈਂਸ ਚ ਹੁੰਦਾ ਪੇਰੈਂਟਸ ਦੇ, ਤਾਂ ਇਦਾਂ ਦਾ ਕਦਮ ਚੱਕਦੀ ਕਿਉਂ ਦੂਸਰੇ ਘਰੋਂ ਲਿਆ ਕੇ ਮੋਬਾਈਲ ਕਰਦੀ? ਉਸਦੀ ਐਟਲੀਸਟ ਉਹਦੇ ਮਦਰ ਨੂੰ ਤਾਂ ਪਤਾ ਹੋਣਾ ਚਾਹੀਦਾ ਸੀ। ਜਿਹੜੀਆਂ ਧੀਆਂ ਦੀਆਂ ਮਾਵਾਂ ਹੁੰਦੀਆਂ ਲਾਈਕ ਇੱਕ ਦੋਸਤ ਹੁੰਦੀਆਂ ਹੈ, ਜਦੋਂ ਬੱਚਾ ਟੀਨੇਜ ਚ ਹੁੰਦਾ ਹੈ ਤੇ ਮਾਂ ਨੂੰ ਇੱਕ ਦੋਸਤ ਬਣਨਾ ਪੈਂਦਾ ਹੈ, ਨਾ ਕਿ ਇੱਕ ਸਟ੍ਰਿਕਟਲੀ ਜੋ ਬਿਹੇਵ ਦਿਖਾ ਰਹੇ ਹੋ। ਮੈਂ ਤਾਂ ਇਹਨਾਂ ਦੇ ਪਿੰਡ ਦੀ ਗੱਲ ਸੁਣ ਕੇ ਹੈਰਾਨ ਆ ਜੀ ਕਿ ਇੱਥੇ ਪਿੰਡਾਂ ਦੇ ਵਿੱਚ ਕੁੜੀਆਂ ਪਿੰਡਾਂ ਦੇ ਵਿੱਚ ਹੀ ਵਿਆਹੀਆਂ ਗਈਆਂ। ਸੋ ਵਟਐਵਰ, ਪੂਰੇ ਹੁਣ ਅੰਮ੍ਰਿਤਸਰ ਚ ਕਹਿ ਦੋ ਇੱਥੇ 10 ਮੀਲ ਦੀ ਦੂਰੀ ਦੇ ਉੱਤੇ ਕੋਈ ਵਿਆਹਿਆ ਹੁੰਦਾ ਤੇ ਅੰਮ੍ਰਿਤਸਰ ਤੋਂ ਬਾਹਰ ਕੱਢ ਦੋ ਤਾਂ ਬੰਦਾ ਅੰਮ੍ਰਿਤਸਰ ਵਾਲਾ ਲੁਧਿਆਣੇ ਹੀ ਵਿਆਹ ਕਰਾਏਗਾ ਜਾਂ ਫਿਰ ਉਹ ਕਿਤੇ ਹੋਰ ਜਾ ਕੇ ਵਿਆਹ ਕਰਾਏਗਾ। ਇਹ ਕੋਈ ਇਸ਼ੂ ਨਹੀਂ ਹੈ। ਇਹਨੂੰ ਸਮਝੋ ਕਿ ਰਿਸ਼ਤਾ ਕਿਸ ਤਰੀਕੇ ਦਾ, ਤਾਂ ਕਿ ਅੱਗੇ ਅਸੀਂ ਆਪਣੇ ਬੱਚਿਆਂ ਦੀ ਸਹੀ ਪਰਵਰਿਸ਼ ਕਰ ਸਕੀਏ। ਹੁਣ ਤੁਸੀਂ ਦੱਸਿਆ ਸੀ ਵੀਰ ਜੀ ਕਿ ਤੁਸੀਂ ਪੜ੍ਹਾ ਕੇ ਆਪਦੀ ਬੇਟੀ ਨੂੰ ਕੈਨੇਡਾ ਭੇਜਿਆ, ਦੇਖੋ ਉਹ ਤੁਹਾਡੀ ਪਰਵਰਿਸ਼ ਸੀ ਕਿ ਤੁਹਾਡਾ ਬੱਚਾ ਪੜ੍ਹਿਆ ਲਿਖਿਆ ਜਾਂ ਜਿਵੇਂ ਕਰਕੇ ਗਿਆ। ਹੁਣ ਇਸ ਬੱਚੇ ਦੇ ਵਿੱਚ ਕਿੱਥੇ ਕਮੀ ਰਹਿ ਗਈ ਇਹ ਸਮਝਣ ਦੀ ਜ਼ਰੂਰਤ ਹੈ, ਨਾ ਕਿ ਇਹ ਦਰਿੰਦਗੀ ਦਾ ਜਿਹੜਾ ਨਾਚ ਹੋਇਆ। ਹੁਣ ਉਸਦੇ ਫਾਦਰ ਨੇ ਕਿਹਾ ਕਿ ਮੈਂ ਆਪਦੀ ਅਣਖ ਕਰਕੇ ਬੱਚੇ ਨੂੰ ਮਾਰਿਆ। ਮੈਨੂੰ ਇਹ ਦੱਸੋ ਇਹਦੇ ਚ ਕਿਹੜੀ ਅਣਖ ਹੈ? ਤੁਸੀਂ ਆਪਦੇ ਬੱਚੇ ਦੇ ਮਨ ਦੇ ਵਿੱਚ ਆਪਦੇ ਲਈ ਰਿਸਪੈਕਟ ਨਹੀਂ ਪੈਦਾ ਕਰ ਪਾਏ ਕਿ ਤੁਸੀਂ ਸਮਾਜ ਨੂੰ ਕੀ ਡਰਾਉਣਾ ਚਾਹ ਰਹੇ ਹੋ, ਕੀ ਇਹ ਡਰਾਵਨਾ ਰੂਪ ਤੁਸੀਂ ਪਿੰਡ ਨੂੰ ਦਿਖਾ ਰਹੇ ਹੋ? ਪਿੰਡ ਤੁਹਾਡੇ ਤੋਂ ਡਰ ਜਾਊਗਾ? ਤੁਸੀਂ ਉਹ ਕੀ ਧੀਆਂ ਦੇ ਮਨ ਦੇ ਵਿੱਚ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹੋ? ਹਰ ਧੀ ਇੱਕ ਬਰਾਬਰ ਨਹੀਂ ਹੈ, ਠੀਕ ਹੈ ਧੀਆਂ ਦਾ ਸਤਿਕਾਰ ਕਰੋ, ਲੇਕਿਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਰਵਰਿਸ਼ ਸਹੀ ਕਰੋ ਔਰ ਆਪਣੇ ਬੇਟਿਆਂ ਨੂੰ ਇੱਜ਼ਤ ਕਰਨੀ ਸਿਖਾਓ, ਜੋ ਕਿ ਬਹੁਤ ਜ਼ਰੂਰੀ ਹੈ। ਅਗਰ ਬੇਟੇ ਸਹੀ ਹੋਣਗੇ ਤੇ ਔਰਤਾਂ ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਨਗੀਆਂ, ਸਿਰ ਮਹਿਸੂਸ ਕਰਨਗੀਆਂ, ਫਿਰ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣਗੀਆਂ। ਠੀਕ ਹੈ ਮੈਮ, ਜਿੱਦਾਂ ਇਹ ਕਹਿ ਰਹੇ ਨਾ ਵੀ ਅਣਖ ਵਾਲੀ ਗੱਲ, ਬਿਲਕੁਲ ਇਹਨਾਂ ਨੇ ਸਹੀ ਕਿਹਾ। ਜੇ ਇਹ ਅਣਖਾਂ ਉਦੋਂ ਕਿੱਥੇ ਜਾਂਦੀਆਂ ਨੇ ਜਦੋਂ ਕੁੜੀਆਂ ਦਾ ਰੇਪ ਹੋ ਜਾਂਦਾ, ਜਦੋਂ ਸਾਡੀਆਂ ਕੁੜੀਆਂ ਦਾ ਰੇਪ ਹੋ ਜਾਂਦਾ, ਉਦੋਂ ਮੁੰਡਿਆਂ ਨੂੰ ਉੱਥੇ ਚਰਾਹੇ 'ਚ ਖੜ ਕੇ ਗੋਲੀ ਨਹੀਂ ਮਾਰੀ ਜਾਂਦੀ, ਉਦੋਂ ਇਹਨਾਂ ਦੀ ਅਣਖ ਕਿੱਥੇ ਜਾਂਦੀ ਹੈ? ਅੱਜ ਇਹ ਅਣਖਾਂ ਦੇ ਖਾਤਰ ਆਪਣੀਆਂ ਧੀਆਂ ਨੂੰ ਮਾਰ ਰਹੇ ਨੇ। ਐਗਜ਼ੈਕਟਲੀ ਪੁਆਇੰਟ ਹੈ। ਮੈਡਮ ਟੀਨਾ ਜੀ ਹੁਣ ਪਿੰਡ ਵਾਲੇ ਦੀ ਸੋਚ ਸੀਗੀ ਜਿਹੜੀ ਇਹਨਾਂ ਨੇ ਗੱਲ ਕਹੀ ਕਿ ਪਿੰਡ ਦੇ ਵਿੱਚ ਆਹ ਹਾਲਾਤ ਹੈਗੇ ਆ ਕਿ ਇੱਥੇ ਦੀ ਕੁੜੀਆਂ ਇੱਥੇ ਵਿਆਹੀ ਜਾ ਰਹੀਆਂ, ਰਹਿਣਾ ਔਖਾ, ਸੋਸ਼ਲ ਸਟਿਗਮਾ ਬਣ ਗਿਆ, ਮਾਂ ਪਿਓ ਦਾ ਬਾਹਰ ਨਿਕਲਣਾ ਔਖਾ ਕੀ ਹੋ ਗਿਆ ਕਿ ਉਹਨਾਂ ਨੇ ਤਾਂ ਦੂਜੇ ਪਿੰਡਾਂ 'ਚ ਜਾ ਕੇ ਕਿਰਾਏ ਤੇ ਰਹਿਣਾ ਸ਼ੁਰੂ ਕਰ ਦਿੱਤਾ। ਤੇ ਅਗਰ ਅਜਿਹਾ ਅਜੇ ਵੀ ਚੱਲੀ ਜਾਏਗਾ ਤੇ ਅਜਿਹੀ ਆਨਰ ਕਿਲਿੰਗ, ਅਣਖ ਦੀ ਖਾਤਰ ਕਤਲ ਫਿਰ ਤਾਂ ਚੱਲਦੇ ਹੀ ਰਹਿਣਗੇ। ਫਿਰ ਠੀਕ ਕਦੋਂ ਹੋਣਾ? 76 ਵਰੇ ਜਿਹੜੇ ਆਪਾਂ ਹੁਣ ਮਨਾਣੇ ਆ ਪਰਸੋਂ 15 ਅਗਸਤ ਨੂੰ, ਉਹ ਆਜ਼ਾਦੀ ਵਾਲੇ ਕਿਸ ਤਰੀਕੇ ਦੇ ਨਾਲ ਮਨਾਵਾਂਗੇ, ਕਿਸ ਪੈਮਾਨੇ ਤੇ ਮਨਾਵਾਂਗੇ? ਸਿਰਫ ਝੰਡੇ ਨੂੰ ਸਲਾਮ ਕਰਾਂਗੇ? ਸੋਚ ਤਾਂ ਆਪਣੀ ਉੱਥੇ ਟਿਕੀ ਹੋਈ ਹੈ, ਫਿਰ ਬਦਲਾਵ ਕੀ ਆਇਆ? ਨਹੀਂ, ਬਿਲਕੁਲ ਠੀਕ ਹੈ ਗੌਰਵ ਜੀ, ਸੋਚ ਅੱਜ ਵੀ ਸਾਡੀ ਉੱਥੇ ਦੀ ਉੱਥੇ ਹੀ ਹੈਗੀ ਹੈ। ਜਿੰਨਾ ਮਰਜ਼ੀ ਅਸੀਂ ਐਡਵਾਂਸ ਬਣ ਲਈਏ, ਜਿੰਨੇ ਮਰਜ਼ੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਪੜ੍ਹਾ ਲਈਏ, ਜੇ ਸਾਡੀ ਸੋਚ ਨਹੀਂ ਬਦਲੇਗੀ ਤੇ ਤੁਹਾਡੇ ਬੱਚੇ ਦੀ ਵੀ ਸੋਚ ਕਦੇ ਨਹੀਂ ਬਦਲ ਸਕਦੀ। ਸਭ ਤੋਂ ਵੱਡੀ ਗੱਲ ਇਹੀ ਬਾਰ-ਬਾਰ ਕਵਾਂਗੀ ਮੈਂ, ਪੇਰੈਂਟਸ ਦਾ ਰੋਲ ਬਹੁਤ ਵੱਡਾ ਇਹਦੇ ਵਿੱਚ। ਅਗਰ ਅਸੀਂ ਉਹਨੂੰ ਪਰਵਰਿਸ਼ ਚੰਗੀ ਨਹੀਂ ਦਿਆਂਗੇ, ਕੁਝ ਵੀ ਰਿਜ਼ਲਟ ਨਹੀਂ ਵਧੀਆ ਨਿਕਲ ਸਕਦਾ। ਇਹ ਬਾਰ-ਬਾਰ ਗੱਲ ਕਵਾਂਗੇ। ਜਿਹੜੀ ਗੱਲ ਪਿੰਡ ਦੇ ਵਿੱਚ, ਸੇਮ ਪਿੰਡ ਦੇ ਵਿੱਚ ਵਿਆਹ ਕਰਵਾਉਣ ਦੀ ਹੈਗੀ ਹੈ, ਮੈਨੂੰ ਨਹੀਂ ਲੱਗਦਾ ਇਹ ਕੋਈ ਬਹੁਤ ਵੱਡਾ ਇਸ਼ੂ। ਅਗਰ ਪਿੰਡ ਵਾਲਿਆਂ ਨੂੰ ਇਸ਼ੂ ਲੱਗਦਾ ਤੇ ਕਿਉਂ ਨਹੀਂ ਤੁਸੀਂ ਮੁੰਡੇ ਵਾਲਿਆਂ ਨੂੰ ਪਿੰਡ ਤੋਂ ਬਾਹਰ ਕਿਤੇ ਭੇਜ ਦਿਓ? ਉਹਨਾਂ ਦਾ ਇੱਕ ਪਿੰਡ ਦੇ ਵਿੱਚ ਇਹ ਮਤਾ ਪਾਸ ਕਰਾਓ ਕਿ ਹਾਂ ਵੀ ਮੁੰਡੇ ਵਾਲਿਆਂ ਨੂੰ ਬਾਹਰ ਭੇਜਿਆ ਜਾਏਗਾ। ਚਲੋ ਪਿੰਡ ਵਾਲਿਆਂ ਦੇ ਜੇ ਪੇਕੇ ਵਾਲਿਆਂ ਨੇ ਮਿਲਣ ਜਾਣਾ ਵੀ ਹੈ ਕੁੜੀ ਨੂੰ ਤੇ ਪਿੰਡ ਦੇ ਬਾਹਰ ਜਾ ਕੇ ਮਿਲਣ, ਨਾ ਸ਼ਰਮੋ ਸ਼ਰਮੀ ਹੋ ਕੇ ਤੁਸੀਂ ਮੂੰਹ ਥੱਲੇ ਕਰਕੇ ਨਿਕਲੋ। ਤੇ ਇਹ ਬਹੁਤ ਵਧੀਆ ਗੱਲ ਹੈਗੀ, ਇਹ ਰੂਲ ਬਣਾ ਦਿਓ। ਕਿਉਂ ਤੁਸੀਂ ਇਦਾਂ ਕਰਦੇ ਹੋ? ਵੈਸੇ ਬਣਦਾ ਤੇ ਉਹਨਾਂ ਦਾ ਵੀ ਨਹੀਂ ਹੈ, ਕਿਉਂਕਿ ਉਹਨਾਂ ਦਾ ਤਾਂ ਹੱਕ ਉੱਥੇ ਆ ਰਿਹਾ ਸਰ, ਆ ਰਿਹਾ। ਮੇਰੀ ਗੱਲ ਸੁਣ ਲਓ ਪਹਿਲਾਂ। ਮੈਡਮ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੇ? ਇੱਕ ਮਿੰਟ ਸਰ, ਮੈਂ ਸਾਰੇ ਪੰਜਾਬ ਦੇ ਨੇ, ਗੱਲ ਕਰ ਲੈਂਦਾ। ਸਾਰੇ ਪੰਜਾਬ ਦੇ ਕਿੱਥੋਂ ਦੇ ਰਹਿਣ ਵਾਲੇ ਆ? ਪਰਿਵਾਰ ਵਾਲੇ ਆ? ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਜੀ ਕਿ ਨਹੀਂ, ਇਹ ਬਿਲਕੁਲ ਇਹ ਚੀਜ਼ਾਂ ਦੇ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਜੇ, ਆਪਾਂ ਪਰਿਵਾਰ ਵਾਲੇ, ਧੀਆਂ ਵਾਲੇ। ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਮੁੰਡੇ ਨੂੰ ਬਾਹਰ ਕਰ ਦਿਓ, ਕੁੜੀ ਨੂੰ ਬਾਹਰ ਕਰ ਦਿਓ, ਮੇਰੀ ਬੇਨਤੀ ਹੈ ਮੀਡੀਆ ਦੇ ਵਿੱਚ ਮੇਰੀ ਆਵਾਜ਼ ਸੁਣਦੇ ਹੋਣਗੇ ਸਾਰੀ ਸੰਗਤ, ਪੂਰੀ ਦੁਨੀਆ ਸੁਣ ਰਹੀ ਹੈ ਸਰ। ਕਾਲ ਜਿਹੜੀਆਂ 3 ਭੈਣਾਂ ਇਸ ਵੇਲੇ ਚੈਨਲ ਦੇ ਨਾਲ ਜੁੜੀਆਂ ਮੇਰੇ ਨਾਲ, ਤੇ ਗੱਡੀ ਮੈਂ ਲੈ ਕੇ ਜਾਊਂਗਾ, ਮੇਰੇ ਨਾਲ ਜਾਣ। ਖਾਲਸਾ ਕਾਜ ਹੋਣ ਕੀ ਡਿਆ ਵਾ? ਉਹ ਬੱਚਿਆਂ ਦੇ ਘਰੋਂ ਹੀ ਪੜ੍ਹਨ ਵਾਸਤੇ ਭੇਜਦੇ ਆ ਕਿ ਪੜ੍ਹ ਲਿਖ ਕੇ ਤੇ ਚੰਗੇ ਅਹੁਦਿਆਂ ਤੇ ਪਹੁੰਚਣ। ਕੋਈ ਜੱਜ ਬਣਦੇ, ਇਹਨਾਂ ਨੂੰ ਗੱਲ ਮੇਰੀ ਸਮਝ ਨਹੀਂ ਲੱਗ ਰਹੀ, ਅਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਹ ਕਹਿ ਰਹੇ ਹਾਂ, ਇਹਨਾਂ ਨੂੰ ਨਹੀਂ ਸਮਝ ਲੱਗ ਸਕਦੀ। ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਪੇਰੈਂਟਸ ਤੋਂ ਬਾਹਰ ਜਾ ਕੇ ਕੰਮ ਕਰੀਏ, ਸਪੈਸ਼ਲੀ ਗਰਲਸ ਹੋਣ, ਬॉयਜ਼ ਹੋਣ। ਸਾਨੂੰ ਆਪਣੇ ਪੇਰੈਂਟਸ ਦੇ ਕੰਸੈਂਟ ਦੇ ਨਾਲ ਹਰ ਕੋਈ ਕੰਮ ਕਰਨਾ ਚਾਹੀਦਾ।
ਮਾਪਿਆਂ ਦੀ ਸਹਿਮਤੀ ਦੇ ਨਾਲ ਹਰ ਕੋਈ ਕੰਮ ਦਾ ਸਟੈਪ ਲੈਣਾ ਚਾਹੀਦਾ। ਸਹਿਮਤੀ ਨਾਲ ਕੰਮ ਜਿਹੜਾ ਕਰੇ, ਜਿਹਦੇ ਅਗਰ ਨਾਲ ਇਨ ਕੇਸ ਮਾਪਿਆਂ ਦਾ ਰਿਸ਼ਤਾ। ਇੱਕ ਮਿੰਟ ਭਾਜੀ, ਸਰ ਸੁਣ ਲਓ ਸਰ, ਇੱਕ ਮਿੰਟ ਸੁਣ ਲਓ ਫਿਰ ਸਮਝ ਲਿਓ ਸਰ। ਅਗਰ ਇਹੀ ਗੱਲ ਅਸੀਂ ਬਾਰ-ਬਾਰ ਕਰੀ ਜਾਵਾਂਗੇ ਕਿ ਨਹੀਂ ਕੁੜੀਆਂ ਨੂੰ ਨਹੀਂ ਕਰਨਾ ਚਾਹੀਦਾ, ਮੁੰਡੇ ਭਾਵੇਂ ਜੋ ਮਰਜ਼ੀ ਕਰਨ, ਇਸ ਤੇ ਗੱਲ ਨਹੀਂ ਟੁਕਦੀ। ਇਦਾਂ ਸਾਡਾ ਦੇਸ਼ ਜਿਹੜਾ ਹੈ ਨਹੀਂ ਚੱਲ ਸਕਦਾ। ਮੁੰਡਿਆਂ ਨੂੰ ਬੇਨਤੀ ਆ, ਕਿ ਲੜਕੀਆਂ ਨੂੰ ਬੇਨਤੀ ਆ, ਤੇ ਨੌਜਵਾਨਾਂ ਬੱਚਿਆਂ ਨੂੰ ਬੇਨਤੀ ਆ, ਦੋਨਾਂ ਨੂੰ ਬੇਨਤੀ ਹੈ ਕਿ ਇਸ ਚੀਜ਼ਾਂ ਦੀਆਂ ਜਿਹੜੀਆਂ ਹਰਕਤਾਂ ਹੋ ਰਹੀਆਂ ਜਾਂ ਏਦਾਂ ਦੇ ਕਾਰਨਾਮੇ ਸਾਡੇ ਪੰਜਾਬ 'ਚ ਕਦੀ ਦੇਖਣ ਨੂੰ ਨਹੀਂ ਮਿਲੇ, ਔਰ ਜੇ ਅਗਰ ਹੋ ਰਹੇ ਨੇ ਤੇ ਇਹਦੇ ਵਿੱਚ ਪਰਿਵਾਰ ਨੂੰ ਚਾਹੀਦਾ ਸਟੈਪ ਲੈਣਾ। ਔਰ ਕੋਸ਼ਿਸ਼ ਕਰੋ ਮਾਂ-ਬਾਪ ਕਿ ਆਪਣੇ ਬੱਚਿਆਂ ਦੇ ਨਾਲ ਇੰਨੀ ਕਿ ਜ਼ਿਆਦਾ ਆਪਣੀ ਸਹਿਮਤੀ ਰੱਖਣ ਜਾਂ ਉਹਨਾਂ ਨਾਲ ਇੰਨੇ ਖੁੱਲਣ ਮਿਲਣ, ਨਾ ਕਿ ਮੋਬਾਈਲਾਂ ਦੇ ਵਿੱਚ ਘੁਸੇ ਰਹਿਣ ਕਿ ਅਸੀਂ ਇੱਕ ਦੂਜੇ ਨਾਲ ਗੱਲ ਕਰਨਾ ਹੀ ਭੁੱਲ ਜਾਈਏ, ਕਿਉਂਕਿ ਇਹ ਗੱਲਾਂ ਕਰਨੀਆਂ ਆਪਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਨੇ। ਪੇਰੈਂਟਸ ਨਾਲ ਕੰਸੈਂਟ ਲੈ ਕੇ ਕੰਮ ਕਰੋ, ਔਰ ਇਨ ਕੇਸ ਅਗਰ ਨਹੀਂ ਵੀ ਮੰਨਦੇ ਤਾਂ ਫਿਰ ਐਟਲੀਸਟ ਉਹਨਾਂ ਨੂੰ ਦੱਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤੁਸੀਂ ਅੰਡਰ 18 ਹੈਗੇ ਹੋ, ਇਹ ਸਟੈਪ ਨਹੀਂ ਲੈਣਾ ਬਣਦਾ। ਅਗਰ ਹੈਗੇ ਹੋ ਤਾਂ ਫਿਰ ਤੁਸੀਂ ਅੱਗੇ ਅਬਵ 18 ਜਾ ਕੇ ਜਿਹੜੇ ਤੁਹਾਡੇ ਰਾਈਟਸ ਨੇ, ਲੀਗਲ ਰਾਈਟਸ ਨੇ, ਉਹ ਤੁਸੀਂ ਅਬਵ 18 ਜਾ ਕੇ ਲੈ ਸਕਦੇ ਹੋ। ਤੇ ਜਾਂ ਤੁਸੀਂ ਪਰਿਵਾਰ ਦੇ ਨਾਲ ਸਹਿਮਤ ਨਹੀਂ ਹੋ, ਅਗਰ ਬਣਨਾ ਪ੍ਰਿਆ ਜੀ ਮੈਡਮ ਕੁਝ ਕਹਿਣਾ ਚਾਹ ਰਹੇ। ਟੀਨਾ ਜੀ ਇੱਕ ਮਿੰਟ, ਪ੍ਰਿਆ ਜੀ ਕੁਝ ਕਹਿਣਾ ਚਾਹ ਰਹੇ। ਜੀ ਜੇ ਆਪਾਂ 18 ਸਾਲ ਤੋਂ ਉੱਪਰ ਜਾ ਕੇ ਬੱਚੇ ਨੂੰ ਇਹ ਕਹਿੰਦੇ ਨੇ ਵੀ ਅੱਗੇ ਤੁਹਾਡੇ ਰਾਈਟਸ ਨੇ, ਇਹ ਬੱਚਿਆਂ ਨੂੰ ਸ਼ੈ ਹੋਗੀ, ਹੈ ਨਾ। ਸੋ ਮੈਂ ਇਸ ਚੀਜ਼ ਦੇ ਖਿਲਾਫ ਹਾਂ, ਹੈ ਨਾ। ਸ਼ੈ ਨਹੀਂ ਹੈਗੀ। ਅਗਰ ਦੇਖੋ ਘੱਟੋ ਘੱਟ ਮੈਡਮ ਏਦਾਂ ਦੇ ਮਰਡਰ ਤਾਂ ਰੁਕਣਗੇ। ਟੀਨਾ ਜੀ ਮਾਰਨਾ ਕਿਸੇ ਨੂੰ ਹੱਲ ਨਹੀਂ ਹੈ, ਔਰ ਹਰ ਬੰਦੇ ਨੂੰ ਜਿਉਣ ਦਾ ਪੂਰਾ ਹੱਕ ਹੈ, ਚਾਹੇ ਉਹ ਕੋਈ ਵੀ ਕੰਮ ਕਰ ਰਿਹਾ ਹੈ। ਮੈਡਮ ਇੱਕ ਮਿੰਟ, ਤੁਸੀਂ ਕਿਹਾ ਹਿਊਮਨ ਨੇਚਰ ਬਦਲ ਸਕਦੇ ਹੋ? ਨਹੀਂ, ਹਿਊਮਨ ਨੇਚਰ ਨਹੀਂ ਬਦਲ ਸਕਦੇ, ਪਰ ਅਸੀਂ ਆਪਣੇ ਬੱਚੇ ਨੂੰ ਸ਼ਹਿ ਨਹੀਂ ਦੇ ਸਕਦੇ ਵੀ ਤੂੰ ਅੱਜ ਨਹੀਂ ਕਰ ਸਕਦਾ, 18 ਸਾਲ ਤੋਂ ਬਾਅਦ ਕਰ ਸਕਦਾ। ਜਿਵੇਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਮੈਡਮ ਜੀ, ਮੈਨੂੰ ਪੁਆਇੰਟ ਕਲੀਅਰ ਜਰਾ ਸੁਣੀਏ, ਸੁਣ ਤਾਂ ਲਈਏ, ਸਮਝ ਲਈਏ ਪਹਿਲੇ ਕੀ ਕਹਿਣਾ ਕੀ ਚਾਹ ਰਹੇ ਆ। ਰੈਫਰੈਂਸ ਕੀ ਹੈ? ਟੀਨਾ ਜੀ ਸੁਣ ਲਓ, ਟੀਨਾ ਜੀ ਸੁਣ ਲਓ, ਤੁਸੀਂ ਦੱਸ ਦੇਣਾ। ਮੈਡਮ ਗਿੱਲ ਇੱਕ ਮਿੰਟ ਪਲੀਜ਼, ਮੈਡਮ ਗਿੱਲ ਪਲੀਜ਼, ਕਨਸਟੀਟਿਊਸ਼ਨ ਕਾਦੇ ਲਈ ਬਣਿਆ? ਕਿਸ ਰੈਫਰੈਂਸ ਤੋਂ ਕਹਿ ਰਹੇ ਆ? ਆਪਾਂ ਐਗਜ਼ਾਮਪਲ ਸੁਣ ਲਈਏ ਕਿਉਂ ਕਹਿ ਰਹੇ ਆ। ਇੱਕ ਮਿੰਟ ਰੁਕ ਜਾਓ ਪਲੀਜ਼, ਗੱਲ ਨੂੰ ਸੁਣਨ ਦੀ ਕੋਸ਼ਿਸ਼ ਕਰੋ ਵੀ ਮੈਂ ਕਿਸ ਲੈਵਲ ਤੇ ਕਹਿ ਰਹੀ। ਜੇ ਅੱਜ ਅਸੀਂ ਕੁੜੀਆਂ ਨੂੰ ਇਹ ਗੱਲ ਕਹਿੰਦੇ ਨਾ ਵੀ ਕੱਲ ਨੂੰ ਤੁਸੀਂ 18 ਸਾਲ ਦੀਆਂ ਹੋ ਗਈਆਂ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਜਿਵੇਂ ਹੁਣ ਇਸ ਕੁੜੀ ਦੀ ਹੱਤਿਆ ਕੀਤੀ ਗਈ, ਉਹਦੇ ਪਿਓ ਦੇ ਵੱਲੋਂ ਹੀ ਉਹਨੂੰ ਮਾਰਿਆ ਗਿਆ। ਮਾਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਔਰ ਸਾਡੇ ਕੋਲੇ ਰਾਈਟਸ ਨਹੀਂ ਹੈ। ਜੇ ਅਸੀਂ ਉਹਨਾਂ ਦੇ ਮਾਂ-ਬਾਪ ਵੀ ਆ ਵੀ ਅਸੀਂ ਉਹਨਾਂ ਨੂੰ ਜਾਨੋਂ ਮਾਰ ਦਈਏ ਜਾਂ ਅਸੀਂ ਉਹਨਾਂ ਨੂੰ ਜਿਉਣ ਦਾ ਹੱਕ ਦਈਏ, ਸਾਡੇ ਕੋਲੇ ਇਹ ਅਧਿਕਾਰ ਨਹੀਂ ਹੈ। ਕਿਸੇ ਨੂੰ ਮਾਰਨ ਦਾ ਅਧਿਕਾਰ ਸਾਡੇ ਕੋਲੇ ਨਹੀਂ ਹੈ। ਪਰ ਦੂਸਰੀ ਗੱਲ ਜਿਹੜੀ ਹੈ ਨਾ ਕਿ ਜਿਹੜੀ ਅਸੀਂ ਕਹਿੰਦੇ ਹਾਂ ਵੀ ਕੱਲ ਨੂੰ ਤੁਸੀਂ 18 ਸਾਲ ਦੇ ਹੋ ਗਏ ਫਿਰ ਤੁਹਾਡੇ ਰਾਈਟਸ ਬਣਦੇ ਨੇ, ਉਹ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਜਿਸ ਘਰ 'ਚੋਂ ਅਸੀਂ ਪੈਦਾ ਹੋਏ ਹਾਂ, ਜਿਹੜੇ ਮਾਂ-ਬਾਪ ਨੇ ਸਾਨੂੰ ਜਨਮ ਦਿੱਤਾ, ਸਾਡੀ ਪਰਵਰਿਸ਼ ਕਰੀ, ਉਹਨਾਂ ਦੇ ਲਈ ਸਾਡੇ ਕੀ ਹੱਕ ਨੇ, ਅਸੀਂ ਉਹਨਾਂ ਲਈ ਕੀ ਕਰਨਾ ਹੈ, ਸਾਡੀ ਇੱਜ਼ਤ ਕਿੱਥੇ ਬਰਕਰਾਰ ਰਹਿਣੀ ਚਾਹੀਦੀ ਹੈ। ਗੱਲ ਇਹ ਹੋ ਰਹੀ ਹੈ, ਇੱਥੇ ਧੀਆਂ ਨੂੰ ਸ਼ਹਿ ਦੇਣ ਦੀ ਗੱਲ ਨਹੀਂ ਹੋ ਰਹੀ। ਮੈਡਮ ਕਿਆ ਤੁਸੀਂ ਇਹ ਵਰਡ ਸੁਣਿਆ, ਐਕਸਪੈਕਟੇਸ਼ਨ ਇਜ਼ ਆਲਵੇਜ਼ ਹਰਟਸ? ਜੀ ਬਿਲਕੁਲ ਇਹ ਲਾਈਨ ਸੁਣੀ ਹੋਏਗੀ। ਬਿਲਕੁਲ ਜੀ, ਬਿਲਕੁਲ। ਅਗਰ ਅਸੀਂ ਆਪਣੇ ਬੱਚਿਆਂ ਤੋਂ ਓਵਰ ਐਕਸਪੈਕਟੇਸ਼ਨ ਕਰਾਂਗੇ ਤੇ ਅਸੀਂ ਹਰਟ ਹੋਵਾਂਗੇ, ਕਿਉਂਕਿ ਅਸੀਂ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰਾਂਗੇ। ਅਸੀਂ ਇਹ ਨਹੀਂ ਕਹਿ ਰਹੇ, ਸ਼ਹਿ ਨਹੀਂ ਦੇ ਰਹੇ ਕਿਸੇ ਨੂੰ। ਮੈਡਮ ਆਈ ਐਮ ਆਲਸੋ ਅ ਵੂਮਨ, ਮੈਂ ਜਾਣਦੀ ਜੀ ਬਿਲਕੁਲ। ਐਟਲੀਸਟ 18 ਸਾਲ ਦੇ ਲਈ ਅਬਵ ਲਈ ਇਹ ਲੀਗਲ ਰੂਲ ਇਸ ਲਈ ਬਣਿਆ ਮੈਡਮ, ਕਿਉਂਕਿ ਜਿੱਥੇ ਇੰਨੇ ਸੁਸਾਈਡ ਕੇਸ ਦੇਖਣ ਨੂੰ ਮਿਲਦੇ ਨੇ, ਜਿੱਥੇ ਇੰਨੀਆਂ ਆਤਮ ਹੱਤਿਆ ਦੇਖਣ ਨੂੰ ਮਿਲਦੀਆਂ, ਕਤਲ ਕੀਤੇ ਜਾਂਦੇ ਨੇ ਕੁੜੀ ਮੁੰਡਿਆਂ ਦੇ, ਸ਼ਰੇ ਬਾਜ਼ਾਰ ਚੌਂਕ ਦੇ ਵਿੱਚ ਕੁੱਟ-ਕੁੱਟ ਕੇ ਮਾਰਿਆ ਜਾਂਦਾ ਹੈ, ਉਹ ਚੀਜ਼ ਨੂੰ ਰੋਕਣ ਵਾਸਤੇ ਲਾਅ ਬਣਾਇਆ ਗਿਆ। ਨਹੀਂ, ਪਰ ਕੀ ਤੁਹਾਨੂੰ ਲੱਗਦਾ ਵੀ ਕੁੜੀ ਦਾ ਘਰੋਂ ਭੱਜ ਜਾਣਾ, ਕਿਸੇ ਦੇ ਘਰੇ ਰਾਤ ਕੱਟ ਕੇ ਆਉਣਾ, ਵੀ ਅਸੀਂ ਆਪਣੇ ਬੱਚਿਆਂ ਨੂੰ ਇਹ ਕਹੀਏ ਵੀ ਇਹ ਠੀਕ ਹੈ, ਇਹ ਬਿਲਕੁਲ ਠੀਕ ਨਹੀਂ ਹੈ। ਟੀਨਾ ਜੀ ਮੈਂ ਇਸ ਚੀਜ਼ ਦੇ ਬਿਲਕੁਲ ਕਿਹੜਾ ਬੇਵਕੂਫ ਇਸ ਡਿਬੇਟ ਤੇ ਬੈਠ ਕੇ ਕਹਿ ਰਿਹਾ ਕਿ ਇਹ ਸਹੀ ਹੈ? ਕਿਹੜਾ ਕਹਿ ਰਿਹਾ? ਨਹੀਂ, ਅਸੀਂ ਕਹਿ ਰਹੇ ਹਾਂ ਨਾ ਵੀ ਉਹ ਅੰਡਰ 18 ਸੀ, ਅੰਡਰ 18 ਤੋਂ ਉੱਪਰ ਹੋ ਜਾਣਗੇ ਫਿਰ ਸਾਨੂੰ ਦੱਸਣਾ ਚਾਹੀਦਾ ਵੀ ਉਸ ਤੋਂ ਬਾਅਦ ਤੁਹਾਡੇ ਤੁਸੀਂ ਇਹ ਕੰਮ ਕਰ ਸਕਦੇ ਹੋ, ਹੈ ਨਾ। ਅਗਰ ਉਹ ਕਰਨਾ ਚਾਹੁੰਦੀ ਹੈ ਮੈਡਮ, ਤੁਸੀਂ ਕਿੱਦਾਂ ਰੋਕ ਲਓਗੇ? ਅਗਰ ਕੋਈ ਕਰਨਾ ਚਾਹੁੰਦਾ ਹੋਵੇਗਾ, ਤੁਸੀਂ ਕਨਸਟੀਟਿਊਸ਼ਨ ਲਾਅ ਨੂੰ ਥੋੜੀ ਤੋੜ ਦਿਓਗੇ। ਮੈਂ ਲਾਅ ਦੀ ਗੱਲ ਨਹੀਂ ਕਰ ਰਹੀ, ਮੈਂ ਇੱਥੇ ਲਾਅ ਦੀ ਗੱਲ ਨਹੀਂ ਕਰ ਰਹੀ। ਮੈਂ ਆਪਾਂ ਇੱਕ ਪਰਸਨਲੀ ਡਿਬੇਟ ਤੇ ਬੈਠੇ ਹੋਏ ਆ ਵੀ ਕੁੜੀਆਂ ਦੇ ਲਈ ਕੀ ਚੀਜ਼, ਕੁੜੀਆਂ ਨੂੰ ਸਹੀ ਜਾਂ ਗਲਤ ਸਮਝਾਉਣਾ ਤਾਂ ਸਾਡਾ ਫਰਜ਼ ਹੈ। ਮੈਡਮ ਗਿੱਲ ਦਾ ਪੁਆਇੰਟ ਲੈ ਕੇ ਆਣਾ ਚਾਹ ਰਿਹਾ ਮੈਂ, ਇੱਕ ਮਿੰਟ ਮੈਡਮ ਗਿੱਲ ਦਾ ਪੁਆਇੰਟ ਲੈ ਕੇ ਆਣਾ ਚਾਹ ਰਿਹਾ। ਮੈਡਮ ਗਿੱਲ ਪਲੀਜ਼, ਟੀਨਾ ਜੀ ਇੱਕ ਮਿੰਟ ਪਲੀਜ਼, ਟੀਨਾ ਜੀ ਇੱਕ ਮਿੰਟ। ਇੱਕ ਲਾਈਨ ਗੌਰਵ ਜੀ, ਓਨਲੀ 15 ਸੈਕਿੰਡ। ਹਾਂਜੀ ਅੱਛਾ ਮੈਡਮ, ਅਗਰ ਬੱਚਿਆਂ ਨੂੰ ਅਸੀਂ ਅੱਛੀ ਸਿੱਖਿਆ ਦੇਵਾਂਗੇ ਤੇ ਹਰ ਬੱਚਾ 18 ਸਾਲ ਤੋਂ ਬਾਅਦ ਵਿਆਹ ਕਰਾਉਣ ਨੂੰ ਨਹੀਂ ਤੁਰ ਪੈਂਦਾ। ਜੀ ਬਿਲਕੁਲ, ਠੀਕ ਹੈ ਜੀ। ਉਹ ਬਿਲਕੁਲ ਪੈਰਾਂ ਤੇ ਸਟੈਂਡ ਹੋ ਕੇ ਇੰਡੀਵਿਜੂਅਲ ਆਪਣੇ ਰਾਈਟਸ ਲੈ ਕੇ ਉਸ ਤੋਂ ਬਾਅਦ ਪੇਰੈਂਟਸ ਨਾਲ ਡਿਸਕਸ ਕਰਦਾ ਹੈ ਕਿ ਨਾਓ ਆਈ ਐਮ ਕੈਪੇਬਲ ਇਨਫ, ਆਈ ਐਮ ਅਰਨਿੰਗ ਨਾਓ, ਮੈਂ ਹੁਣ ਵਿਆਹ ਕਰਨ ਦੇ ਕਾਬਿਲ ਆ। ਆਪਣੇ ਪੇਰੈਂਟਸ ਨਾਲ ਡਿਸਕਸ ਕਰਦਾ ਔਰ ਉਹ ਜਾ ਕੇ ਆਪਣੇ ਪੇਰੈਂਟਸ ਨੂੰ ਦੱਸਦੀ ਹੈ ਜਾਂ ਦੱਸਦਾ ਹੈ ਕਿ ਮੈਂ ਕਿਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਮੈਡਮ ਗਿੱਲ ਓਕੇ ਮੈਮ, ਓਕੇ, ਕਿਉਂਕਿ ਫੋਨ ਲਾਈਨ ਵੀ ਖੋਲੀ ਹੈ, ਪੰਜਾਬ ਤੋਂ ਕਾਲਾਂ ਆ ਰਹੀਆਂ, ਉਹ ਵੀ ਥੋੜੀ ਸੁਣਾਂਗੇ, ਲੋਕਾਂ ਦਾ ਫੀਡਬੈਕ ਵੀ ਲਾਂਗੇ। ਮੈਡਮ ਗਿੱਲ, ਮੈਡਮ ਸੋਲ ਮੈਂ ਆ ਰਿਹਾ। ਜੀ
ਮੈਂ ਇਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਸਾਡੀ ਸੋਸ਼ਲਾਈਜੇਸ਼ਨ ਆ ਜਿਹੜੀ ਉਹ ਚੇਂਜ ਹੋਣ ਦੀ ਲੋੜ ਆ। ਅਸੀਂ ਸਾਈਕੋਲੋਜੀਕਲ ਜਿਹੜਾ ਆਸਪੈਕਟ ਆ ਉਹਨੂੰ ਬਿਲਕੁਲ ਇਗਨੋਰ ਕਰਦੇ ਆ, ਠੀਕ ਹੈ। ਇਹ ਮੈਂ ਤੇ ਲਖਨਪਾਲ ਜੀ ਨਾਲ ਬਿਲਕੁਲ ਸਹਿਮਤ ਨਹੀਂ ਹੈਗੀ। ਕੋਈ ਸ਼ੈ ਨਹੀਂ ਦੇ ਰਿਹਾ ਬੱਚਿਆਂ ਨੂੰ, ਬਲਕਿ ਅਸੀਂ ਬੱਚਿਆਂ ਨੂੰ, ਮੁੰਡਿਆਂ ਨੂੰ ਵੀ, ਕੁੜੀਆਂ ਨੂੰ ਵੀ ਉਹਨਾਂ ਨੂੰ ਕਹਿ ਰਹੇ ਆ ਕਿ ਕੀ ਤੁਹਾਡੇ ਲਈ ਸਹੀ ਆ, ਕੀ ਗਲਤ ਆ। ਇਹੀ ਗੱਲ ਮੈਡਮ ਗਿੱਲ ਮੈਂ ਕਹਿਣਾ ਚਾਹੁੰਦੀ ਆ ਵੀ ਅਸੀਂ ਜਿਹੜਾ ਉਹਨਾਂ ਨੂੰ ਕਹਿੰਦੇ ਨੇ ਵੀ 18 ਸਾਲ ਤੋਂ ਬਾਅਦ ਤੁਹਾਡੇ ਰਾਈਟਸ ਨੇ, ਸੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਰਾਈਟਸ ਨੂੰ ਅਸੀਂ ਗਲਤ ਤਰੀਕੇ ਨਾਲ ਲੈਣਾ ਜਾਂ ਸਹੀ ਤਰੀਕੇ ਨਾਲ ਲੈਣਾ। ਇਹੀ ਮੈਂ ਕਹਿਣਾ ਚਾਹੁੰਦੀ ਹਾਂ। ਠੀਕ ਹੈ, ਲੈਟ ਮੀ ਕੰਪਲੀਟ। ਰਾਈਟ ਹੈਗੇ ਨੇ ਜੀ, ਉਹ ਉਹਨਾਂ ਦੀ ਚੁਆਇਸ ਆ। ਜਿਹੜੀ ਚੀਜ਼ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੋਂ ਹੀ ਮਿਲ ਗਈ ਆ ਜੀ, ਸਿਰਫ ਇਹ ਸਾਡੀ ਨਹੀਂ ਗਈ। ਜਿਹੜੀਆਂ ਅਸੀਂ ਟ੍ਰੀਟੀਜ਼ ਜਿਹੜੀਆਂ ਰੈਟੀਫਾਈ ਕੀਤੀਆਂ ਹੋਈਆਂ ਨੇ, ਇੰਟਰਨੈਸ਼ਨਲ ਕਨਵੈਨਸ਼ਨ ਔਨ ਜਿਹੜੀ ਯੂਐਨਓ ਦੀ ਕਨਵੈਨਸ਼ਨ ਔਨ ਜਿਹੜੇ ਲਾਅ ਬਣਾਏ ਗਏ ਨੇ ਕਿਤੇ ਨਾ ਕਿਤੇ ਇਸ ਚੀਜ਼ ਦਾ ਕੁੜੀਆਂ ਗਲਤ ਫਾਇਦਾ ਚੱਕ ਰਹੀਆਂ ਨੇ। ਗੱਲ ਸੁਣੋ, ਮੇਰੀ ਗੱਲ ਸੁਣੋ ਜੀ, ਮੇਰੀ ਗੱਲ ਸੁਣੋ। ਅਸੀਂ ਜੰਗਲ ਰਾਜ ਤੋਂ, ਹੋਮੋ ਸੇਪੀਅਨ ਤੋਂ, ਕੋਗਨੀਟਿਵ ਰੈਵੋਲੂਸ਼ਨ, ਐਗਰੀਕਲਚਰ ਰੈਵੋਲੂਸ਼ਨ, ਇੰਡਸਟਰੀਅਲ ਰੈਵੋਲੂਸ਼ਨ, ਸਾਇੰਟਿਫਿਕ ਰੈਵੋਲੂਸ਼ਨ ਤੋਂ ਬਾਅਦ ਇੱਥੇ ਤੱਕ ਪਹੁੰਚੇ ਆ, ਠੀਕ ਹੈ ਜੀ। ਸੋ ਰਾਈਟ ਜਿਹੜੇ ਹੈਗੇ ਉਹ ਹੈਗੇ, ਔਰ ਹਰੇਕ ਆਪਣੇ ਰਾਈਟ ਲਈ ਅਵੇਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬਟ ਜੇ ਤੁਹਾਡੀ ਬੱਚਿਆਂ ਨੂੰ ਪਰਵਰਿਸ਼ ਸਹੀ ਦਿੱਤੀ ਹੋਊਗੀ, ਬੱਚੇ ਕੈਰੀਅਰ ਓਰੀਐਂਟਡ ਹੋਣਗੇ, ਨਾ ਕਿ ਉਹਨਾਂ ਨੂੰ ਵਿਆਹ ਦੀ ਫਿਕਰ ਹੋਊਗੀ। ਪਰ ਅੱਜ 99% ਕੁੜੀਆਂ ਘਰੋਂ ਭੱਜ ਕੇ ਵਿਆਹ ਕਰਾ ਰਹੀਆਂ ਨੇ, ਆਪਣੀ ਮਰਜ਼ੀ ਨਾਲ ਵਿਆਹ ਕਰਾ ਰਹੀਆਂ ਨੇ, ਹੈਨਾ। ਇਹਦਾ ਮਤਲਬ ਉਹਨਾਂ ਦੀ ਪਰਵਰਿਸ਼ ਖਰਾਬ ਹੈ। 99% ਇਹ ਤੁਹਾਡੀ ਧਾਰਨਾ ਆ ਮੈਮ, ਇਹ ਤੁਹਾਡੀ ਧਾਰਨਾ ਆ। ਇਹੋ ਜਿਹਾ ਕੁਝ ਨਹੀਂ ਹੈਗਾ। ਕੋਈ 99% ਬੱਚਿਆਂ ਨੂੰ ਵਿਆਹ ਦੀ ਨਹੀਂ ਫਿਕਰ ਲੱਗੀ ਹੋਈ। ਬੱਚੇ ਕਰੀਅਰ ਦੀ ਗੱਲ ਨਹੀਂ ਕਰ ਰਹੀ, ਮੈਂ ਫਿਕਰ ਦੀ ਗੱਲ ਨਹੀਂ ਕਰ ਰਹੀ। ਉਹ ਲਵ ਮੈਰਿਜ ਨੂੰ ਪਹਿਲੇ ਨੰਬਰ ਤੇ ਰੱਖਦੇ ਨੇ ਵੀ ਸਾਡੇ ਹੱਕ ਨੇ, ਸਾਡੀ ਚੁਆਇਸ ਹੈ। ਉਹਨਾਂ ਦੀ ਚੁਆਇਸ ਆ, ਵੀ ਕਿ ਚੁਆਇਸ ਮੈਡਮ ਇਹਦੇ ਚ ਗਲਤ ਕੀ ਹੈ? ਨਾਲ ਵਿਆਹ ਵੀ ਨਹੀਂ ਕਰ ਸਕਦੇ। ਨਹੀਂ, ਅਰੇ ਮੈਡਮ, ਅਰੇ ਇੱਕ ਮਿੰਟ ਮੈਡਮ, ਇਹਦੇ ਚ ਗਲਤ ਅਰੇਂਜ ਮੈਰਿਜ, ਉਹਨਾਂ ਨੂੰ ਪਤਾ ਹੋਣਾ ਅਰੇਂਜ ਮੈਰਿਜ ਦੇ ਵਿੱਚ ਡਾਈਵੋਰਸ ਨਹੀਂ ਹੁੰਦੇ। ਮਗੀ ਸੈਂਸਿਟਾਈਜ਼ ਅਵੇਅਰ ਕਰਨ ਦੀ ਗੱਲ ਕਰ ਰਹੇ, ਠੀਕ ਹੈ। ਲੈਟ ਮੀ ਟੇਕ ਸਮ ਕਾਲਸ ਮੈਮ, ਜਸਟ ਟੈਲ ਮੀ, ਅਰੇਂਜ ਮੈਰਿਜ ਚ ਡਾਈਵੋਰਸ ਨਹੀਂ ਹੁੰਦੇ ਮੈਡਮ। ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜਿੱਦਾਂ ਤੁਸੀਂ ਪਹਿਲਾਂ ਇਹ ਪੁਆਇੰਟ ਕੀਤਾ ਸੀ ਕਿ ਅਰੇਂਜ ਮੈਰਿਜ ਦੇ ਵਿੱਚ 99% ਡਾਈਵੋਰਸ ਹੁੰਦੇ ਨੇ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ 18 ਸਾਲ ਤੋਂ ਬਾਅਦ ਜਦੋਂ ਅਸੀਂ ਕਹਿ ਰਹੇ ਹਾਂ ਬੱਚਿਆਂ ਨੂੰ ਵੀ ਤੁਹਾਡੇ ਰਾਈਟਸ ਨੇ, ਐਟਲੀਸਟ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੀਆਂ ਲਿਮਿਟਸ ਕੀ ਨੇ ਉਹ ਰਾਈਟਸ ਦੀਆਂ। ਟੂ ਸੈਂਸਿਟਾਈਜ਼ them, to aware them, ਉਹ ਤਾਂ ਪੇਰੈਂਟਸ ਨੇ ਸਿਖਾਣੀ ਨਾ, ਉਹ ਤੇ ਮਾਂ-ਬਾਪ, ਉਹ ਤੇ ਮੈਡਮ ਮਾਂ-ਬਾਪ ਸਿਖਾਣਗੇ ਨਾ, ਉਹ ਅਸੀਂ ਥੋੜੀ ਸਿਖਾਣ ਜਾਣਾ ਉਹਨਾਂ ਨੂੰ। ਮੈਂ ਤੁਹਾਡੇ ਸਮਝਾਉਣ ਦੀ ਗੱਲ ਕਰ ਰਹੀ ਹਾਂ, ਮੈਂ ਵੈਸੇ ਕਾਨੂੰਨੀਅਨ ਦੀ ਗੱਲ ਕਰ ਰਹੀ ਹਾਂ। ठीक है, मैं कुछ कॉल्स लेके आ रहे हैं, मैं कुछ कॉल्स लेके आ रहा हूं सर, प्लीज एक मिनट। हेलो प्लीज, हेलो ਚੈਨਲ ਤੇ ਤੁਹਾਨੂੰ ਸਾਰੇ ਸੁਣ ਰਹੇ ਆ सर अब मैंने कुछ कॉल्स ले लें दो, पंजाब के लोग कॉल्स कर रहे हैं सर। बलबीर जी में आ रहे हैं, बलबीर जी आ रहे हैं प्लीज। हेलो हेलो गौरव जी, सत श्री अकाल जी। सत श्री अकाल सर, की कहना चाह रहे हो, कित्थों बोल रहे हो सर, की राय है ਤੁਹਾਡੀ सर, फटाफट दसो। ਗੁਰਮੀਤ ਸਿੰਘ ਬੋਲ ਰਿਹਾ ਜੀ, ਨਾਭੇ ਤੋਂ। हाँ जी, हाँ जी गुरमीत जी दसो सर, की कहना चाह रहे हो। ਗੱਲ ਇਹ ਹੈ ਜੀ, ਦੇਖੋ ਮਾਂ ਪਿਓ ਕਦੇ ਵੀ ਆਪਣੇ ਬੱਚਿਆਂ ਲਈ ਮਾੜਾ ਨਹੀਂ ਸੋਚਦਾ जी, ਪਰ ਗੱਲ ਇਹ ਹੈ, ਮੈਂ ਬਲਬੀਰ ਸਿੰਘ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਇਹ ਬੱਚਿਆਂ ਦੀ ਹੁਣ ਆਪਣੀ ਲਿਮਟ ਪਾਰ ਕਰ ਰਹੀਆਂ ਨੇ। ओके, ਦੇਖੋ ਸਾਡੀਆਂ ਸਰਕਾਰਾਂ ਦਾ ਵੀ ਕਸੂਰ ਆ, ਸਾਡੀਆਂ ਕੋਰਟਾਂ ਦਾ ਵੀ ਕਸੂਰ ਆ, ਜਿਹੜੀਆਂ ਬੀਬੀਆਂ ਨੂੰ ਸਹਾਇ ਦੇ ਰਹੀਆਂ ਨੇ। ਦੇਖੋ ਜੇ ਇਹਨਾਂ ਨੇ ਵਿਆਹ ਕਰਾਉਣਾ ਵੀ ਹੈ, ਲਵ ਮੈਰਿਜ ਕਰਾਉਣੀ ਹੈ, ਤਾਂ ਮਾਂ ਪਿਓ ਨੂੰ ਕਿਉਂ ਨਹੀਂ ਸਹਿਮਤ ਕਰ ਲਿਆ ਜਾਂਦਾ? ਮਾਂ ਪਿਓ ਕੋਈ ठीक है मैडम प्लीज जवाब ना देना, हाले पहले पॉइंट ले लें दो मैडम, पॉइंट ले लें दो, ਤੁਸੀਂ ਜਵਾਬ ਦੇਣਾ ਸਾਰੇ ਤੁਹਾਡੇ ਕੋਲ ਆਉਂਗਾ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਅਸੀਂ ਇਹੀ ਬੋਲੇ ਮੈਡਮ ਪਲੀਜ਼। ਹੈਲੋ, ਕੁਝ ਕਾਲਸ ਲੈ ਲੈਂਦੋ। ਹੈਲੋ ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹ ਰਹੇ ਹੋ ਸਰ? ਹਾਂਜੀ ਮੈਂ ਮੋਹਾਲੀ ਤੋਂ ਸਰ। ਮੈਂ ਕਹਿ ਰਿਹਾ ਵੀ ਜਿਹੜੀ ਵੀ ਇਹ ਘਟਨਾ ਹੋਈ ਹੈ ਬਹੁਤ ਮੰਦਭਾਗੀ ਹੋਈ ਹੈ ਜੀ। ਮੰਨਦੇ ਆ ਵੀ ਆਪਾਂ ਆਪਣੀਆਂ ਬੇਟੀਆਂ ਨੂੰ ਖੁੱਲਾ ਹੱਕ ਦੇਣ ਦਾ ਸਾਡਾ ਫਰਜ਼ ਹੈ। ਬਾਬਾ ਨਾਨਕ ਜੀ ਨੇ ਵੀ ਕਿਹਾ, ਸੋ ਕਿਉ ਮੰਦਾ ਆਖੀਆ ਜਿਤ ਜੰਮੇ ਰਾ ਜਾਨ। ਜੀ, ਸਹੀ ਗੱਲ ਆ ਵੀ ਸਾਨੂੰ ਜਾਤੀ ਪ੍ਰਥਾ ਤੋਂ ਉੱਠ ਕੇ ਉੱਪਰ ਇਹ ਚੀਜ਼ਾਂ ਤੋਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ। ਜੇ ਬੱਚੇ ਕਿਸੇ ਦੇ ਨਾਲ ਪ੍ਰੇਮ ਕਰਦਾ, ਕੋਈ ਚੱਕਰ ਨਹੀਂ, ਅਸੀਂ ਉਸ ਦੇ ਨਾਲ ਉਸਦਾ ਵਿਆਹ ਕਰ ਦਿੰਦੇ ਆ। ਪਰ ਜਿਹੜੇ ਬੱਚੇ ਏਦਾਂ ਜੂਝ ਕਰਕੇ ਜਾਂਦੇ ਆ, ਜਾਂ ਜਿਸ ਤਰ੍ਹਾਂ ਮੇਰੀਆਂ ਭੈਣਾਂ ਬੈਠੀਆਂ ਨੇ ਵੱਖਰੀ ਵੱਖਰੀ ਸਮਾਜ ਪਾਰਟੀ ਤੋਂ ਆਈਆਂ ਨੇ, ਤੇ ਇਹਨਾਂ ਦੇ ਵਿੱਚੋਂ ਇਹ ਜਨਰਲ ਪਾਰਟੀ ਨੂੰ ਬਿਲੋਂਗ ਕਰਦੀਆਂ ਹੋਣਗੀਆਂ। ਮੈਂ ਇੱਕ ਐਸੀ ਚਮਾਰ ਪਾਰਟੀ ਨੂੰ ਆਪਣੇ ਰਮਦਾਸੀਆ ਸਿੱਖ ਨੂੰ ਬਿਲੋਂਗ ਕਰਦਾ। ਮੈਂ ਗਵਰਨਮੈਂਟ ਜੌਬ ਤੇ ਆ, ਮੇਰੀ ਵਾਈਫ ਵੀ ਗਵਰਨਮੈਂਟ ਜੌਬ ਤੇ ਆ। ਕਿ ਇਹਨਾਂ ਦੇ ਵਿੱਚੋਂ ਕੋਈ ਵੀ ਲੇਡੀਜ਼ ਆਪਣੀ ਧੀ ਮੇਰੇ ਬੇਟੇ ਨਾਲ ਵਿਆਹੇਗੀ? ਪਲੀਜ਼ ਮੇਰਾ ਕੁਐਸਚਨ। ਮੈਂ ਜਵਾਬ ਲੈ ਲਾਂਗਾ, ਮੈਂ ਤੁਹਾਡਾ ਸਰ ਜਵਾਬ ਲਵਾਂਗਾ। ਧੰਨਵਾਦ ਸਰ। ਇੱਕ ਦੋ ਕਾਲਸ ਲੈ ਲੈਂਦੋ, ਜਵਾਬ ਸਾਰੇ ਕੋਲ ਲੈ ਲਾਂਗੇ ਸਰ, ਕੋਈ ਗੱਲ ਨਹੀਂ। ਹੈਲੋ 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 ਹਾਂਜੀ ਸਰ, ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹ ਰਹੇ ਹੋ ਸਰ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਵੀਰ ਬਠਿੰਡਾ ਤੋਂ ਬੋਲ ਰਿਹਾ ਜੀ। ਜੀ ਸਰ। ਸਰ ਮਰਡਰ ਵਾਲੀ ਗੱਲ ਤਾਂ ਗਲਤ ਹੈ ਜੀ। ਇਹਦਾ ਮਰਡਰ ਕਰਨਾ ਤਾਂ ਦੇਖੋ, ਮਰਡਰ ਕਰਨਾ ਠੀਕ,
ਮਤਲਬ ਕਿ ਸਾਰੀਆਂ ਗੱਲਾਂ ਜਾਇਜ਼ ਆ, ਪਰ ਇਹ ਜਿਹੜਾ ਕਿਸੇ ਨੂੰ ਮਾਰਨਾ ਇਹ ਗਲਤ ਹੈ, ਇਹ ਮਨੁੱਖਤਾ ਦੇ ਖਿਲਾਫ ਹੈ। ਮੈਡਮ ਪਲੀਜ਼ ਮੈਂ ਬਿਲਕੁਲ ਹੀ ਗਲਤ ਆ ਨਾ। ਬਿਲਕੁਲ ਠੀਕ ਹੈ ਵੀ ਬੱਚੀ ਨੇ ਗਲਤੀ ਕੀਤੀ ਹੈ, ਪਰ ਮਰਡਰ ਕਰਨਾ ਤਾਂ ਕੋਈ ਹੱਲ ਥੋੜਾ ਨਾ ਹੋਇਆ, ਕੋਈ ਗੱਲ ਥੋੜਾ ਨਾ ਹੋਈ, ਬਿਲਕੁਲ ਹੀ ਖਿਲਾਫ ਬੱਚੇ ਨੂੰ ਮਾਰ ਰਹੇ ਹੋ। ਠੀਕ ਹੈ ਗੱਲ ਸਰ, ਧੰਨਵਾਦ ਸਰ। ਹੈਲੋ ਹੈਲੋ, ਠੀਕ ਹੈ ਮੈਡਮ ਗਿੱਲ, ਮੈਡਮ ਦੱਸੋ ਜੀ ਕੀ ਕਹਿਣਾ ਚਾਹ ਰਹੇ ਹੋ? ਪੰਜਾਬ ਦੇ ਲੋਕਾਂ ਦੀ ਆਵਾਜ਼ ਵੀ ਤੁਸੀਂ ਸੁਣ ਲਈ, ਨਾਲ ਨਾਲ ਫੀਡਬੈਕ ਆ ਰਿਹਾ, ਕੀ ਕਹਿਣਾ ਚਾਹੋਗੇ? ਮੈਂ ਇੱਥੇ ਇਹੀ ਗੱਲ ਉਹਨਾਂ ਦੇ ਨਾਲ ਸਹਿਮਤ ਹੈ ਜਿਹੜੇ ਲਾਸਟ ਕਾਲਰ ਹੈਗੇ ਆ ਕਿ ਬੱਚਾ ਜੇ ਗਲਤ ਰਾਹ ਤੇ ਗਿਆ ਆ। ਦੇਖੋ ਪਹਿਲੀ ਗੱਲ ਆ ਕਿ ਇੱਥੇ ਮੈਰਿਜ ਵਾਲਾ ਤਾਂ ਕਨਸੈਪਟ ਹੀ ਨਹੀਂ ਹੈਗਾ, ਬਿਕਾਜ਼ ਚਾਈਲਡ ਵਾਈਜ਼ ਬਿਲੋ 18, ਸੋ ਉਹ ਬੱਚੀ ਸੀਗੀ, ਠੀਕ ਹੈ। ਤੇ ਜਿਹੜੀ ਬੱਚੀ ਆ ਉਹ ਬਹੁਤ ਟੈਂਡਰ ਏਜ ਹੁੰਦੀ ਆ, ਟੀਨੇਜਰ ਆ, ਉਹਦੇ ਵਿੱਚ ਕਿਸੇ ਨੂੰ ਵੀ ਵਰਗਲਾਇਆ ਬਹੁਤ ਈਜ਼ੀਲੀ ਜਾਂਦਾ ਆ, ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਉਸ ਸਮੇਂ ਬੱਚੇ ਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ, ਉਸ ਸਮੇਂ ਬੱਚੇ ਦੀ ਕਾਉਂਸਲਿੰਗ ਕਰਕੇ ਉਹਨੂੰ ਸਹੀ ਰਾਹ ਤੇ ਪਾਇਆ ਜਾਣਾ ਚਾਹੀਦਾ ਆ। ਬਲਕਿ ਇਸ ਚੀਜ਼ ਲਈ ਸਾਨੂੰ ਮੁਹਿੰਮਾਂ ਵਿੱਢਣੀਆਂ ਚਾਹੀਦੀਆਂ ਨੇ, ਸਕੂਲਾਂ ਦੇ ਵਿੱਚ ਜਾ ਕੇ ਇਹ ਜਿਹੜੇ ਟੀਨੇਜਰਸ ਬੱਚੇ ਆ ਉਹਨਾਂ ਨੂੰ ਸਮਝਾਉਣਾ, ਔਰ ਪੇਰੈਂਟਸ ਨੂੰ ਸਮਝਾਉਣਾ ਸਭ ਤੋਂ ਜ਼ਿਆਦਾ ਪਹਿਲੇ ਨੰਬਰ ਤੇ ਜ਼ਰੂਰੀ ਆ। ਦੂਜਾ ਜਿਹੜੀ ਬਾਈ ਜੀ ਨੇ ਇੱਥੇ ਗੱਲ ਕੀਤੀ ਸੀਗੀ, ਬਿਲਕੁਲ ਉਹ ਡੈੱਡ ਬੋਡੀ, ਸਿਰਫ ਉਹਨਾਂ ਨੇ ਬੱਚੇ ਨੂੰ ਮਾਰਿਆ ਨਹੀਂ ਗਾ, ਉਹ ਕਹਿੰਦੇ ਨੇ ਕਿ ਅਣਖ ਦੀ ਖਾਤਰ ਉਹਨੇ ਧੀ ਦੀ ਲਾਸ਼ ਦੀ ਬੇਅਦਬੀ ਕੀਤੀ ਆ। ਮੈਂ ਇੱਥੇ ਤੁਸੀਂ ਦੇਖੋ ਕਿ ਜਦੋਂ ਕਿਤੇ ਵਾਰ ਹੁੰਦੀ ਆ, ਕਿਸੇ ਦੂਜੇ ਦੇਸ਼ ਦੇ ਸੋਲਜਰ ਜਿਹੜੇ ਸ਼ਹੀਦ ਹੋ ਜਾਂਦੇ ਆ, ਮਾਰੇ ਜਾਂਦੇ ਆ, ਉਹਨਾਂ ਨੂੰ ਵੀ ਇੱਜ਼ਤ ਨਾਲ ਉਹਨਾਂ ਦੇ ਦੇਸ਼ ਪਹੁੰਚਾਇਆ ਜਾਂਦਾ ਜਾਂ ਉਹਨਾਂ ਦਾ ਅੰਤਮ ਸੰਸਕਾਰ ਆ ਜਿਵੇਂ ਕੀਤਾ ਜਾਂਦਾ। ਇੱਥੇ ਆਪਣੀ ਧੀ ਦੀ ਲਾਸ਼ ਦੀ ਬੇਅਦਬੀ ਕਰਨਾ, ਤੇ ਉਹ ਅੱਗੋਂ ਕਹਿ ਰਿਹਾ ਕਿ ਮਤਲਬ ਪਿਓ ਨੇ ਅਣਖ, ਉਹ ਕਿਹੜਾ ਪਿਓ ਆ ਜਿਹੜਾ ਆਪਣੀ ਧੀ ਦੀ ਹੋਈ ਬੇਪੱਤੀ ਕਰ ਦੂਗਾ? ਇਹ ਧੀ ਦੀ ਬੇਪੱਤੀ ਕੀਤੀ ਗਈ ਆ। ਠੀਕ ਹੈ ਮੈਡਮ ਸੋਲ ਜੀ, ਇਸ ਚੀਜ਼ ਨੂੰ ਸਾਨੂੰ ਸਮਝਣਾ ਪਊਗਾ। ਇਹ ਦੁੱਖ ਲੱਗਾ ਮੈਨੂੰ ਪੰਜਾਬ ਦੇ ਵਿੱਚ ਇਸ ਵੇਲੇ ਸਾਡੇ ਨੌਜਵਾਨ ਤੇ ਲੜਕੀਆਂ ਜਿਹੜੀਆਂ ਨਸ਼ਾ ਕਰਕੇ ਮਰ ਰਹੀਆਂ, ਉਹਨਾਂ ਬਾਰੇ ਵੀ ਕੋਈ ਗੱਲ ਕਰਦੇ ਹੋ ਕਿ ਸਰਕਾਰ ਉਹ ਤੇ ਕੁਝ ਨਾ ਕੋਈ ਪ੍ਰਸ਼ਾਸਨ ਆ ਰਹੇ ਸਰ, ਪਰ ਜੋ ਇੱਕ ਚੀਜ਼ ਹੋਈ ਹੈ ਉਸ ਦੇ ਬਾਰੇ ਚਰਚਾ ਕਰ ਲਈਏ ਨਾ ਸਰ। ਨਸ਼ੇ ਵਾਲਾ ਤਾਂ ਮੈਂ ਹਰ ਦਿਨ ਸਰ ਕਰਦਾ ਜਦੋਂ ਮਾਮਲਾ ਸਾਹਮਣੇ ਆਉਂਦਾ, ਪਰ ਜੋ ਹੁਣ ਮਾਮਲਾ ਆਇਆ ਉਸ ਦੇ ਉੱਪਰ ਚਰਚਾ ਕਰਨੀ ਬਹੁਤ ਲਾਜ਼ਮੀ ਹੈ ਸਰ, ਇਸ ਕਰਕੇ ਕਰ ਰਹੇ ਹਾਂ। ਮੈਡਮ ਸੋਲ ਪਲੀਜ਼, ਆ ਰਹੇ हैं ਸਰ, ਆ ਰਹੇ हैं ਮੈਡਮ ਸੋਲ ਜੀ। ਮੈਂ ਸੁਣ ਰਹੀ ਹਾਂ ਇਹਨਾਂ ਦੀ ਸਾਰਿਆਂ ਦੀ ਗੱਲਾਂ ਸੁਣੀਆਂ। ਮੈਂ ਇਹ ਕਹਿਣਾ ਚਾਹਾਂਗੀ ਵਾਲੀਆ ਜੀ, ਦੇਖੋ ਗੱਲ ਇੱਥੇ ਇਹ ਹੈਗੀ ਹੈ ਕਿ ਜਿਵੇਂ ਵੀਰ ਜੀ ਨੇ ਕਿਹਾ ਕਿ ਖਾਲਸਾ ਕਾਲਜ ਜਾ ਕੇ ਦੇਖ ਲਓ, ਉੱਥੇ ਬੇਟੀਆਂ ਕੀ ਕਰ ਰਹੀਆਂ, ਫਿਰ ਗੱਲ ਮੁੜ ਤੋੜ ਉੱਥੇ ਆ ਰਹੀ ਹੈ ਕਿ ਦੇਖੋ ਬੇਟੀਆਂ ਕੀ ਕਰ ਰਹੀਆਂ, ਮਤਲਬ ਬਿਨਾਂ ਬੇਟਿਆਂ ਤੋਂ ਬੇਟੀਆਂ ਕੁਝ ਕਰ ਰਹੀਆਂ ਨੇ, ਮਤਲਬ ਆਪਾਂ ਆਪਣੇ ਬੇਟਿਆਂ ਵੱਲ ਵੀ ਤੇ ਵੇਖੀਏ ਕਿ ਉਹ ਕਰ ਕੀ ਰਹੇ ਨੇ। ਅਗਰ ਉਹ ਗਲਤ ਮੇਰੀ ਕਿਸੇ ਦਾ ਕੋਈ ਫਰਜ਼, ਮੇਰੀ ਇੱਕ ਬੇਨਤੀ ਸੁਣ ਲਿਓ, ਕਿਸੇ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਕਿਸੇ ਦੀ ਧੀ ਵੱਲ ਵੇਖ ਲਵੇ, ਕਿਸੇ ਦੀ ਕੋਈ ਜ਼ਰੂਰਤ ਨਹੀਂ ਆ ਕੋਈ ਧੀ। ਵੀਰ ਜੀ 1 ਮਿੰਟ, ਮੈਂ ਇਹੀ ਕਹਿਣਾ ਚਾਹ ਰਹੀ ਕਿ ਇਸ ਚੈਨਲ ਦੇ ਮਾਧਿਅਮ ਰਾਹੀਂ ਬਹੁਤ ਧੀਆਂ ਭੈਣਾਂ ਸੁਣ ਰਹੀਆਂ, ਬੇਟੀਆਂ ਸੁਣ ਰਹੀਆਂ, ਅਸੀਂ ਖੁਦ ਵੀ ਧੀਆਂ ਵਾਲੇ ਆ, ਮੈਂ ਵੀ ਕਿਸੇ ਦੀ ਬੇਟੀ ਆ, ਮੈਂ ਸ਼ੈ ਨਹੀਂ ਦੇ ਰਹੀ। ਮੈਂ ਮੈਡਮ ਨੇ ਪ੍ਰਿਆ ਨੇ ਗੱਲ ਕੀਤੀ ਸੀ, ਮੈਂ ਬਿਲਕੁਲ ਸਹਿਮਤ ਹਾਂ ਕਿ ਸਾਨੂੰ ਉਹਨਾਂ ਦੇ ਅਧਿਕਾਰ ਦੱਸਣ ਦੇ ਨਾਲ ਨਾਲ ਉਹਨਾਂ ਨੂੰ ਮਰਿਆਦਾ ਦੱਸਣੀ ਵੀ ਜ਼ਰੂਰੀ ਹੈ ਕਿ ਉਹਨਾਂ ਦੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ, ਬਿਲਕੁਲ। ਪਰ ਇਸ ਦੇ ਨਾਲ ਨਾਲ ਮਾਂ-ਬਾਪ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਅਗਰ ਬੇਟਿਆਂ ਨੂੰ ਵੀ ਸਹੀ ਪਰਵਰਿਸ਼ ਦਿੱਤੀ ਜਾਵੇ ਤਾਂ ਬੇਟੀਆਂ ਗਲਤ ਨਹੀਂ ਹੋਣਗੀਆਂ। ਦੂਜੀ ਗੱਲ ਹੈ ਕਿ ਇਸ ਦਾ ਕਿਸੇ ਵੀ ਬੱਚੇ ਨੂੰ ਸਮਝਾਉਣ ਦਾ ਢੰਗ ਇਹ ਨਹੀਂ ਹੈਗਾ ਕਿ ਉਸ ਦਾ ਮਰਡਰ ਕਰ ਦਿੱਤਾ ਜਾਵੇ ਔਰ ਉਹਨੂੰ ਇਸ ਤਰੀਕੇ ਨਾਲ ਉਸ ਬੱਚੇ ਦੀ ਬੇਅਦਬੀ ਕੀਤੀ ਜਾਵੇ, ਮਤਲਬ ਇਹ ਕਿਤੇ ਇਨਸਾਨੀਅਤ ਦੇ ਹੱਕ 'ਚ ਨਹੀਂ ਹੈਗਾ। ਇੱਥੇ ਮੈਂ ਬੈਠ ਕੇ ਧੀਆਂ ਨੂੰ ਸ਼ਹਿ ਨਹੀਂ ਦੇ ਰਹੀ ਕਿਉਂਕਿ ਮੇਰੇ ਘਰ ਵੀ ਧੀ ਹੈ, ਮੈਂ ਨਹੀਂ ਕਹੂੰਗੀ ਕਿ ਬੇਟੀਆਂ ਇਦਾਂ ਦਾ ਕੰਮ ਕਰਨ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀਆਂ ਧੀਆਂ ਹੈ ਉਹਨਾਂ ਦੀ ਬਹੁਤ ਮਰਿਆਦਾ ਹੁੰਦੀ, ਪਿਓ ਦੀ ਪੱਗ ਹੁੰਦੀ ਹੈ ਬੇਟੀ, ਪਿਓ ਦੀ ਇੱਜ਼ਤ ਹੁੰਦੀ ਹੈ ਬੇਟੀ, ਨਹੀਂ ਕਹਿ ਰਹੀ, ਲੇਕਿਨ ਮੈਂ ਕਹਿ ਰਹੀ ਹਾਂ ਕਿ ਮਾਂ-ਬਾਪ ਨੂੰ ਵੀ ਸਮਝਣਾ ਪਏਗਾ ਕਿ ਮੇਰਾ ਬੱਚਾ ਕਿਉਂ ਇਸ ਕਿਹੜੀ ਗਲਤ ਡਾਇਰੈਕਸ਼ਨ ਵੱਲ ਜਾ ਰਿਹਾ ਹੈ, ਉਹਨੂੰ ਕਿਸ ਤਰੀਕੇ ਨਾਲ ਰੋਕਣਾ। ਖਾਸ ਕਰਕੇ ਇੱਕ ਮਾਂ ਦੀ ਜ਼ਿੰਮੇਵਾਰੀ ਹੈ, ਮਾਂ ਦਾ ਬਹੁਤ ਵੱਡਾ ਰੋਲ ਹੈ, ਇੱਕ ਦੋਸਤ ਬਣਨਾ ਪਏਗਾ ਬੱਚੇ ਦੇ ਕਿ ਤਾਂ ਕਿ ਤੁਹਾਡੇ। ਔਰ ਦੂਸਰੀ ਗੱਲ ਕਿ ਅਗਰ ਕੋਈ ਇਦਾਂ ਦੀ ਗੱਲ ਹੁੰਦੀ ਹੈ ਤਾਂ ਉਹਦੇ 'ਚ ਸਿਰਫ ਲੜਕੀਆਂ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ, ਮੁੰਡੇ ਬਰਾਬਰ ਦੇ ਦੋਸ਼ੀ ਨੇ, ਉਹਨਾਂ ਨੂੰ ਵੀ ਸਜ਼ਾ ਨਿਯਤ ਕੀਤੀ ਜਾਵੇ, ਉਹਨਾਂ ਲਈ ਵੀ ਇਹ ਗੱਲ ਹੋਣੀ ਚਾਹੀਦੀ। ਦੂਜੀ ਗੱਲ ਕਿ ਆਪਾਂ ਇਹ ਕਹੀਏ ਕਿ ਬੇਟੀਆਂ ਦੇ ਬਰਾਬਰ ਨਹੀਂ, ਬੇਟੀਆਂ ਉਹ ਚੀਜ਼ਾਂ ਨੇ, ਮੈਂ ਕਹਿੰਦੀ ਕਿ ਉਹ ਫੈਮਲੀਆਂ ਬਹੁਤ ਬਲੈਸਡ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਧੀਆਂ ਨੇ, ਕਿਉਂਕਿ ਧੀਆਂ ਨੇ ਤੇ ਘਰ ਦੀਆਂ ਧਿਰਾਂ ਨੇ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ। ਔਰ ਅੱਜ ਦੇ ਜ਼ਮਾਨੇ 'ਚ ਤੁਸੀਂ ਦੇਖੋ ਕਿ ਬੇਟੀਆਂ ਤੋਂ ਜ਼ਿਆਦਾ ਕੋਈ ਵੈਲਵਿਸ਼ਰ ਨਹੀਂ ਹੈ ਪੇਰੈਂਟਸ ਦਾ। ਅੱਜ ਤੁਸੀਂ ਦੇਖੋਗੇ ਕਿ ਬੇਟੀ ਜ਼ਿਆਦਾ ਪੁੱਛਦੀ ਹੈ ਬੇਟਿਆਂ ਨਾਲੋਂ ਵੀ, ਜਿੱਥੇ ਅਸੀਂ ਬੇਟਿਆਂ ਨੂੰ ਬਹੁਤ ਤਵੱਜੂ ਦਿੰਦੇ ਹਾਂ ਕਿ ਬੇਟੇ ਜੋ ਸਾਡੇ ਸਮਾਜ ਦੀ ਗੱਲ ਹੈ, ਲੇਕਿਨ ਵਾਕਿਆ ਹੀ ਬੇਟੀ ਇੱਕ ਗੋਡ ਗਿਫਟ ਹੈ, ਇਹ ਸਮਝਣ ਦੀ ਲੋੜ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਮਰਿਆਦਾ ਬੇਟੀ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਕਦਮ ਨਾ ਚੁੱਕਣ, ਕਿਉਂਕਿ ਮਾਂ-ਬਾਪ ਦੀ ਇੱਜ਼ਤ ਹੈ ਔਰ ਬਾਪ ਤਾਂ ਹੀ ਸਿਰ ਚੱਕ ਕੇ ਚੱਲਦਾ ਜਦੋਂ ਧੀ ਇੱਜ਼ਤ ਕਾਇਮ ਰੱਖਦੀ ਹੈ। ਪਰ ਜੇਕਰ ਅਗਰ ਬੱਚਾ ਗਲਤ ਹੋ ਰਿਹਾ ਹੈ, ਗਲਤ ਜਾ ਰਿਹਾ ਹੈ, ਤੇ ਉਸ ਦੇ ਪਿੱਛੇ ਕਿਤੇ ਨਾ ਕਿਤੇ ਅਸੀਂ ਖੁਦ ਦੋਸ਼ੀ ਹਾਂ, ਮਾਂ-ਬਾਪ ਦੋਸ਼ੀ ਨੇ,
ਉਹਨਾਂ ਨੂੰ ਬੱਚੇ ਨੂੰ ਸਹੀ ਡਾਇਰੈਕਸ਼ਨ ਦੇਣੀ ਪਏਗੀ। ਇਹ ਸਮਝਣ ਦੀ ਲੋੜ ਹੈ ਠੀਕ ਜੇ ਹੈ। ਅਗਰ ਇਸ ਚੈਨਲ ਟੀਨਾ ਜੀ, ਬਹੁਤ ਸਾਰੇ ਟੀਨਾ ਜੀ, parents ਟੀਨਾ ਮੈਂ ਜੀ, ਇੱਕ ਗੱਲ ਮੈਂ point ਕਰਕੇ ਲੈ ਕੇ ਆ ਰਿਹਾ, ਸਮਾਪਤੀ ਸਮਾਂ ਖਤਮ ਹੋ ਰਿਹਾ। ਸਭ ਤੋਂ ਬੇਨਤੀ ਹੈ ਕਿ ਜਿਹੜੀਆਂ ਹਾਂਜੀ ਜਿਹੜੀ ਅਸਲ ਠੀਕ ਗੱਲ ਹੈ। ਮੈਂ ਵੇਖ ਲਿਆ ਵਾ ਕਿ ਬਲਬੀਰ ਜੀ ਦੱਸੋ ਪਲੀਜ਼। ਜੀ ਬਲਬੀਰ ਜੀ ਦੱਸੋ ਫਟਾਫਟ, ਮੈਂ ਟੀਨਾ ਜੀ ਕੋਲ ਜਾਣਾ। ਜਿਹੜੀਆਂ ਕੋਰਟ ਮੈਰਿਜ ਦੀ ਗੱਲ ਚੱਲ ਪਈਆਂ ਹਾਂ ਉਹ ਚੱਲੀ ਆ ਕਿ ਗੁਰੂ ਘਰ ਦੇ ਗ੍ਰੰਥੀ ਕੁਝ ਗ੍ਰੰਥੀਆਂ ਦਾ ਮਾਇਆ ਦੀ ਖਾਤਰ, ਕਿਉਂਕਿ ਕੋਰਟ ਮੈਰਿਜ ਵਿੱਚ ਜਦੋਂ ਕੋਰਟਾਂ ਵਿੱਚ ਜਾਂਦੇ ਆ ਲੜਕੀ ਜਾਂ ਲੜਕਾ ਜਾਂਦੇ ਆ, ਉੱਥੇ ਸਭ ਤੋਂ ਪਹਿਲਾਂ ਦੇ ਗੁਰੂ ਘਰ ਦੇ ਕਈ ਸਾਰੇ ਨਹੀਂ ਬੜੇ ਸਤਿਕਾਰਯੋਗ ਗ੍ਰੰਥੀ ਸਿੰਘ ਵੀ ਹੈਗੇ ਨੇ, ਕਈਆਂ ਨੇ ਆਪਣੇ ਚੰਡੀਗੜ੍ਹ ਦੇ ਵਿੱਚ ਕਈਆਂ ਨੇ ਆਪਣੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਏ ਨੇ, ਸਬਾਈਮਾਨ ਕੀਤੇ ਆ। ਉੱਥੇ ਕੀ ਕਰਦੇ ਆ 2 ਨੰਬਰ ਦੇ ਵਿੱਚ ਬਣਾ ਕੇ ਸਰਟੀਫਿਕੇਟ ਤੇ ਲੜਕਾ ਤੇ ਲੜਕੀ ਨੂੰ ਦਿੰਦੇ ਪੈਸੇ ਦੀ ਖਾਤਰ। ਵਕੀਲਾਂ ਨੇ ਉਹਨਾਂ ਨਾਲ ਅਟੈਚਮੈਂਟ ਕੀਤੀ ਹੈ, ਲੜਕੀ ਜਾਂਦੇ ਵਕੀਲ ਦੇ ਕੋਲ, ਲੜਕੀ ਜਾਂਦਾ ਲੜਕਾ ਜਾਂਦਾ, ਉਹ ਕਹਿੰਦਾ ਤੁਸੀਂ ਫਲਾਣੇ ਥਾਂ ਚੱਲ ਜਾਓ ਗੁਰਦੁਆਰਾ ਸਾਹਿਬ, ਉੱਥੇ ਉਹਦੇ ਕੋਲ ਸਰਟੀਫਿਕੇਟ ਲੈ ਆਓ। ਹੁਣ ਸਭ ਤੋਂ ਪਹਿਲਾਂ ਤੇ ਜਿਹੜਾ ਗ੍ਰੰਥੀ ਹੈ ਮੈਂ ਤੇ ਉਹਦੀ ਕਿਹੜੀ ਬੇਨਤੀ ਕਰੂੰਗਾ, ਤੇਰੇ ਘਰ ਵੀ ਧੀਆਂ ਹੋ ਸਕਦੀਆਂ, ਅਗਲੇ ਨੇ ਜੇ ਕੋਰਟ ਮੈਰਿਜ ਕਰਾਉਣੀ ਆ ਪਿਓ ਤੇ ਸਹਿਮਤ ਹੋਣਾ ਚਾਹੀਦਾ, ਉੱਥੇ ਝੂਠੇ ਸਾਈਨ ਕਰਕੇ ਸਰਟੀਫਿਕੇਟਾਂ ਦੇ ਮੇਰੇ ਕੋਲ 223 ਵਿਆਹ ਕੀਤੇ ਗਏ, ਕਿੱਥੇ ਕੀਤੇ ਗਏ? ਬਾਬੇ ਟਲ ਰਾਏ ਦੇ ਬਿਲਕੁਲ ਨਜ਼ਦੀਕ, ਦਰਬਾਰ ਸਾਹਿਬ ਦੇ ਨਜ਼ਦੀਕ, ਠੀਕ ਹੈ ਸਰ, ਜਿੱਥੇ ਮੈਂ ਸਾਰਾ ਰਿਕਾਰਡ ਫੜਿਆ। ਜਦੋਂ ਫੜਿਆ ਇੱਕ ਹਿੰਦੂ ਵੀਰ ਆਣ ਕੇ ਉੱਚੀ ਉੱਚੀ ਰੋਇਆ ਮੇਰੇ ਕੋਲ, ਆਂਦਾ ਭਾਈ ਸਾਹਿਬ ਜੀ ਮੇਰੀ ਲੜਕੀ ਭਈਏ ਦੇ ਨਾਲ ਸਰ ਇੱਕ ਮਿੰਟ ਸਰ ਕਰਾ ਲਈ ਆ ਤੇ ਮੈਂ ਕਿੱਦਾਂ ਕਰਾਈ? ਸਰ ਇੱਕ ਮਿੰਟ ਸਰ, ਮੇਰੇ ਕੋਲ ਸਮਾਂ ਖਤਮ ਹੋ ਰਿਹਾ ਹੈ ਸਰ, ਇੱਕ ਮਿੰਟ ਸਰ ਇੱਕ ਮਿੰਟ ਸਰ, ਮੈਮ ਪਲੀਜ਼ ਸਰ, ਗੱਲ ਏਦਾਂ, ਤੁਸੀਂ ਉਸੇ ਪਿੰਡ 'ਚ ਬੈਠੇ ਹੋ ਜਿੱਥੇ ਇਹ ਮਾੜੀ ਘਟਨਾ ਵਾਪਰੀ ਹੈ। ਹੁਣ ਪਿੰਡ ਵਾਲਿਆਂ ਨੂੰ ਜਾਂ ਬਾਕੀਆਂ ਨੂੰ ਉਹਨਾਂ ਦਿਲ ਨੂੰ ਠੰਡ ਪੈ ਗਈ, ਉਹ ਕਹਿੰਦੇ ਕਿ ਮੈਂ ਹੁਣ ਜਿਹੜਾ ਕੰਮ ਕਰਤਾ ਆਉਣ ਵਾਲੇ ਟਾਈਮ 'ਚ ਹੋਊਗਾ ਹੀ ਨਹੀਂ। ਹੁਣ ਠੀਕ ਹੋ ਗਿਆ ਸਰ ਸਾਰਾ ਕੁਝ, ਇਹ ਦੱਸੋ ਹੁਣ ਠੀਕ ਹੋ ਗਿਆ? ਬੱਚੀ ਨੂੰ ਮਾਰ ਕੇ ਠੀਕ ਹੋ ਗਿਆ ਸਰ? ਇਹ ਤਾਂ ਉਹਦੇ ਹੱਥੇ ਆ ਜਿਹਨੇ ਕੀਤਾ ਵਾ ਜੀ, ਆਪਾਂ ਨਾ ਕਰਵਾਇਆ ਜੀ। ਤੁਸੀਂ ਮੀਡੀਆ ਨਾਲ ਮੀਡੀਆ ਦੇ ਤੁਸੀਂ ਗੱਲ ਕਰਵਾ ਰਹੇ ਜੀ, ਅਸੀਂ ਤੇ ਸੁਨੇਹਾ ਦੇ ਰਹੇ ਕਿ ਨਾ ਇਹੋ ਜਿਹਾ ਕਦਮ ਚੁੱਕੋ ਜਿਹਦੇ ਨਾਲ ਸੁਨੇਹਾ ਸਰ ਆਪਣੇ ਪਿੰਡ 'ਚ ਜਾ ਕੇ ਦਿਓ ਨਾ ਸਰ ਸਾਰਿਆਂ ਨੂੰ, ਇੱਧਰ ਦਾ ਦੇਤਾ ਉਸ ਪਿੰਡ 'ਚ ਦਾ ਦਿਓ ਜਿੱਥੇ ਤੁਸੀਂ 17 18 20 ਕੁੜੀਆਂ ਦੀ ਗੱਲ ਕਰਦੇ ਹੋ। ਮੈਡਮ ਟੀਨਾ ਜੀ ਰੱਖ ਕੇ ਵੀ ਤਾਂ ਇਹ ਸੁਨੇਹਾ ਦਿੱਤਾ ਜਾ ਸਕਦਾ ਸੀ ਮੇਰੇ ਵੀਰ, ਉਹਨੂੰ ਮਾਰਨਾ ਇਸ ਚੀਜ਼ ਦਾ ਹੱਲ ਥੋੜੀ ਸੀ। ਇਹ ਅਧਿਕਾਰ ਤੁਹਾਨੂੰ ਕਿਹਨੇ ਦਿੱਤਾ? ਇਸ ਬਾਪ ਨੂੰ ਅਧਿਕਾਰ ਮਿਲਿਆ ਕਿ ਆਪਣੀ ਜੰਮੀ ਹੋਈ ਧੀ ਨੂੰ ਆਪਣੇ ਹੱਥੀਂ ਮੈਡਮ ਮੈਂ ਟੀਨਾ ਮੈਂ ਦਾ ਪੁਆਇੰਟ ਲੈਣਾ ਰਹਿੰਦਾ ਪਲੀਜ਼। ਟੀਨਾ ਜੀ ਗੌਰਵ ਜੀ ਤੁਸੀਂ ਕੁਝ ਕੁਐਸਚਨ ਕੀਤਾ ਸੀ, ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਪਾਈ, ਦੁਬਾਰਾ ਦੱਸੋ। ਮੈਮ ਸਵਾਲ ਤਾਂ ਸਿਰਫ ਇਹੀ ਹੈ ਕਿ ਕੀ ਇਹ ਹੱਲ ਹੈ? ਬਸ ਮੇਰੇ ਕੋਲ ਫਿਊ ਸੈਕਿੰਡਸ ਹੈ ਸਰ, ਕੀ ਇਹ ਹੱਲ ਹੈ? ਗੌਰਵ ਜੀ ਇਹ ਕੋਈ ਹੱਲ ਨਹੀਂ ਹੈਗਾ। ਸਰ ਪੁਆਇੰਟ ਲੈਣ ਦਿਓ ਸਰ, ਸਮਾਂ ਖਤਮ ਹੋ ਰਿਹਾ ਮੇਰੇ ਕੋਲ ਸਰ, ਪਲੀਜ਼ ਬਲਬੀਰ ਜੀ ਸ਼ਾਂਤ ਰਹਿਣਾ ਪਲੀਜ਼ ਸਰ, ਬਲਬੀਰ ਜੀ ਪਲੀਜ਼ ਸ਼ਾਂਤ ਰਹਿਣਾ। ਟੀਨਾ ਜੀ ਕੁਇਕਲੀ ਸਰ, ਮੈਮ ਪਲੀਜ਼। ਗੌਰਵ ਜੀ ਇਹ ਕੋਈ ਹੱਲ ਨਹੀਂ ਹੈਗਾ, ਇਹਦੇ ਨਾਲ ਦਹਿਸ਼ਤ ਬਣੇਗੀ, ਇਹਦੇ ਵਿੱਚ ਪੰਜਾਬ ਦੇ ਨਾਲ ਹੋਰ ਮਾਹੌਲ ਮਾੜੇ ਹੋਣਗੇ, ਕੁੜੀਆਂ ਦਾ ਜਿਹੜਾ ਉਹ ਕਹਿ ਲੋ ਕਿ ਜਿਹੜਾ ਤਰੀਕਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਾੜਾ ਹੋਏਗਾ, ਮੁੰਡੇ ਹੋਰ ਜ਼ਿਆਦਾ ਅਗਰੈਸਿਵ ਹੋ ਜਾਣਗੇ। ਇਹ ਕੋਈ ਹੱਲ ਨਹੀਂ ਹੈਗਾ ਔਰ ਇਹ ਉਹ ਟੌਪਿਕ ਹੈ ਜਿਹੜਾ ਕਿ ਤੁਹਾਡੀ ਡਿਬੇਟ ਦੇ ਵਿੱਚ ਅੱਧੇ ਪੌਣੇ ਘੰਟੇ ਦੇ ਵਿੱਚ ਇਹ ਖਤਮ ਨਹੀਂ ਕੀਤਾ ਜਾ ਸਕਦਾ, ਨਾ ਹੀ ਸੋਚ ਬਦਲੀ ਜਾ ਸਕਦੀ ਹੈ। ਸੋਚ ਕਿੱਦਾਂ ਬਦਲੀ ਜਾ ਸਕਦੀ ਹੈ? ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਏਗੀ ਸਭ ਤੋਂ ਪਹਿਲਾਂ, ਔਰ ਜੇ ਘਰ ਤੋਂ ਸ਼ੁਰੂਆਤ ਕਰਾਂਗੇ ਅਸੀਂ ਤਾਂ ਫੇਰ ਹੀ ਜਾ ਕੇ ਸਮਾਜ ਦੇ ਵਿੱਚ ਸਾਨੂੰ ਰਿਜ਼ਲਟ ਮਿਲੇਗਾ। ਅਸੀਂ ਦੂਸਰੇ ਤੇ ਉਂਗਲੀ ਤੇ ਬਹੁਤ ਜਲਦੀ ਚੁੱਕਦੇ ਹਾਂ, ਜਦੋਂ ਆਪਣੇ ਤੇ ਆਏਗਾ ਫੇਰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਨੀਡ ਟੂ ਟੇਕ ਦਾ ਪ੍ਰੋਐਕਟਿਵ ਮੈਜਰਸ। ਬੜੀ ਕਲੀਅਰ ਗੱਲ ਹੈ, ਆਪਣੇ ਘਰ ਤੋਂ ਹੀ ਕਹਿੰਦੇ ਚੈਰਿਟੀ ਬਿਗਨਸ ਐਟ ਹੋਮ, ਆਪਣੇ ਘਰ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ। ਕੁੜੀਆਂ ਨੂੰ ਮੁੰਡਿਆਂ ਨੂੰ ਬਰਾਬਰ ਸੈਂਸਿਟਾਈਜ਼ ਕਰੋ, ਅਵੇਅਰ ਕਰੋ, ਉਹਨਾਂ ਦੇ ਹੱਕਾਂ ਦੇ ਬਾਰੇ ਜਦੋਂ ਜਾਣੂ ਕਰਾਉਂਦੇ ਆ ਤੇ ਫਰਜ਼ ਜਿਹੜੇ ਹੁੰਦੇ ਆ ਉਹ ਉਹਨਾਂ ਦੇ ਬਾਰੇ ਵੀ ਦੱਸਣਾ ਪੈਣਾ, ਨਾਲੋਂ ਨਾਲ ਜਿਹਨੂੰ ਆਪਾਂ ਮਰਿਆਦਾ ਕਹਿ ਲਈਏ, ਡਿਸਪਲਿਨ ਕਹਿ ਲਈਏ, ਲਕਸ਼ਮਣ ਰੇਖਾ ਕਹਿ ਲਈਏ, ਜੋ ਮਰਜ਼ੀ ਕਹਿ ਸਕਦੇ ਵਟਸੋ ਐਵਰ। ਸਰ ਸਮਾਂ ਖਤਮ ਹੋ ਗਿਆ, ਬਹੁਤ ਧੰਨਵਾਦ ਸਾਰਿਆਂ ਦਾ, ਤੁਸੀਂ ਸਾਰੇ ਆਏ। ਮੈਡਮ ਸਵਾਲ ਇੰਨਾ ਹੀ ਸੀਗਾ ਕਿ ਕੀ ਅਸੀਂ ਆਉਣ ਵਾਲੇ ਸਮੇਂ ਦੇ ਲਈ ਤਿਆਰ ਹਾਂ, ਇਹ ਸੋਚ ਨੂੰ ਬਦਲਣ ਲਈ ਤਿਆਰ ਹਾਂ, ਸਮੇਂ ਦੇ ਨਾਲ ਚੱਲਣ ਨੂੰ ਤਿਆਰ ਹਾਂ, ਪਰ ਇਹਨਾਂ ਕਾਰਿਆਂ ਤੋਂ ਵੱਖ ਹੋ ਕੇ। ਸਵਾਲ ਇੰਨਾ ਹੀ ਸੀ। ਇਜਾਜ਼ਤ ਦਿਓ, ਧੰਨਵਾਦ।